उस दिन आखिर होया कि तुसी लाल किले कदों पहुंचते हो ते किवें पहुंचते हो? बाबा राजा राम सिंह जी ਦੀ ਮੈਨੂੰ ਕਾਲ ਆਈ। ਉਹਨਾਂ ਨੇ ਕਿਹਾ ਵੀ ਇੱਥੇ ਆ ਜਾ, ਇੱਥੇ ਬੜੇ ਗਰਮੋ ਗਰਮੀ ਹੋ ਗਈ ਆ। ਉਦੋਂ ਪਹਿਲਾਂ ਤੁਸੀਂ ਜੇ ਯੂਥ ਨੂੰ ਸੁਣੋ, ਉਹਨਾਂ ਨੇ ਜਿਹੋ ਜਿਹੀਆਂ ਗੱਲਾਂ ਕੀਤੀਆਂ ਵੀ ਸਾਨੂੰ ਤੁਸੀਂ ਹੁਣ ਇੱਥੇ ਧੋਖਾ ਦੇ ਰਹੇ ਹੋ ਆ ਕੇ, ਅਸੀਂ ਤਾਂ ਰਿੰਗ ਰੋਡ ਤੇ ਜਾਵਾਂਗੇ, ਸਾਡੇ ਨਾਲ ਹੋਰ ਕੋਈ ਗੱਲ ਨਾ ਕਰੋ, ਸਾਡੇ ਨਾਲ ਰਿੰਗ ਰੋਡ ਦੀ ਗੱਲ। ਜਦੋਂ ਤੁਹਾਨੂੰ ਸਟੇਜ ਤੇ ਜਾਣਾ ਤੁਹਾਨੂੰ ਪ੍ਰਵਾਨ ਹੀ ਨਹੀਂ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ, ਤੁਹਾਨੂੰ ਕਿਉਂ ਲੱਗਿਆ ਕਿ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਯੂਥ ਨੂੰ ਜਾ ਕੇ ਸੰਭਾਲੋ? ਹੋ ਸਕਦਾ ਅਸੀਂ ਕਈ ਵਾਰੀ ਇੱਕ ਦੂਜੇ ਨਾਲ ਜਮਾਂ ਹੀ ਐਗਰੀ ਨਾ ਕਰੀਏ, ਪਰ ਤੁਹਾਡਾ ਰਾਈਟ ਟੂ ਸੇ ਤੇ ਮੇਰਾ ਰਾਈਟ ਟੂ ਸੇ ਸਾਨੂੰ ਇੱਕ ਦੂਜੇ ਲਈ ਪ੍ਰੋਟੈਕਟ ਕਰਨਾ ਚਾਹੀਦਾ। ਇਹ ਹੁੰਦੀ ਆ ਟੀਮ ਸਪਿਰਿਟ। ਫਿਰ ਜਦੋਂ ਅਸੀਂ ਸਰਕਾਰ ਨਾਲ ਖੜ ਜਾਂਦੇ ਉਦੋਂ ਜੇ ਜਥੇਬੰਦੀਆਂ ਨੇ ਕਹਿਤਾ ਸੀ ਵੀ ਰਿੰਗ ਰੋਡ ਨਹੀਂ ਜਾਣਾ, ਅਸੀਂ ਦੂਜੇ ਰੂਟ ਤੇ ਜਾਣਾ ਹੈ ਜੋ ਤੈਅ ਕੀਤਾ ਉਹਨਾਂ ਨੇ, ਤੁਸੀਂ ਉਦੋਂ ਕਹਿ ਦਿੰਦੇ ਕਿ ਉਸੇ ਰੂਟ ਤੇ ਤੁਰੋ। ਲਾਲ ਕਿਲੇ ਤੇ ਜਾਣਾ ਪਲਾਨ ਸੀਗਾ, ਇੱਕ ਤਸਵੀਰ ਆਈ ਜਿਹਦੇ ਪਿੱਛੇ ਇਕੱਠ ਨਹੀਂ ਹੈ, ਖਾਲੀ ਹੈ ਲਾਲ ਕਿਲੇ ਤੇ ਮਗਰ, ਔਰ ਉਹ ਇਸ ਤਰ੍ਹਾਂ ਲੱਗ ਰਿਹਾ ਕਿ ਸਵੇਰੇ 6:30-7 ਵਜੇ ਦੀਪ ਸਿੱਧੂ ਪਹੁੰਚ ਜਾਂਦੇ ਆ ਔਰ ਮੌਕਾ ਵੇਖ ਕੇ ਉੱਥੇ ਨਿਸ਼ਾਨ ਸਾਹਿਬ ਚਲਾਉਂਦੇ ਆ ਤੇ ਫਿਰ ਉੱਥੋਂ ਤਿੱਤਰ ਹੋ ਜਾਂਦੇ ਆ। ਦਵਿੰਦਰ ਸੇਖੋਂ ਆ, ਉਹਨਾਂ ਨੇ ਆ ਕੇ ਇਹ ਮੈਸੇਜ ਦਿੱਤਾ ਵੀ ਉਹ ਬੰਦੇ ਇਕੱਠੇ ਕਰ ਲਏ ਆ, ਤੁਹਾਡੇ ਤੇ ਹੋ ਸਕਦਾ ਅਟੈਕ ਹੋ ਜੇ। ਕਿਹਨੇ ਬੰਦੇ ਇਕੱਠੇ ਕਰ ਲਏ? ਜੇ ਸਰਕਾਰ ਨਾ ਚਾਹੁੰਦੀ, ਤੁਹਾਨੂੰ ਲੱਗਦਾ ਸਾਡੇ ਬੰਦੇ ਦਿੱਲੀ ਚ ਐਂਟਰ ਹੋ ਸਕਦੇ ਸੀ? ਤੁਹਾਨੂੰ ਲੱਗਦਾ ਜਾਣਬੁੱਝ ਕੇ ਜਾਣ ਦਿੱਤਾ? ਐਬਸੋਲੂਟਲੀ। ਬਹੁਤ ਸਾਰੇ ਕਿਸਾਨ ਆਗੂ ਹੋਏ, ਗਏ ਉੱਥੇ ਪਹੁੰਚੇ, ਉੱਥੋਂ ਤੱਕ ਉਹ ਲਾਈਵ ਨਹੀਂ ਹੋਏ। ਲੱਖਾ ਸਿਧਾਣਾ ਉੱਥੋਂ ਤੱਕ ਨਹੀਂ ਦਿਸੇ, ਉਹ ਲਾਈਵ ਹੁੰਦੇ ਨਹੀਂ ਦਿਸੇ। ਦੀਪ ਸਿੱਧੂ ਇਕੱਲੇ ਕਿਉਂ ਦੱਸਦੇ ਆ? ਹੋਰ ਵੀ ਤਾਂ ਚਿਹਰੇ ਸੀ ਇਸ ਕਿਸਾਨ ਅੰਦੋਲਨ। ਇਹੀ ਮੇਰਾ ਸਵਾਲ ਆ, ਉਹ ਕਿਉਂ ਨਹੀਂ ਆਏ ਅੰਦਰ ਬਈ? ਕਿਉਂ ਉਹਨਾਂ ਦੀਆਂ ਲੱਤਾਂ ਨੇ ਉੱਤੇ ਭਾਰ ਨਹੀਂ ਝੱਲਿਆ? ਫਿਰ ਦੁਬਾਰਾ ਉੱਥੋਂ ਲਾਈਵ ਹੁੰਦੇ ਹੋ ਲਾਲ ਕਿਲੇ ਤੋਂ, ਫਿਰ ਇੱਕ ਮੋਟਰਸਾਈਕਲ ਦੀ ਚਰਚਾ ਹੁੰਦੀ ਹੈ ਬਹੁਤ ਵੀ ਪਲਟੀਨਾ ਮੋਟਰਸਾਈਕਲ ਲੈ ਕੇ ਉੱਥੋਂ ਦੀਪ ਸਿੱਧੂ ਲਾਲ ਕਿਲੇ ਤੋਂ ਫਰਾਰ ਹੋ ਜਾਂਦੇ ਆ। ਫਿਰ ਦੁਬਾਰਾ ਲਾਈਵ ਕਿਉਂ ਹੁੰਦੇ ਹੋ? ਬਾਈਕ ਲੈ ਕੇ ਕਿਉਂ ਭੱਜਦੇ ਹੋ ਉੱਥੋਂ? ਤੁਹਾਡੀ ਜ਼ਮਾਨਤ 'ਚ ਤੁਹਾਡੇ ਵਕੀਲ ਕਹਿ ਦਿੰਦੇ ਆ ਜੱਜ ਅੱਗੇ ਵੀ ਅਸੀਂ ਤਾਂ ਪੁਲਿਸ ਦੀ ਮਦਦ ਕਰ ਰਹੇ ਸੀ ਉੱਥੇ, ਦੀਪ ਸਿੱਧੂ ਤਾਂ ਮਦਦ ਕਰਨ ਵਾਸਤੇ ਉੱਥੇ ਗਏ ਸੀ। ਦੇਖੋ ਇਹ ਕਨਫਲਿਕਟਿੰਗ ਗੱਲ ਹੈ ਨਾ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਤਿਹਾਸਕ ਦਿਨ ਸੀ, ਮੈਂ ਨਿਸ਼ਾਨ ਸਾਹਿਬ ਉੱਥੇ ਚੁਲਾਇਆ, ਕੋਈ ਗਲਤ ਨਹੀਂ ਹੈ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਂ ਤਾਂ ਉੱਥੇ ਪੁਲਿਸ ਦੀ ਮਦਦ ਕਰਨ ਗਿਆ ਸੀ। ਉਹਨਾਂ ਦਾ ਮੈਂ ਸੋਲਜਰ ਹਾਂ, ਪਰ ਉਹ ਨਹੀਂ ਮੰਨਦੇ ਤੁਹਾਨੂੰ ਸੋਲਜਰ, ਉਹ ਤੁਹਾਨੂੰ ਹਿੱਸਾ ਨਹੀਂ ਮੰਨਦੇ। ਕੋਈ ਗੱਲ ਨਹੀਂ, ਉਹ ਤਾਂ ਕਹਿੰਦੇ ਆ ਕਿ ਸ਼ਰੇਆਮ ਕਹਿੰਦੇ ਆ ਕਿ ਤੁਸੀਂ ਬੀਜੇਪੀ ਦੇ ਹੋ, ਆਰਐਸਐਸ ਦੇ ਬੰਦੇ ਹੋ, ਪਲਾਂਟ ਕੀਤੇ ਹੋਏ ਬੰਦੇ ਹੋ, ਤੁਹਾਡੇ ਖਿਲਾਫ ਨਾਅਰੇ ਲੱਗਦੇ ਆ। ਰਜਿੰਦਰਦੀਪ ਸਿੰਘ ਵਾਲਾ ਸ਼ਰੇਆਮ ਅਗਲੇ ਦਿਨ ਉੱਥੇ ਸਟੇਜ ਦੇ ਉੱਤੋਂ ਤੁਹਾਡੇ ਖਿਲਾਫ ਗੱਦਾਰ ਦੇ ਨਾਅਰੇ ਲਵਾਉਂਦਾ। ਬੀਜੇਪੀ ਦਾ ਬੰਦਾ ਕਾਲ ਕੋਠੜੀਆਂ 'ਚ ਰਹਿ ਕੇ ਆਊਗਾ, ਬੀਜੇਪੀ ਦਾ ਬੰਦਾ ਜਿਹਨੂੰ 3-3 ਦਿਨ ਸੌਣ ਨਹੀਂ ਦਿੱਤਾ ਜਾਊਗਾ, ਖਾਣਾ ਨਹੀਂ ਦਿੱਤਾ ਜਾਊਗਾ, ਬੀਜੇਪੀ ਦਾ ਬੰਦਾ ਜੇਲ੍ਹਾਂ 'ਚ ਭੁੰਜੇ ਫਰਸ਼ ਤੇ ਪਊਗਾ। ਵਰਦੀ ਅੱਗ 'ਚ ਕੋਈ ਨਹੀਂ ਖੜਦਾ, ਰਿਸ਼ਤੇਦਾਰ ਭੱਜ ਜਾਂਦੇ ਆ, ਦੋਸਤ ਭੱਜ ਜਾਂਦੇ ਆ, ਕੋਈ ਨਹੀਂ ਖੜਦਾ। ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਸਾਡੇ ਕਿਸਾਨ ਲੀਡਰ ਹੋਣ, ਕਿਸੇ ਨੇ ਨਹੀਂ ਬਖਸ਼ਿਆ। ਦੱਸੋ ਮੈਨੂੰ ਕਿਸੇ ਨੇ ਬਖਸ਼ਿਆ? ਇੰਨਾ ਰੈਲੇਵੈਂਟ ਹੋ ਗਿਆ ਦੀਪ ਸਿੱਧੂ। ਪਾਰਲੀਮੈਂਟ 'ਚ ਵੀ ਦੀਪ ਸਿੱਧੂ ਦੀ ਗੱਲ ਕੀਤੀ ਜਾ ਰਹੀ ਹੈ, ਪਾਰਲੀਮੈਂਟ 'ਚ ਸ਼ਿਵ ਸੈਨਾ ਵੀ ਦੀਪ ਸਿੱਧੂ ਦੀ ਗੱਲ ਕਰ ਰਹੀ ਹੈ, ਐਂਡ ਦੇ ਆਰ ਫਰਮ ਮਹਾਰਾਸ਼ਟਰ। ਇੰਨੇ ਦਿਨ ਤੁਸੀਂ ਭੱਜਦੇ ਰਹੇ, ਇੰਨੇ ਦਿਨ, ਉਸ ਤੋਂ ਬਾਅਦ 9 ਤਰੀਕ ਨੂੰ ਫਿਰ ਫੜੇ ਕਿਵੇਂ ਜਾਂਦੇ ਹੋ? ਤੁਸੀਂ ਫੜੇ ਗਏ, ਉਸ ਤੋਂ ਬਾਅਦ ਬੜੀ ਚਰਚਾ ਹੁੰਦੀ। ਮੈਂ ਫੜਿਆ ਨਹੀਂ ਗਿਆ, ਹਨਾ, ਫੜਿਆ ਮੈਂ ਨਹੀਂ ਗਿਆ। ਆਖਰੀ ਸਵਾਲ ਹੈ, ਕਿਹੜੀ ਪਾਰਟੀ 'ਚ ਜਾਓਗੇ ਹੁਣ? ਕਿਉਂਕਿ ਇਹ ਚਰਚਾ ਹੈ ਕਿ ਹੁਣ ਤਾਂ ਦੀਪ ਸਿੱਧੂ ਇਲੈਕਸ਼ਨ ਲੜਨਗੇ, ਤੁਹਾਨੂੰ ਦੁਬਾਰਾ ਕੋਈ ਵਾਪਸੀ ਦਾ ਰਾਹ ਲੱਭਦਾ ਹੈ ਜਾਂ ਤੁਸੀਂ ਹੁਣ ਇੰਟਰਸਟਿਡ ਨਹੀਂ ਹੈਗੇ? ਸੰਯੁਕਤ ਕਿਸਾਨ ਮੋਰਚੇ ਦੀ ਉਹ ਸਟੇਜ ਤੇ ਦੁਬਾਰਾ ਦੀਪ ਸਿੱਧੂ ਜਾਣਾ ਚਾਹੁੰਦੇ ਆ? ਜਿਹਨੂੰ ਅਸੀਂ ਗੋਦੀ ਮੀਡੀਆ ਕਹਿ ਰਹੇ ਹਾਂ, ਉਹਦੀਆਂ ਬਾਕੀ ਖਬਰਾਂ ਤਾਂ ਅਸੀਂ ਬਿਲੀਵ ਨਹੀਂ ਕਰ ਰਹੇ, ਪਰ ਜਿੱਦਾਂ ਦੀਪ ਸਿੱਧੂ ਨੂੰ ਬੀਜੇਪੀ ਦਾ ਕਹਿ ਰਹੇ ਅਸੀਂ ਉਹਨੂੰ ਬਿਲੀਵ ਕਰ ਰਹੇ ਹਾਂ। ਕੀ ਦੀਪ ਸਿੱਧੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਅੱਜ ਇੱਥੇ ਇਹ ਗੱਲ ਕਹਿ ਸਕਦਾ ਵੀ ਉਹ ਬੀਜੇਪੀ ਵੱਲੋਂ ਪਲਾਂਟਡ ਨਹੀਂ? 26 ਜਨਵਰੀ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਦੀਪ ਸਿੱਧੂ ਦੀ ਜੇਲ੍ਹ ਯਾਤਰਾ ਹੁੰਦੀ ਹੈ। ਦੀਪ ਸਿੱਧੂ ਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ, ਲਗਾਤਾਰ ਚਰਚਾ ਦਾ ਵਿਸ਼ਾ ਦੀਪ ਸਿੱਧੂ ਬਣੇ ਰਹਿੰਦੇ ਆ। ਪਰ ਬਾਹਰ ਆਉਣ ਤੋਂ ਬਾਅਦ ਅੱਜ ਉਹਨਾਂ तमाम ਸਵਾਲਾਂ ਦੇ ਜਵਾਬ ਲਵਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਦੀਪ ਸਿੱਧੂ ਮੌਜੂਦ ਨੇ। ਸਤਿ ਸ਼੍ਰੀ ਅਕਾਲ, ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਦੀਪ ਸਿੱਧੂ, 26 ਜਨਵਰੀ ਤੋਂ ਮੈਂ ਸ਼ੁਰੂਆਤ ਕਰਨਾ ਚਾਹੁੰਦਾ, ਫਿਰ ਜੇਲ੍ਹ ਦੀ ਗੱਲ ਕਰੂੰਗਾ। ਹਾਂਜੀ, ਉਸ ਦਿਨ ਆਖਰ ਹੋਇਆ ਕਿ ਤੁਸੀਂ ਲਾਲ ਕਿਲੇ ਕਦੋਂ ਪਹੁੰਚਦੇ ਹੋ ਤੇ ਕਿਵੇਂ ਪਹੁੰਚਦੇ ਹੋ? ਅਸੀਂ 26 ਤੋਂ ਪਹਿਲਾਂ ਮੈਂ 25 ਰਾਤ ਨੂੰ ਤੁਹਾਨੂੰ ਥੋੜਾ ਜਿਹਾ ਲੈ ਕੇ ਜਾਊਂਗਾ। 25 ਦੀ ਰਾਤ ਜਦੋਂ ਸਟੇਜ ਤੇ ਸਾਡੇ
ਕਿਸਾਨ ਆਗੂ, ਸਾਡੇ ਕਿਸਾਨ ਆਗੂ, ਮੈਂ ਇਹੀ ਕਹੂੰਗਾ, ਹਮੇਸ਼ਾ ਹੀ ਸਾਡੇ ਆ ਉਹ, ਹਨਾ। ਜਦੋਂ ਉਹਨਾਂ ਨੇ ਰੂਟ ਅਨਾਉਂਸ ਕੀਤਾ 26 ਦੀ ਆਪਣੀ ਟਰੈਕਟਰ ਰੈਲੀ ਜਿਹੜੀ ਰੱਖੀ ਹੋਈ ਸੀ, ਉਹਦੇ ਤੇ ਉੱਥੇ ਜਿਹੜੇ ਸੰਗਤ ਬੈਠੀ ਸੀ ਉਹ ਭੜਕ ਗਏ। ਦੇਖੋ, ਭੜਕਣ ਦਾ ਉਹਨਾਂ ਦਾ ਇੱਕ ਰੀਜ਼ਨ ਸੀ ਤੇ ਉਹ ਸਹੀ ਸੀ ਆਪਦੀ ਜਗ੍ਹਾ, ਕਿਉਂਕਿ ਉਹਨਾਂ ਨੂੰ ਪਹਿਲਾਂ ਇਹ ਕਹਿ ਕੇ ਬੁਲਾਇਆ ਗਿਆ ਵੀ ਆਪਾਂ ਦਿੱਲੀ ਦੇ ਅੰਦਰ ਜਾਣਾ, ਆਪਾਂ ਰਿੰਗ ਰੋਡ ਜਾਣਾ, ਆਪਾਂ ਰਿੰਗ ਰੋਡ ਜਾਣਾ। ਤੁਸੀਂ ਸਟੇਟਮੈਂਟਸ ਦੇਖੋ ਉਦੋਂ ਪਹਿਲਾਂ ਦੀਆਂ, ਹਨਾ, ਸਟੇਟਮੈਂਟਸ ਐਡੀਆਂ ਇਰਰਿਸਪੌਂਸਿਬਲ ਸਟੇਟਮੈਂਟਸ। ਉਹ ਹਾਲਾਂਕਿ ਇਹ ਗੱਲ ਵੀ ਵਾਚੀ ਜਾਣੀ ਚਾਹੀਦੀ ਸੀ, ਤੁਸੀਂ ਕਿਹੜੇ ਇਮੋਸ਼ਨ ਲੋਕਾਂ ਦੇ, ਦੇਖੋ ਲੋਕਾਂ ਦੇ ਜਜ਼ਬਾਤ ਜਦੋਂ ਜਗਾਉਣੇ ਹੋ ਨਾ, ਤੇ ਕਿਹੜੇ ਜਜ਼ਬਾਤ ਜਗਾਉਣੇ ਹੋ ਲੋਕਾਂ ਦੇ, ਕਿਉਂਕਿ ਜਿਹੜਾ ਵਹਿਣ ਆ ਉਧਰ ਨੂੰ ਹੀ ਵਹਿਣਾ ਹੁੰਦਾ। ਜੇ ਆਪਾਂ ਲੋਕਾਂ ਦੇ ਜਜ਼ਬਾਤ ਹੀ ਇਹ ਜਗਾਤੇ ਵੀ ਆਪਾਂ ਦਿੱਲੀ ਦੀ ਹਿੱਕ ਤੇ ਜਾ ਕੇ ਟਰੈਕਟਰ ਰੈਲੀ ਕਰਾਂਗੇ, ਉੱਥੇ ਉਹਨਾਂ ਨੂੰ ਆਪਦੀ ਆਵਾਜ਼ ਬੁਲੰਦ ਕਰਾਂਗੇ ਔਰ ਸਿੰਬੋਲਿਕਲੀ ਬੁਲੰਦ ਕਰਾਂਗੇ, ਹਨਾ। ਲੋਕਾਂ ਦੇ ਜਜ਼ਬਾਤ ਜਿਹੜੇ ਜਗਾਏ ਹੋਏ ਸੀ, ਉਹਦਾ ਕਿਤੇ ਕਲੋਜ਼ਰ ਵੀ ਤਾਂ ਹੋਣਾ ਚਾਹੀਦਾ ਨਾ। ਉਹਦਾ ਕਲੋਜ਼ਰ ਤਾਂ ਕਿਸੇ ਨੇ ਕੀਤਾ ਹੀ ਨਹੀਂ। ਉੱਥੇ ਜਦੋਂ ਜਿਹੜਾ ਦਿੱਲੀ ਪੁਲਿਸ ਨਾਲ ਰੂਟ ਮਿਥਿਆ ਸੀ, ਉਹ 22 ਜਾਂ 23 ਤਰੀਕ ਨੂੰ ਮਿਥ ਲਿਆ ਗਿਆ ਤੇ 25 ਦੀ ਸ਼ਾਮ ਤਾਈਂ ਉਹ ਅਨਾਉਂਸ ਨਹੀਂ ਕੀਤਾ ਗਿਆ। 25 ਸ਼ਾਮ ਨੂੰ ਜਦੋਂ ਅਨਾਉਂਸ ਕੀਤਾ, ਲੋਕ ਭੜਕ ਗਏ। ਕੋਸ਼ਿਸ਼ ਕੀਤੀ ਸਾਰਿਆਂ ਨੇ ਸਾਂਝੀ ਵੀ ਉਹਨਾਂ ਨੂੰ ਹੈਂਡਲ ਕੀਤਾ ਜਾਵੇ, ਕਿਉਂਕਿ ਤੁਸੀਂ ਇਹ ਦੇਖੋ ਉਸ ਤਰ੍ਹਾਂ ਦਾ ਰੌਂ ਲੋਕਾਂ 'ਚ, ਇੰਨੀ ਜ਼ਿਆਦਾ ਉਹਨਾਂ 'ਚ ਗੁੱਸਾ ਵੀ ਤੁਸੀਂ ਸਾਨੂੰ ਬੁਲਾਇਆ ਕੁਝ ਹੋਰ ਕਹਿ ਕੇ ਆ, ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਇਸ ਰੂਟ ਤੇ ਗੇੜਾ ਦੇ ਕੇ ਮੁੜ ਜਾਓ। ਹਾਲਾਂਕਿ ਦੋਸ਼ ਤਾਂ ਤੁਹਾਡੇ ਤੇ ਸੀ ਕਿ ਤੁਸੀਂ ਭੜਕਾਏ ਐ, ਤੁਸੀਂ ਜਾ ਕੇ ਕਿਹਾ ਵੀ ਨਹੀਂ ਅਸੀਂ ਉਧਰ ਨੂੰ ਜਾਵਾਂਗੇ, ਔਰ 25 ਰਾਤ ਦੀ ਜਿਹੜੀ ਤੁਹਾਡੀ ਸਪੀਚ ਹੁੰਦੀ ਹੈ, ਤੁਹਾਡੇ ਤੇ ਦੋਸ਼ ਹੈ ਕਿ ਤੁਸੀਂ ਗੱਲ ਨੂੰ ਕਿਤੇ ਹੋਰ ਹੀ ਲੈ ਗਏ, ਤੁਸੀਂ ਸੰਤਾਂ ਵੱਲ ਮੋੜਤੀ ਗੱਲ, ਖਾਲਿਸਤਾਨ ਦੀਆਂ ਗੱਲਾਂ ਉੱਥੇ ਹੋਣ ਲੱਗੀਆਂ ਸਟੇਜ ਤੋਂ। ਨਹੀਂ, ਇਹ ਗੱਲ ਵੀ ਆਪਾਂ ਦੇਖੇ। ਪਹਿਲੀ ਗੱਲ ਤਾਂ ਕਦੇ ਵੀ ਮੈਂ ਉਦੋਂ ਵੀ ਇਹ ਗੱਲ ਕਹੀ ਵੀ ਜਿਹੜੇ ਸਾਡੇ ਆਗੂ ਆ ਨਾ, ਉਹਨਾਂ ਤੇ ਬਹੁਤ ਵੱਡਾ ਪ੍ਰੈਸ਼ਰ ਹੈ ਇਸ ਟਾਈਮ, ਤੇ ਸਾਨੂੰ ਉਹ ਸਮਝਣਾ ਚਾਹੀਦਾ। ਜਦੋਂ ਪ੍ਰੈਸ਼ਰ ਸਮਝਣਾ ਚਾਹੀਦਾ, ਇਹ ਗੱਲ ਕਹੀ, ਇਹਦਾ ਮਤਲਬ ਉਦੋਂ ਬਾਅਦ ਸਿੱਧੇ ਲਫ਼ਜ਼ਾਂ 'ਚ ਇਹ ਗੱਲ ਕਹੀ ਵੀ ਆਪਾਂ ਸਾਂਝੀ ਕਾਲ ਲਓ, ਤੇ ਜਿਹੜਾ ਸੰਗਤ ਦੇ ਜਜ਼ਬਾਤਾਂ ਦੀ ਤਰਜਮਾਨੀ ਆ ਉਹ ਹੋਣੀ ਚਾਹੀਦੀ ਆ, ਹਨਾ। ਸੰਗਤ ਦੇ ਜਜ਼ਬਾਤ ਜਿਹੜੇ ਤੁਸੀਂ ਜਗਾਏ ਸੀ, ਉਹਨਾਂ ਦਾ ਕਲੋਜ਼ਰ ਕਿੱਥੇ ਦਿਓਗੇ? ਉਸ ਤਰ੍ਹਾਂ ਦੇ ਇਕੱਠ ਨੂੰ, ਉਸ ਤਰ੍ਹਾਂ ਦੀ ਸੰਗਤ ਨੂੰ ਹੈਂਡਲ ਕਰਨਾ ਵੀ ਇੱਕ ਸਾਡੀ ਰਿਸਪੌਂਸਿਬਿਲਟੀ ਆ ਨਾ, ਜਿਹੜੇ ਵੀ ਉਸ ਐਜੀਟੇਸ਼ਨ ਦੇ ਫੇਸ ਸੀ। ਦੂਜੀ ਗੱਲ, ਜਦੋਂ ਕੋਈ ਪ੍ਰੋਟੈਸਟ ਲੜਿਆ ਜਾਂਦਾ ਨਾ ਬਾਈ, ਇਹ ਗੱਲ ਸਮਝਣ ਵਾਲੀ ਆ। ਕੋਈ ਵੀ ਅੰਦੋਲਨ ਲੜਿਆ ਜਾਂਦਾ, ਅੰਦੋਲਨ ਕੀ ਹੁੰਦਾ, ਪ੍ਰੋਟੈਸਟ ਕੀ ਹੁੰਦਾ? ਸਰਕਾਰ ਦੀ ਪਾਲਿਸੀ ਆ, ਹਕੂਮਤ ਜਾਂ ਉਸ ਵੇਲੇ ਦੇ ਹੁਕਮਰਾਨ ਆ ਜਿਹੜੇ, ਉਹਨਾਂ ਦੀ ਜੋ ਵੀ ਉਸ ਸਮੇਂ ਦੀ ਪਾਲਿਸੀ ਆ, ਉਹਦੇ ਅਗੇਂਸਟ ਅਸੀਂ ਆਵਾਜ਼ ਉਠਾਉਣੇ ਆ, ਇੱਕ ਅੰਦੋਲਨ ਖੜਾ ਹੁੰਦਾ। ਇਹ ਤਾਂ ਸਾਡੇ ਕੋਲੇ ਹਿਸਟਰੀ 'ਚ, ਇਤਿਹਾਸ 'ਚ ਪਿਆ, ਬੜੇ ਅੰਦੋਲਨ ਲੜੇ ਆ ਅਸੀਂ। ਅੰਦੋਲਨ ਦੇ ਵਿੱਚ ਸੈਂਸ ਆਫ ਹਿਸਟਰੀ ਦਾ ਹੋਣਾ ਲਾਜ਼ਮੀ ਆ। ਤੁਸੀਂ ਮੋਬਿਲਾਈਜ਼ ਕਿੱਥੋਂ ਕਰੋਗੇ ਲੋਕਾਂ ਨੂੰ? ਮੋਬਿਲਾਈਜ਼ ਤਾਂ ਸੈਂਸ ਆਫ ਹਿਸਟਰੀ ਤੋਂ ਹੀ ਕਰੋਗੇ ਨਾ। ਮੋਬਿਲਾਈਜ਼ ਇਹ ਕਹਿ ਕੇ ਤਾਂ ਨਹੀਂ ਕਰੋਗੇ ਵੀ ਆਉਣ ਵਾਲਾ ਸਮਾਂ ਦੇਖੋ ਜੀ, ਉਹ ਤਾਂ ਕਿਸੇ ਨੇ ਅਹਿਸਾਸ ਹੀ ਨਹੀਂ ਹਜੇ ਕੀਤਾ, ਉਹ ਕਿਸੇ ਨੇ ਐਕਸਪੀਰੀਅੰਸ ਹੀ ਨਹੀਂ ਕੀਤਾ ਉਸ ਚੀਜ਼ ਦਾ। ਉਹਦੇ ਤੇ ਤਾਂ ਇੱਕ ਅੱਧਾ ਤੁਸੀਂ ਆਪਦੀ ਜਿਹੜੀ ਪ੍ਰੈਡਿਕਸ਼ਨ ਦੇ ਸਕਦੇ ਹੋ ਸੋਸ਼ਲ ਇਵੈਂਟਸ ਨੂੰ ਸਮਝ ਕੇ, ਪਰ ਸੈਂਸ ਆਫ ਹਿਸਟਰੀ ਤੇ ਹੀ ਤੁਸੀਂ ਲੋਕਾਂ ਨੂੰ ਮੋਬਿਲਾਈਜ਼ ਕਰੋਗੇ ਵੀ ਦੇਖੋ ਸਾਡੇ ਨਾਲ ਸਮੇਂ-ਸਮੇਂ ਤੇ ਕਿਵੇਂ ਸਰਕਾਰਾਂ ਨੇ ਧੱਕਾ ਕੀਤਾ। ਇੰਨੀ ਗੱਲ ਹੀ ਹੈ ਨਾ। ਇਹਨੂੰ ਹੁਣ ਆਪਾਂ ਪੋਰਟਰੇ ਕਿਵੇਂ ਕਰਦੇ ਆ? ਸੰਤਾਂ ਦੀ ਗੱਲ ਹੋ ਗਈ, ਸੰਤਾਂ ਦੀ ਗੱਲ ਕਿਉਂ ਨਾ ਕਰੀਏ? ਜਦੋਂ ਉਹ ਐਪੀਸੋਡ, ਉਹ ਸ਼ਖਸੀਅਤ ਜਿਹਨੇ ਪੰਜਾਬ ਖਾਤਰ, ਆਪਦੀ ਲੋਕਾਂ ਖਾਤਰ ਆਪਾਂ ਵਾਰਤਾ, ਆਪਦੇ ਆਪ ਨੂੰ ਵਾਰ ਕੇ ਉਹਨਾਂ ਦੀ ਗੱਲ ਕਰਨਾ, ਅਸੀਂ ਹਜੇ ਵੀ ਸਟੇਟ ਦੇ ਨੈਰੇਟਿਵ 'ਚ ਫਿਰਦੇ ਰਹੀਏ। ਉਹ ਨੈਰੇਟਿਵ ਤਾਂ ਉਸ ਸਮੇਂ ਦੀ ਸਰਕਾਰ ਨੇ ਥਰੋ ਕੀਤਾ ਸੀ ਨਾ। ਤੇ ਸੰਤਾਂ ਦੀ ਜੇ ਗੱਲ ਕਰਦੇ ਆ, ਕੋਈ ਗੁਨਾਹ ਨਹੀਂ ਆ। ਕਿਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਆ, ਉਹ ਵੀ ਕੋਈ ਗੁਨਾਹ ਨਹੀਂ ਆ। ਤਾਂ ਸੈਂਸ ਆਫ ਹਿਸਟਰੀ ਨੂੰ ਅਸੀਂ ਭੁੱਲ ਕੇ ਨਹੀਂ ਚੱਲ ਸਕਦੇ। ਹੁਣ ਇਹਨੂੰ ਜੇ ਆਪਾਂ ਭੜਕਾਹਟ ਮੰਨਾਂਗੇ, ਜਦੋਂ ਆਪਾਂ ਸ਼ਰੇਆਮ ਸਿੱਧੀ ਗੱਲ ਇਹ ਕਹਿ ਰਹੇ ਆ ਵੀ ਸਾਡਾ ਡੈਮੋਕ੍ਰੈਟਿਕ ਰਾਈਟ ਆ ਪ੍ਰੋਟੈਸਟ ਕਰਨਾ, ਸਾਡਾ ਪੀਸਫੁਲ ਪ੍ਰੋਟੈਸਟ ਆ, ਆਪਾਂ ਹਮੇਸ਼ਾ ਕਿਹਾ ਜਾਬਤੇ 'ਚ ਰਹੋ, ਪੀਸਫੁਲ ਰਹੋ, ਕਦੇ ਵੀ ਹਿੰਸਾ ਨੂੰ ਨਹੀਂ ਭੜਕਾਇਆ। ਔਰ ਪਹਿਲੇ ਦਿਨ ਤਾਂ ਹੈ ਨਹੀਂ ਸੀ ਪ੍ਰੋਟੈਸਟ ਦਾ। ਉਹ ਇੱਕ ਸੈਂਸ ਆਫ ਰਿਸਪੌਂਸਿਬਿਲਿਟੀ ਵੀ ਆਪਣੇ ਕੋਲੇ ਆ ਨਾ, ਜਿਹੜੀ ਪਿਛਲੇ 5-6 ਮਹੀਨਿਆਂ ਤੋਂ ਆਪਾਂ ਤੰਬੂਆਂ 'ਚ ਸੁੱਤੇ ਆ, ਸ਼ੰਭੂ ਮੋਰਚੇ 'ਚੋਂ ਰੋਡ ਬਲੌਕ ਕਰ ਲਈ ਸੀ ਲੋਕਾਂ ਨੇ, ਉਹ ਕਲੀਅਰ ਕਰਾਈ। ਆਪਾਂ ਕਿੱਥੇ ਵਾਇਲੈਂਸ ਆਪਦੀ ਸ਼ੋਅ ਕੀਤੀ ਹੈ? ਕਿਤੇ ਵਾਇਲੈਂਟ ਹੋਏ ਆ ਆਪਾਂ ਥਰੂ ਆਊਟ ਦਾ ਪ੍ਰੋਟੈਸਟ? ਤੇ ਫਿਰ ਉਦਾਂ ਹੀ ਕਿਉਂ ਵਾਇਲੈਂਟ ਹੋਵਾਂਗੇ? ਇਹ ਤਾਂ ਪਰ ਫਿਰ ਉਦੋਂ ਤੁਹਾਨੂੰ ਕਿਉਂ ਲੱਗਿਆ ਵੀ ਤੁਸੀਂ ਸਟੇਜ ਤੇ ਜਾਓ? ਜਦੋਂ ਤੁਹਾਨੂੰ ਸਟੇਜ ਤੇ ਜਾਣਾ
ਤੁਹਾਨੂੰ ਪ੍ਰਵਾਨ ਹੀ ਨਹੀਂ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ। ਤੁਹਾਨੂੰ ਕਿਉਂ ਲੱਗਿਆ ਕਿ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਯੂਥ ਨੂੰ ਜਾ ਕੇ ਸੰਭਾਲੋ? ਹਾਂ, ਮੈਂ ਤੁਹਾਨੂੰ ਆਗੂ ਵੀ ਤਾਂ ਸੰਭਾਲ ਸਕਦੇ। ਐਬਸੋਲੂਟਲੀ ਗੱਲ ਤੁਹਾਡੀ ਠੀਕ ਹੈ। ਇਹ ਜਦੋਂ ਸਾਡੇ ਆਗੂਆਂ ਨੇ ਉੱਥੇ ਰੂਟ ਅਨਾਉਂਸ ਕੀਤਾ, ਦੇਖੋ ਪ੍ਰੈਕਟੀਕਲ ਸਿਚੁਏਸ਼ਨ ਵੀ ਸਮਝੋ, ਉਸ ਤੋਂ ਬਾਅਦ ਯੂਥ ਭੜਕ ਗਿਆ ਜਾਂ ਉੱਥੇ ਜਿਹੜੀ ਸੰਗਤ ਬੈਠੀ ਸੀ ਉਹ ਭੜਕ ਗਈ ਐਂਡ ਕੋਈ ਵੀ ਉਸ ਤੋਂ ਬਾਅਦ ਦਾ ਤੁਸੀਂ ਨਾ ਮੇਰੇ ਖਿਆਲ 'ਚ 35 ਜਾਂ 40 ਮਿੰਟਾਂ ਦਾ ਵੀਡੀਓ ਆ, ਹੋ ਸਕਦਾ ਇਦੋਂ ਲੰਬਾ ਵੀ ਹੋਵੇ, ਕੋਈ ਵੀ ਰਿਸਪੌਂਸਿਬਲ ਬੰਦਾ ਸਟੇਜ ਤੇ ਨਹੀਂ ਹੈ। ਫਿਰ ਸਰਦਾਰ ਮਨਧੀਰ ਸਿੰਘ ਹੋਣੀ ਗਏ, ਫਿਰ ਬਾਬਾ ਰਾਜਾ ਰਾਮ ਸਿੰਘ ਜੀ ਗਏ ਬੁੱਢਾ ਦਲ ਵਾਲੇ, ਹਨਾ, ਉਹਨਾਂ ਨੇ ਜਾ ਕੇ ਵੀ ਬਥੇਰੀ ਕੋਸ਼ਿਸ਼ ਕੀਤੀ। ਵਿੱਚ ਦੀ ਆਪਣਾ ਲੱਖਾ ਵੀ ਗਿਆ ਉਦੋਂ ਪਹਿਲਾਂ, ਉਹਨੇ ਵੀ ਕੋਸ਼ਿਸ਼ ਕੀਤੀ। ਦੇਖੋ ਹਰ ਬੰਦਾ ਆਪਦਾ ਕੰਟਰੀਬਿਊਸ਼ਨ ਬੜੇ ਓਨੈਸਟਲੀ ਦੇ ਰਿਹਾ ਸੀ, ਮੈਂ ਕਿਸੇ ਤੇ ਵੀ ਦੋਸ਼ ਨਹੀਂ ਲਾਉਂਗਾ, ਮੇਰੇ ਤੇ ਬਥੇਰੇ ਦੋਸ਼ ਲੱਗੇ ਆ, ਪਰ ਮੈਂ ਕਹਿੰਦਾ ਹਰ ਬੰਦਾ ਆਪਦਾ ਬੈਸਟ ਐਫਰਟ ਕਰ ਰਿਹਾ ਸੀ ਸਿਚੁਏਸ਼ਨ ਨੂੰ ਸੰਭਾਲਣ ਵਾਸਤੇ। ਹੁਣ ਬਾਬਾ ਰਾਜਾ ਰਾਮ ਸਿੰਘ ਜੀ ਦੀ ਮੈਨੂੰ ਕਾਲ ਆਈ, ਉਹਨਾਂ ਨੇ ਕਿਹਾ ਵੀ ਇੱਥੇ ਆ ਜਾ, ਇੱਥੇ ਬੜੇ ਗਰਮੋ ਗਰਮੀ ਹੋ ਗਈ ਆ। ਉਦੋਂ ਪਹਿਲਾਂ ਤੁਸੀਂ ਜੇ ਯੂਥ ਨੂੰ ਸੁਣੋ, ਉਹਨਾਂ ਨੇ ਜਿਹੋ ਜਿਹੀਆਂ ਗੱਲਾਂ ਕੀਤੀਆਂ ਵੀ ਸਾਨੂੰ ਤੁਸੀਂ ਹੁਣ ਇੱਥੇ ਧੋਖਾ ਦੇ ਰਹੇ ਹੋ ਆ ਕੇ, ਅਸੀਂ ਤਾਂ ਰਿੰਗ ਰੋਡ ਤੇ ਜਾਵਾਂਗੇ, ਸਾਡੇ ਨਾਲ ਹੋਰ ਕੋਈ ਗੱਲ ਨਾ ਕਰੋ, ਸਾਡੇ ਨਾਲ ਰਿੰਗ ਰੋਡ ਦੀ ਗੱਲ ਕਰੋ। ਇਸ ਤਰ੍ਹਾਂ ਦੇ ਰੌ ਨੂੰ ਉਹ ਕੌਣ ਸੀਗੇ ਜਿਹੜੇ ਇਹ ਗੱਲ ਕਰ ਰਹੇ ਸੀ? ਨਹੀਂ, ਇਹ ਤਾਂ ਮੈਨੂੰ ਨਹੀਂ ਪਤਾ ਕੌਣ ਸੀ, ਪਰ ਆਪਣੇ ਕੋਲੇ ਤਾਂ ਵੀਡੀਓਜ਼ ਕਾਲ ਆਈ ਤਾਂ ਤੁਸੀਂ ਉਸ ਵੇਲੇ ਕਿੱਥੇ ਸੀ ਜਦੋਂ ਫੋਨ ਆਉਂਦਾ? ਜਦੋਂ ਮੈਨੂੰ ਫੋਨ ਆਉਂਦਾ ਬਾਬਾ ਰਾਜਾ ਰਾਮ ਸਿੰਘ ਜੀ ਦਾ, ਮੈਂ ਆਪਦਾ ਜਿਹੜਾ ਆਪਣਾ ਤੰਬੂ ਸੀ ਜਿੱਥੇ ਆਪਾਂ ਟੈਂਟ ਲਾਇਆ ਹੋਇਆ ਸੀ, ਤੇ ਉੱਥੇ ਵੀ ਲੋਕ ਮੇਰੇ ਕੋਲੇ ਬੈਠੇ ਸੀ, ਅਸੀਂ ਗੱਲਾਂ ਹੀ ਕਰੀ ਜਾਂਦੇ ਸੀ ਵੀ ਹੁਣ ਦੇਖੋ ਕੱਲ ਦਾ ਕੀ ਪਲਾਨ ਬਣਦਾ, ਕਦੋਂ ਅਸੀਂ ਤੁਰਦੇ ਆ, ਹਨਾ। ਉਦੋਂ ਉੱਥੇ ਗੱਲ ਕਰ ਰਹੇ ਹਾਂ। ਜਦੋਂ ਮੈਂ ਤੁਰਿਆ ਤੇ ਇੱਕ ਇਨਫੈਕਟ ਆਪਣੇ ਜਿਹੜਾ ਸੁਖ ਸੋਹਲ ਆਪਣਾ ਸੁਖ ਸੋਹਲ ਨੇ ਮੇਰੀ ਇੰਟਰਵਿਊ ਕੀਤੀ ਜਾਂਦੇ ਹੋਏ ਸਟੇਜ ਵੱਲ, ਤੁਸੀਂ ਉਹ ਇੰਟਰਵਿਊ ਸੁਣੋ। ਉਸ ਇੰਟਰਵਿਊ 'ਚ ਮੈਂ ਸਪਸ਼ਟ ਰੂਪ 'ਚ ਇਹ ਗੱਲ ਕਹੀ ਆ ਵੀ ਜੋ ਕਿਸਾਨ ਆਗੂ ਫੈਸਲਾ ਲੈਣਗੇ ਉਹਦੇ ਨਾਲ ਖੜੇ ਆ, ਕਿਉਂਕਿ ਇਹ ਮੈਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ। ਜਦੋਂ ਅਸੀਂ ਬਾਹਰ ਬੈਠੇ ਆ, ਸਾਡਾ ਤਾਂ ਮੰਤਵ ਇੱਕ ਹੈ ਨਾ, ਉੱਥੇ ਤਾਂ ਸਾਡਾ ਟੀਚਾ ਇੱਕ ਅਸੀਂ ਮਿਥਿਆ ਹੋਇਆ, ਅੰਦਰ ਆਪਸ 'ਚ ਸਾਡੇ ਜੋ ਮਰਜ਼ੀ ਵਖਰੇਵੇਂ ਹੋਣ, ਔਰ ਵਿਚਾਰਾਂ ਦੇ ਵਖਰੇਵੇਂ ਹੋਣੇ ਵੀ ਲਾਜ਼ਮੀ ਆ। ਵਿਚਾਰਾਂ ਦੇ ਵਖਰੇਵਿਆਂ 'ਚ ਹੀ ਕੋਈ ਚੰਗੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ, ਪਰ ਉਹਨੂੰ ਅਸੀਂ ਜੇ ਇਨਸਿਕਿਉਰਿਟੀ ਜਿਹੜੀ ਇੱਕ ਦੂਜੇ ਲਈ ਪੈਦਾ ਕਰ ਲਾਂਗੇ ਜਾਂ ਕੋਈ ਕੰਪੀਟੀਸ਼ਨ ਇੱਕ ਦੂਜੇ ਲਈ ਪੈਦਾ ਕਰ ਲਾਂਗੇ, ਉਸ ਕੰਪੀਟੀਸ਼ਨ ਨੇ ਸਾਨੂੰ ਕੁਝ ਨਹੀਂ ਦੇਣਾ। ਕਿਤੇ ਨਾ ਕਿਤੇ ਇੱਕ ਦੂਜੇ ਪ੍ਰਤੀ ਸਾਨੂੰ ਇੱਕ ਤਾਂ ਇੱਕ ਦੂਜੇ 'ਚ ਵਿਸ਼ਵਾਸ ਉਹ ਬਹੁਤ ਜ਼ਰੂਰੀ ਆ, ਹਨਾ। ਇੱਕ ਦੂਜੇ ਤੇ ਸਾਨੂੰ ਅਗਲੀ ਗੱਲ, ਇੱਕ ਦੂਜੇ ਪ੍ਰਤੀ ਓਨੈਸਟੀ। ਇੱਕ ਨਾ ਭਾਈ ਬੜੀ ਫੇਮਸ ਲਾਈਨ ਆ, ਇੱਕ ਬ੍ਰਿਟਿਸ਼ ਜਿਹੜਾ ਆਪਾਂ ਕਹਿ ਲਈਏ ਵੀ ਲਿਟਰੇਚਰ ਦਾ ਬਹੁਤ ਵੱਡਾ ਉੱਥੇ ਗੁਰੂ ਹੀ ਮੰਨਦੇ ਆ ਉਹਨੂੰ, ਉਹ ਹੋਇਆ ਵੁਲਡਰੋਜ਼। ਉਹਨੇ ਲਿਖੀ ਸੀ that I may not agree with you even 1% what you have said, but I will protect your right to say till the last drop of my blood, right? ਹੁਣ ਹੋ ਸਕਦਾ ਅਸੀਂ ਕਈ ਵਾਰੀ ਇੱਕ ਦੂਜੇ ਨਾਲ ਜਮਾਂ ਹੀ ਐਗਰੀ ਨਾ ਕਰੀਏ, ਪਰ ਤੁਹਾਡਾ ਰਾਈਟ ਟੂ ਸੇ ਤੇ ਮੇਰਾ ਰਾਈਟ ਟੂ ਸੇ ਸਾਨੂੰ ਇੱਕ ਦੂਜੇ ਲਈ ਪ੍ਰੋਟੈਕਟ ਕਰਨਾ ਚਾਹੀਦਾ। ਇਹ ਹੁੰਦੀ ਆ ਟੀਮ ਸਪਿਰਿਟ। ਫਿਰ ਜਦੋਂ ਅਸੀਂ ਸਰਕਾਰ ਨਾਲ ਖੜ ਜਾਂਦੇ, ਉਦੋਂ ਜੇ ਜਥੇਬੰਦੀਆਂ ਨੇ ਕਹਿਤਾ ਸੀ ਵੀ ਰਿੰਗ ਰੋਡ ਨਹੀਂ ਜਾਣਾ, ਅਸੀਂ ਦੂਜੇ ਰੂਟ ਤੇ ਜਾਣਾ ਹੈ ਜੋ ਤੈਅ ਕੀਤਾ ਉਹਨਾਂ ਨੇ, ਤੁਸੀਂ ਉਦੋਂ ਕਹਿ ਦਿੰਦੇ ਕਿ ਉਸੇ ਰੂਟ ਤੇ ਤੁਰੋ? ਨਹੀਂ, ਇਹੀ ਗੱਲ ਹੁਣ ਤੁਸੀਂ ਇਹ ਦੇਖੋ, ਜਦੋਂ 15,000 10,000 ਲੋਕ ਤੁਹਾਡੇ ਸਾਹਮਣੇ ਬੈਠੇ ਹੋਣ ਤੇ ਉਹ 10,000 ਲੋਕਾਂ ਦਾ ਰੌਂ ਕੀ ਆ? ਦੇਖੋ ਇੱਕ ਪਬਲਿਕ ਡੀਲਿੰਗ ਵੀ ਤਾਂ ਗੱਲ ਹੁੰਦੀ ਹੈ ਨਾ, ਪਬਲਿਕ ਮੈਨੇਜਮੈਂਟ ਵੀ ਤਾਂ ਗੱਲ ਹੁੰਦੀ ਆ। ਤੁਸੀਂ ਇੱਕ ਜਜ਼ਬਾਤ ਉਹਨਾਂ ਦੇ ਜਗਾਏ ਇਹ ਹੋਏ ਆ ਵੀ ਆਪਾਂ ਰਿੰਗ ਰੋਡ ਤੇ ਜਾ ਕੇ ਪਰੇਡ ਕਰਨੀ ਆ, ਇੱਥੋਂ ਤੱਕ ਕਿ ਸੰਯੁਕਤ ਕਿਸਾਨ ਮੋਰਚਾ ਸਾਡਾ ਹੀ ਮੋਰਚਾ, ਉਹਦੀ ਸਟੇਜ ਤੋਂ ਇਹੋ ਜਿਹੀਆਂ ਗੱਲਾਂ ਬੋਲੀਆਂ ਗਈਆਂ ਵੀ ਕੋਈ ਪ੍ਰਧਾਨ ਮੰਤਰੀ ਨਹੀਂ ਝੰਡਾ ਚੜਾਊਗਾ, ਕੋਈ ਰਾਸ਼ਟਰਪਤੀ ਨਹੀਂ ਚੜਾਊਗਾ, ਕਿਸਾਨ ਜਾਣਗੇ ਉੱਤੇ ਝੰਡਾ ਚੜਾਉਣਗੇ। ਤੁਸੀਂ ਇਹ ਦੇਖੋ, ਇਹ ਸਟੇਟਮੈਂਟਸ ਤਾਂ ਸਾਰੀਆਂ ਪਈਆਂ। ਹੁਣ ਇਹਦਾ ਵੀ ਇੱਕ ਢੰਗ ਆ, ਜਦੋਂ ਆਪਾਂ ਇਹ ਗੱਲ ਕਹੀ ਵੀ ਸਾਂਝਾ ਫੈਸਲਾ ਲੈਣਾ, ਸਾਂਝਾ ਫੈਸਲਾ ਲਓ, ਔਰ ਉੱਥੇ ਅਸੀਂ ਇਹ ਕਿਹਾ ਵੀ ਹੁਣ ਅਸੀਂ ਉੱਥੇ ਸੰਗਤ ਨੇ 5 ਨਾਂ ਦਿੱਤੇ ਵੀ ਆਹ 5 ਨਾਂ ਸਾਡੇ ਜੋ ਅੱਜ ਜਜ਼ਬਾਤ ਆ, ਸੰਗਤ ਦੇ ਜਜ਼ਬਾਤ ਆ, ਉਹ ਜਜ਼ਬਾਤਾਂ ਦੀ ਜਿਹੜੀ ਗੱਲ, ਕਿਉਂਕਿ ਸਾਨੂੰ ਬੁਲਾਇਆ ਇਹ ਕਹਿ ਕੇ ਗਿਆ ਸੀ ਵੀ ਰਿੰਗ ਰੋਡ ਜਾਣਾ, ਹੁਣ ਇਹ ਕੋਈ ਵੱਖਰਾ ਰੂਟ ਦੇ ਰਹੇ ਆ, ਉਹਦੀ ਉਸ ਜਜ਼ਬਾਤਾਂ ਨੂੰ ਕਿਸਾਨ ਜਿਹੜੇ ਸਾਡੇ ਆਗੂ ਆ ਉਹਨਾਂ ਦੇ ਅੱਗੇ ਰੱਖੋ, ਇੰਨੀ ਗੱਲ ਹੀ ਸੀ, ਕੋਈ ਏਡੂ ਹੋਰ ਵੱਡੀ ਗੱਲ ਨਹੀਂ ਸੀ। ਤੁਸੀਂ ਕੋਸ਼ਿਸ਼ ਕੀਤੀ ਕਿਸੇ ਨਾਲ ਉਸ ਦਿਨ ਗੱਲਬਾਤ ਕਰਨ ਦੀ, ਬਲਬੀਰ ਸਿੰਘ ਰਾਜੇਵਾਲ ਨਾਲ ਜਾਂ ਉਗਰਾਹਾਂ ਸਾਹਿਬ ਨੂੰ ਫੋਨ ਕੀਤਾ ਜਾਂ ਕਿਸੇ ਨਾਲ ਕੋਸ਼ਿਸ਼ ਕੀਤੀ? ਦੇਖੋ ਉਗਰਾਹਾਂ ਸਾਹਿਬ ਤਾਂ ਉੱਥੇ ਹੈ ਨਹੀਂ, ਉਹ ਤਾਂ ਟਿਕਰੀ ਬਾਰਡਰ ਆ,
ਰਾਜੇਵਾਲ ਸਾਹਿਬ ਜਾਂ ਹੋਰ ਜਿਹੜੇ ਸਾਡੇ ਕਿਸਾਨ ਆਗੂ ਆ ਸਾਰਿਆਂ ਨਾਲ ਇੱਕ ਸਾਂਝੀ ਮੀਟਿੰਗ ਦੀ ਬੜੀ ਕੋਸ਼ਿਸ਼ ਕੀਤੀ, 2-3 ਘੰਟੇ ਇਸੇ ਗੱਲ ਤੇ ਵੇਟ ਕਰਦੇ ਰਹੇ ਵੀ ਹੁਣ ਮਿਲਦੇ ਆ, ਹੁਣ ਮਿਲਦੇ ਆ, ਹੁਣ ਮਿਲਦੇ ਆ। 25 ਦੀ ਰਾਤ ਜਾਂ ਉਸ ਤੋਂ ਪਹਿਲਾਂ? 25 ਦੀ ਰਾਤ ਨਹੀਂ, ਮੈਂ ਤਾਂ ਹਮੇਸ਼ਾ ਤੋਂ ਹੀ ਕੋਸ਼ਿਸ਼ ਕਰਦਾ ਰਿਹਾ ਸੀ। ਮੈਂ ਤਾਂ ਓਪਨ ਲੈਟਰ ਤੱਕ ਲਿਖਿਆ ਸੀ, ਉਹ ਵੀ ਮੇਰੇ ਫੇਸਬੁੱਕ ਤੇ ਪਿਆ ਹੋਊਗਾ, ਹਨਾ। ਤੁਸੀਂ ਜਦੋਂ ਓਪਨ ਲੈਟਰ ਲਿਖਿਆ ਮੈਂ ਵੀ ਸਾਡੇ ਵਖਰੇਵੇਂ ਹੋ ਸਕਦੇ ਆ, ਪਰ ਸਾਡੇ ਮੋਰਚੇ ਲਈ ਜਾਂ ਸਾਡੀ ਜਿੱਤ ਲਈ ਅਸੀਂ ਇੱਕ ਦੂਜੇ ਦੇ ਨਾਲ ਬੈਠੀਏ, ਇੱਕ ਦੂਜੇ ਦੀਆਂ ਗੱਲਾਂ ਸੁਣੀਏ, ਇੱਕ ਦੂਜੇ ਦੇ ਨਾਲ ਆਪਾਂ ਜਦੋਂ ਸਾਂਝੇ ਕਰਾਂਗੇ ਕੋਈ ਸਟ੍ਰੈਟਜੀਜ਼, ਹੋ ਸਕਦਾ ਕੋਈ ਚੰਗੀ ਗੱਲ ਇੱਕ ਦੂਜੇ ਤੋਂ ਆਪਾਂ ਇੱਕ ਸਿਖਾ ਦਈਏ ਜਾਂ ਮੈਂ ਤੁਹਾਨੂੰ ਦੱਸ ਜਾਂ ਤਾਂ ਤੁਸੀਂ ਮੈਨੂੰ ਸਮਝਾ ਦਿਓ। ਦੇਖੋ ਇੱਕ ਟੀਮ ਵਰਕ ਤਾਂ ਹੀ ਹੁੰਦਾ ਨਾ, ਜਦੋਂ ਇੱਕ ਮੋਰਚਾ ਲੜੀ ਜਾਂਦੇ ਆ, ਉੱਥੇ ਅਸੀਂ ਇੱਕ ਦੂਜੇ ਨੂੰ ਥੱਲੇ ਸਿੱਟਾਂਗੇ ਜਾਂ ਕੋਈ ਇਨਸਿਕਿਉਰਿਟੀ ਇੱਕ ਦੂਜੇ ਪ੍ਰਤੀ ਰੱਖਾਂਗੇ ਵੀ ਦੇਖੋ ਜੇ ਇਹ ਮੇਰੀ ਸਪੇਸ ਲੈ ਗਿਆ ਜਾਂ ਇਹ ਜ਼ਿਆਦਾ ਚਮਕ ਗਿਆ, ਇਹ ਕੋਈ ਗੱਲਾਂ ਨਹੀਂ ਹੁੰਦੀਆਂ। ਇਨ ਦੀ ਐਂਡ ਆਫ ਦਾ ਡੇ ਇਹ ਵੀ ਹਿਊਮਨ ਟੈਂਡੈਂਸੀ ਆ, ਜਦੋਂ ਤੁਸੀਂ ਇੱਕ ਐਜੀਟੇਸ਼ਨ ਲੜ ਰਹੇ ਹੋ ਨਾ, ਉਦੋਂ ਤੁਹਾਡਾ ਵਾਰ ਆਫ ਆਈਡੀਆਜ਼ ਐਂਡ ਵਾਰ ਆਫ ਵਿਟਸ ਜਿਹੜਾ ਉਹ ਸਰਕਾਰ ਨਾਲ ਤਾਂ ਤੁਸੀਂ ਲੜ ਹੀ ਰਹੇ ਹੁੰਦੇ ਆ, ਉੱਥੇ ਵਾਰ ਆਫ ਆਈਡੀਆਜ਼ ਦੀ ਵੀ ਵਾਰ ਚੱਲਦੀ ਆ, ਵਿਟਸ ਦੀ ਵੀ ਵਾਰ ਚੱਲਦੀ ਆ। ਇੱਕ ਤੁਹਾਡਾ ਵਾਰ ਆਫ ਆਈਡੀਆਜ਼ ਐਂਡ ਵਾਰ ਆਫ ਵਿਟਸ ਉਹ ਤੁਹਾਡੇ ਆਪਦੇ ਬੰਦਿਆਂ ਨਾਲ ਵੀ ਹੁੰਦਾ, ਇੱਕ ਕੰਪੀਟੀਸ਼ਨ ਤਾਂ ਹੁੰਦਾ, ਪਰ ਉਹਨੂੰ ਬੜਾ ਸਹਿਜ ਤੇ ਬੜਾ ਹੈਲਥੀ ਰੱਖਣਾ ਪਰ ਉਹ ਅਗਲੀ ਹੋ ਗਿਆ ਨਾ, ਉਹ ਇੰਨਾ ਅਗਲੀ ਹੋ ਗਿਆ। ਮੈਂ ਖੈਰ ਉਹਦੇ ਤੇ ਆਉਣਾ, ਇਹ ਸਵਾਲ ਮੈਂ ਬਾਅਦ ਦੇ ਵਿੱਚ ਕਰੂੰਗਾ। ਮੈਨੂੰ ਕ੍ਰੋਨਿਕਲ ਆਰਡਰ ਦੇ ਵਿੱਚ ਮੈਂ ਚਾਹੁੰਦਾ ਕਿ ਚੀਜ਼ਾਂ ਸਮਝਾਓ ਤੁਸੀਂ ਉਸ ਰਾਤ ਉੱਥੇ ਜਦੋਂ ਸਪੀਚ ਦਿੰਦੇ ਹੋ, ਉਸ ਤੋਂ ਬਾਅਦ ਦੀਪ ਸਿੱਧੂ ਕਿੱਥੇ ਜਾਂਦੇ ਆ? ਦੀਪ ਸਿੱਧੂ, ਕਿਉਂਕਿ ਤਸਵੀਰਾਂ ਆਈਆਂ, ਤਸਵੀਰਾਂ 'ਚ ਕਿਹਾ ਗਿਆ ਕਿ ਦੀਪ ਸਿੱਧੂ ਸਵੇਰੇ ਤੜਕੇ ਹੀ ਲਾਲ ਕਿਲੇ ਦੇ ਬਾਹਰ ਸੀ, ਇਹ ਸਭ ਪਲਾਨਡ ਸੀਗਾ, ਲਾਲ ਕਿਲੇ ਤੇ ਜਾਣਾ ਪਲਾਨਡ ਸੀਗਾ। ਇੱਕ ਤਸਵੀਰ ਆਈ ਜਿਹਦੇ ਪਿੱਛੇ ਇਕੱਠ ਨਹੀਂ ਹੈ, ਖਾਲੀ ਹੈ ਲਾਲ ਕਿਲੇ ਦੇ ਮਗਰ, ਔਰ ਉਹ ਇਸ ਤਰ੍ਹਾਂ ਲੱਗ ਰਿਹਾ ਕਿ ਸਵੇਰੇ 6:30-7 ਵਜੇ ਦੀਪ ਸਿੱਧੂ ਪਹੁੰਚ ਜਾਂਦੇ ਆ ਔਰ ਮੌਕਾ ਵੇਖ ਕੇ ਉੱਥੇ ਨਿਸ਼ਾਨ ਸਾਹਿਬ ਚਲਾਉਂਦੇ ਤੇ ਫਿਰ ਉੱਥੋਂ ਤਿੱਤਰ ਹੋ ਜਾਂਦੇ ਆ। ਇਹ ਸਮਝਾਓ ਕਿ ਤੁਸੀਂ ਕਿੱਥੇ ਸੀਗੇ। ਮੈਂ ਤੁਹਾਨੂੰ ਦੱਸਦਾ ਜੀ, 25 ਤਰੀਕ ਨੂੰ ਰਾਤ ਨੂੰ ਜਦੋਂ ਮੈਂ ਸਟੇਜ ਤੋਂ ਸਪੀਚ ਦਿੱਤੀ ਆ, ਉਸ ਤੋਂ ਬਾਅਦ ਆਪਾਂ 2 ਜਾਂ 3 ਘੰਟੇ ਕਿਸਾਨ ਆਗੂਆਂ ਦੀ ਵੇਟ ਕੀਤੀ। ਇਹ ਤਾਂ ਸਾਰੀ ਸੰਗਤ ਨੂੰ ਪਤਾ, ਆਪਣੇ ਨਿਹੰਗ ਸਿੰਘ ਵੀ ਨਾਲ ਸੀ, ਬਾਬਾ ਰਾਜਾ ਰਾਮ ਸਿੰਘ, ਬਾਬਾ ਅਮਨ, ਸਾਰੇ ਨਾਲ ਸੀ। ਉਦੋਕੇ ਸਾਹਿਬ ਆਪਣਾ ਲਿਰਿਸਿਸਟ ਆ ਜਿਹੜਾ ਤੇ ਸਿੰਗਰ ਵੀਰ ਸਿੰਘ, ਹਨਾ, ਹੋਰ ਸਾਰੇ ਬੰਦੇ ਇਹ ਸਾਰੇ ਨਾਲ ਸੀ। ਅਸੀਂ ਵੇਟ ਕੀਤੀ, ਵੇਟ ਕਰੀ ਗਏ ਵੀ ਇਹਨਾਂ ਸਾਰਿਆਂ ਨਾਲ ਗੱਲ ਕਰਨੀ ਆ। ਈਵਨ ਸਰਦਾਰ ਮਨਧੀਰ ਸਿੰਘ ਵਰਗਿਆਂ ਨੇ ਕੋਸ਼ਿਸ਼ ਕੀਤੀ। ਉਦੋਂ ਬਾਅਦ ਸਰਦਾਰ ਅਜੇਪਾਲ ਸਿੰਘ ਬਰਾੜੇ, ਸਾਰੇ ਬੰਦੇ ਮੌਜੂਦ ਸੀ ਔਰ ਇਹ ਰਿਸਪੌਂਸਿਬਲ ਬੰਦੇ ਆ ਸਾਰੇ ਜਿਹੜੇ ਆਪਾਂ ਨਾਲ ਲੈਨੇ ਆ, ਔਰ ਇਹਨਾਂ ਨੇ ਐਜੀਟੇਸ਼ਨ 'ਚ ਜੋ ਮਰਜ਼ੀ ਕਹੀ, ਇਹਨਾਂ ਦੀ ਕੰਟਰੀਬਿਊਸ਼ਨ ਆ ਬਾਈ ਹਰ ਬੰਦੇ ਦੀ, ਹਨਾ। ਫॉर दैट ਮੈਟਰ ਇਵਨ ਲੱਖੇ ਨੂੰ ਫੋਨ ਕਰਤਾ ਸੀ ਵੀ ਬਾਈ ਆ ਜਾਓ, ਆਪਾਂ ਗੱਲ ਕਰਨੀ ਆ ਕਿਸਾਨ ਆਗੂਆਂ ਨਾਲ। ਇੱਥੇ ਜਿਹੜੇ ਲੋਕ ਆ, ਔਰ ਉਹਨੂੰ ਪਤਾ ਸੀ ਇਹ ਗੱਲ ਦਾ, ਉਹਨੂੰ ਵੀ ਇੱਥੇ ਲੋਕ ਭੜਕੇ ਹੋਏ ਆ ਇਸ ਟਾਈਮ, ਔਰ ਉਹ ਥੋੜਾ ਜਿਹਾ ਬਿਟਰੇਡ ਫੀਲ ਕਰ ਰਹੇ ਆ, ਹਨਾ। ਉਹ ਨਹੀਂ ਮਿਲੇ, ਉਹ ਕਹਿੰਦੇ ਜੀ ਨਹੀਂ ਮਿਲੇ। ਤੇ ਸਾਨੂੰ ਇੱਕ ਆਪਣਾ ਦਵਿੰਦਰ ਸੇਖੋਂ ਆ, ਉਹਨਾਂ ਨੇ ਆ ਕੇ ਇਹ ਮੈਸੇਜ ਦਿੱਤਾ ਵੀ ਉਹ ਬੰਦੇ ਇਕੱਠੇ ਕਰ ਲਏ ਆ, ਤੁਹਾਡੇ ਤੇ ਹੋ ਸਕਦਾ ਅਟੈਕ ਹੋ ਜੇ। ਕਿਹਨੇ ਬੰਦੇ ਇਕੱਠੇ ਕਰ ਲਏ? ਇਹ ਹੁਣ ਬਾਈ ਆਪਾਂ ਇਹਨਾਂ ਗੱਲਾਂ 'ਚ ਨਹੀਂ ਪੈਂਦੇ। ਆਈ ਡੋਨਟ ਵਾਂਟ ਟੂ ਬਲੇਮ ਐਨੀਬਡੀ, ਆਈ ਰੀਅਲੀ ਡੋਨਟ, ਸਭ ਪਤਾ ਮੈਨੂੰ, ਹਨਾ। ਉਹ ਪ੍ਰਤੱਖ ਵੀ ਆ ਆਪਣੇ ਕੋਲੇ, ਤਾਂ ਜਿਹੜੇ ਅੱਖੀਂ ਦੇਖੇ ਉੱਥੇ ਬੰਦੇ ਬੈਠੇ ਸੀ ਉਹ ਵੀ ਆ, ਪਰ ਮੈਂ ਉਸੇ ਰਾਤ ਬੰਦੇ ਇਕੱਠੇ, ਉਸੇ ਰਾਤ ਸਟੇਜ ਤੇ ਵੀ ਕੋਈ ਅਟੈਕ ਹੁੰਦਾ ਤੁਹਾਡੇ ਸਟੇਜ ਤੇ ਵੀ ਮੈਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ, ਹਨਾ। ਪਰ ਉਹ ਗੱਲਾਂ ਆਪਾਂ ਸਾਰੀਆਂ ਛੱਡ ਦਿੰਨੇ ਆ ਹੁਣ। ਵੀ ਡੋਨਟ ਵਾਂਟ ਟੂ ਗੈਟ ਇਨਟੂ ਦੈਟ, ਇਟਸ ਨਾਟ ਰੈਲੇਵੈਂਟ ਐਨੀਮੋਰ। ਅੱਜ ਦੀ ਰੈਲੇਵੈਂਟ ਗੱਲ ਕਰਦੇ ਆ, ਪਰ ਇਹ ਤਾਂ ਚਲੋ ਗੱਲ ਛਿੜ ਗਈ ਤਾਂ ਆਪਾਂ ਹੁਣ ਕਰ ਲੈਂਦੇ ਆ। ਇੰਨੀ ਕੁ ਗੱਲ ਆਪਾਂ ਟੱਚ ਕਰਦੇ ਆ ਵੀ ਉਦੋਂ ਹੋਇਆ ਕੀ। ਅੱਛਾ, ਉੱਥੇ ਕਹਿੰਦੇ ਵੀ ਤੁਹਾਡੇ ਤੇ ਅਟੈਕ ਹੋ ਸਕਦਾ, ਕਿਉਂਕਿ ਸਾਨੂੰ ਕੱਲਿਆਂ ਨੂੰ ਬੁਲਾਇਆ ਗਿਆ ਸੀ, ਤੁਸੀਂ ਇੱਥੋਂ ਚਲੇ ਜਾਓ। ਅਸੀਂ ਚਲੇ ਗਏ। ਉਸ ਵੇਲੇ ਉੱਥੇ ਇੰਨੀ ਸੰਗਤ ਪਹੁੰਚੀ ਹੋਈ ਸੀ ਵੀ ਸਾਰੀਆਂ ਰੋਡਸ ਜੈਮ ਸੀ, ਜਿਹੜੇ ਆਪਣੇ ਬਾਈਲੇਨਸ ਸੀ ਉਹ ਵੀ ਜੈਮ ਸੀ। ਅਸੀਂ ਉਹਦੇ ਰਾਤ ਨੂੰ ਮੈਨੂੰ ਇਹ ਕਿਹਾ ਗਿਆ ਵੀ ਤੰਬੂ 'ਚ ਨਾ ਰਹੋ, ਤੁਸੀਂ ਐਂ ਕਰੋ ਸ਼੍ਰੀ ਜੀ, ਕਿਉਂਕਿ ਮੇਰਾ ਸਮਾਨ ਉੱਥੇ ਵੀ ਪਿਆ ਹੁੰਦਾ ਸੀ, ਮੈਂ ਰਾਤ ਨੂੰ ਉੱਥੇ ਜਾ ਕੇ। ਇਹ ਵੀ ਤੁਹਾਡੇ ਤੇ ਦੋਸ਼ ਲੱਗੇ ਕਿ ਰਹਿੰਦੇ ਹੋਟਲਾਂ 'ਚ ਸੀ ਦੀਪ ਸਿੱਧੂ? ਨਹੀਂ, ਉਹ ਕੋਈ ਗੱਲ ਨਹੀਂ। ਦੀਪ ਸਿੱਧੂ ਇੱਕ ਐਕਟਰ ਆ ਯਾਰ। ਦੀਪ ਸਿੱਧੂ ਦੀ ਜ਼ਿੰਦਗੀ 'ਚ ਡਰਾਸਟਿਕ ਚੇਂਜ ਨਾ ਐਕਸਪੈਕਟ ਕਰੋ ਨਾ। ਦੀਪ ਸਿੱਧੂ ਅੱਜ ਵੀ ਆਪਦਾ ਐਂਟਰਟੇਨਮੈਂਟ ਦਾ ਜਿਹੜਾ ਇੱਕ ਆਪਦਾ ਕਹਿ ਲਓ ਵੀ ਉਹ ਵੀ ਨਾਲ ਪ੍ਰੋਫੈਸ਼ਨ ਲੈ ਕੇ ਚੱਲਦਾ ਨਾ। ਤੇ ਉਹ ਕੋਈ ਹੋਟਲਾਂ 'ਚ ਰਹਿਣਾ ਜਾਂ ਅਸੀਂ ਤੰਬੂਆਂ 'ਚ ਰਹਿਣਾ, ਇੰਨੀਆਂ ਇਹ ਕੋਈ ਪਰਖਾਂ ਨਹੀਂ ਹੁੰਦੀਆਂ। ਇਸ ਕਸੌਟੀ ਤੇ ਨਹੀਂ ਬੰਦੇ ਪਰਖੇ ਜਾਂਦੇ, ਹਨਾ। ਜਦੋਂ ਕੋਈ ਬੰਦੇ ਨੂੰ ਟਾਈਮ ਲੱਗਦਾ ਉਹ ਹੋਟਲ 'ਚ ਚਲਾ ਜਾਊਗਾ, ਜਦੋਂ ਟਾਈਮ ਲੱਗਦਾ ਉਹ ਆਪਦੇ ਤੰਬੂ 'ਚ ਸੌਂ ਜਾਊਗਾ, ਕਿਉਂਕਿ ਤੰਬੂ 'ਚ ਵੀ ਸੁੱਤੇ ਆ। ਹੁਣ ਗੱਲ ਦੇਖੋ ਤੁਸੀਂ, ਜਦੋਂ ਤੰਬੂ 'ਚ ਸੁੱਤਾ, ਸਵੇਰੇ 5 ਵਜੇ 4 ਵਜੇ ਸੰਗਤ ਖੜੀ ਹੁੰਦੀ ਸੀ, ਬਾਈ ਜੀ ਫੋਟੋ ਕਰਾ ਲਓ।
ਸੌਂਦੇ ਕਿੰਨੇ ਵਜੇ ਸੀ? ਰਾਤ ਨੂੰ 2 ਵਜੇ, ਕਿਉਂਕਿ ਸਾਰਿਆਂ ਨੂੰ ਅਟੈਂਡ ਕਰਨਾ। ਸੋ ਪ੍ਰੈਕਟੀਕਲ ਪ੍ਰੋਬਲਮਸ ਨਹੀਂ ਨਾ ਪਤਾ ਵੀ ਤੁਸੀਂ ਸੁੱਤੇ ਪਏ ਹੋ ਤੇ ਤੁਹਾਡੇ ਸਿਰਹਾਣੇ ਤੇ ਲੋਕ ਖੜੇ ਆ ਬਾਈ, ਗੱਲ ਕਰਨੀ ਆ ਬਾਈ। ਹੁਣ ਉਹ ਤਾਂ ਆਪਦਾ ਇੱਕ ਚੰਗੇ ਜਜ਼ਬਾਤ, ਓਨੈਸਟ ਜਜ਼ਬਾਤ ਲੈ ਕੇ ਤੁਹਾਡੇ ਕੋਲੇ ਆਏ ਆ, ਉਹਨਾਂ ਨੂੰ ਵੀ ਕਿਵੇਂ ਮਨਾ ਕਰ ਦੋ? ਸੋ ਫਿਰ ਤੁਹਾਡੇ ਵਾਸਤੇ ਇੱਕ ਰੈਸਟ ਵੀ ਜ਼ਰੂਰੀ ਹੈ ਯਾਰ। ਤੁਸੀਂ ਇੱਥੋਂ ਵੀ ਸੋਚਣਾ ਤੇ ਫਿਜ਼ੀਕਲੀ ਵੀ ਕੰਮ ਕਰਨਾ, ਹਨਾ। ਸੋ ਐਨੀਵੇਜ਼ ਤੰਬੂ 'ਚ ਨਹੀਂ ਸੁੱਤੇ ਤੇ ਮੈਨੂੰ ਲੱਗੇ 4-4.5 ਘੰਟੇ ਉੱਥੋਂ ਸ਼੍ਰੀ ਜੀ ਤੱਕ ਜਾਣ ਤੇ, ਮੂਰਥਲ ਜਾਣ ਤੇ। ਸਵੇਰੇ 6:30 ਵਜੇ 6:30 ਉੱਥੇ ਪਹੁੰਚੇ ਆ। ਇਹ ਤਾਂ ਸਾਰਾ ਕੁਝ ਵੀਡੀਓਜ਼ ਤੇ ਆ ਨਾ, ਸੀਸੀਟੀਵੀ ਕੈਮਰਾਸ ਤੇ ਆ। ਕੋਰਟ ਨੇ ਇਹੀ ਸਭ ਕੁਝ ਦੇਖ ਕੇ ਤਾਂ ਆਪਾਂ ਨੂੰ ਨਿਰਦੋਸ਼ ਮੰਨਿਆ। ਉਦੋਂ ਬਾਅਦ 7:30 ਵਜੇ ਮੈਂ ਸੁੱਤਾ, ਕਿਉਂਕਿ 8 ਵਜੇ ਸਵੇਰੇ 26 ਦੀ ਸਵੇਰ। ਔਰ ਉਹ ਵੀ ਮੈਂ ਇਸ ਕਰਕੇ ਸੁੱਤਾ, ਮੇਰੇ ਜਿਹੜੇ ਨਾਲ ਦੋਸਤ ਸੀ ਉਹ ਕਹਿੰਦੇ ਵੀ ਤੂੰ ਸੌਣਾ, ਤੂੰ ਵਾਪਸ ਚਲਾ ਜਾ। 2 ਰਾਤਾਂ ਦਾ ਮੇਰਾ ਤੇ 2 ਦਿਨਾਂ ਦਾ ਅਨੀਂਦਰਾ, ਜਮਾ ਹੀ ਨਹੀਂ ਸੁੱਤਾ ਸੀ। ਮੈਂ ਕਿਹਾ ਜੀ ਮੈਨੂੰ 2-3 ਘੰਟਿਆਂ ਦੀ ਰੈਸਟ ਕਰ ਲੈਣ ਦਿਓ, ਕਿਉਂਕਿ ਜਿਹੜਾ ਪਲਾਨ ਆ ਅਦਰਵਾਈਜ਼ ਇਹ ਹੋਇਆ ਸੀ ਵੀ ਸਵੇਰੇ ਜਿਹੜੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਉਹ ਘੋੜੇ ਲੈ ਕੇ ਜਾਣਗੀਆਂ ਤੇ ਉਹਨਾਂ ਨੇ ਇੱਕ ਘੋੜਾ ਮੇਰੇ ਵਾਸਤੇ ਵੀ ਤਿਆਰ ਕੀਤਾ ਸੀ ਵੀ ਆਪਾਂ 8 ਵਜੇ ਤੁਰਾਂਗੇ। ਫਿਰ ਮੈਂ ਬਾਬਾ ਰਾਜਾ ਰਾਮ ਸਿੰਘ ਨੂੰ ਵੀ ਫੋਨ ਕੀਤਾ, ਮੈਂ ਕਿਹਾ ਜੀ ਮੈਂ 8 ਵਜੇ ਨਹੀਂ ਆਉਣਾ, ਮੈਂ ਥੋੜੀ ਜਿਹੀ ਰੈਸਟ ਕਰ ਲੈਣਾ ਤੇ ਮੈਂ ਬਾਅਦ ਚ ਤੁਹਾਨੂੰ ਜੁਆਇਨ ਕਰ ਲੂੰਗਾ। ਹੁਣ ਮੈਂ 11:45 ਵਜੇ ਉੱਠਿਆ ਬਾਈ। ਉਦੋਂ ਤੱਕ ਜੋ ਜਾਹੋ ਜਲਾਲ ਸੀ, ਜਿਸ ਤਰ੍ਹਾਂ ਰੈਲੀ ਸ਼ੁਰੂ ਹੋਈ, ਬੜੀ ਸੰਗਤ ਚ ਵੀ ਉਤਸ਼ਾਹ, ਜਿਨ੍ਹਾਂ ਨੂੰ ਫੋਨ ਕਰਦੇ ਸੀ ਹਨਾ, ਉਹ ਇਹ ਕਹਿੰਦੇ ਸੀ ਵੀ ਬਾਈ ਇੱਥੇ ਤਾਂ ਮਾਹੌਲ ਹੀ ਕੁਝ ਹੋ ਰਿਹਾ ਯਾਰ। ਤੇ ਸਾਨੂੰ ਵੀ ਬੜੀ ਖੁਸ਼ੀ ਸੀ ਸਾਰਿਆਂ ਨੂੰ ਵੀ ਅੱਜ ਡੈਫੀਨੇਟਲੀ ਸਾਡੇ ਸਾਰੇ ਲੋਕ ਆਏ ਹੋਏ ਆ, ਜਿਸ ਲੈਵਲ ਤੱਕ ਅਸੀਂ ਐਜੀਟੇਸ਼ਨ ਨੂੰ ਜਾਂ ਆਪਣੇ ਅੰਦੋਲਨ ਨੂੰ ਲੈ ਗਏ। ਇੱਕ ਸ਼ਿਖਰ ਸੀ ਉਹਦਾ, ਔਰ ਬੜਾ ਹੀ ਇੱਕ ਵੱਖਰੀ ਜਿਹੜੀ ਤੁਸੀਂ ਇਹ ਕਹਿ ਲਓ ਵੀ ਉਹ ਹਵਾ 'ਚ ਹੀ ਰਵਾਨਗੀ ਸੀ ਉੱਤੇ, ਹਨਾ। ਔਰ ਜਦੋਂ 26 ਤਰੀਕ ਨੂੰ 11:45 ਵਜੇ ਉੱਠਿਆ ਮੈਂ, ਤਿਆਰ ਤਿਉਰ ਹੋ ਕੇ ਉੱਥੋਂ 12:15 ਜਾਂ 12:30 ਨਿਕਲੇ ਆ ਬਾਈ। ਉਹਨਾਂ ਨੂੰ ਪੈਸੇ ਦੇ ਕੇ ਚੈੱਕ ਆਊਟ ਕਰਕੇ, ਕਿਉਂਕਿ ਉਸ ਤੋਂ ਬਾਅਦ ਮੇਰਾ ਪਲਾਨ ਇਹ ਸੀ ਵੀ ਮੈਂ 2 ਦਿਨ ਪੰਜਾਬ ਆ ਕੇ ਰਹੂੰਗਾ। ਉੱਥੇ ਰੈਸਟ ਵੀ ਨਹੀਂ ਹੋ ਰਹੀ ਸੀ ਤੇ ਬੜਾ ਤੁਹਾਨੂੰ ਪਤਾ ਉਹ ਸਮਾਂ ਜੇ ਤੁਸੀਂ ਯਾਦ ਕਰੋ ਤਾਂ ਵੀ ਬੜਾ ਬਿਜ਼ੀ, ਹਰ ਬੰਦੇ ਨੂੰ ਅਟੈਂਡ ਕਰਨਾ, ਮਿਲਣਾ। ਸਾਡੇ NRIs ਵੀ ਆ ਰਹੇ ਆ, ਪਿੰਡੋਂ ਵੀ ਬੰਦੇ ਆ ਰਹੇ ਆ, ਪਿੰਡਾਂ ਚੋਂ ਹੋਰ ਪਾਸਿਓਂ ਹੋਰ ਸਟੇਟਸ ਦੇ ਬੰਦੇ ਵੀ ਆ ਰਹੇ ਆ। ਸੋ 12:30 ਵਜੇ ਨਿਕਲੇ ਉੱਥੋਂ। ਤਾਂ ਜਿਹੜੇ ਨਾਲ ਮੇਰੇ ਉਦੋਂ ਸੀਗੇ ਮੇਰੇ ਦੋਸਤੋ ਕਹਿੰਦੇ ਬਾਈ ਯਾਰ ਆਪਾਂ ਸਿੱਧੇ ਰਾਹ ਤਾਂ ਜਾ ਨਹੀਂ ਸਕਦੇ, ਆਪਾਂ ਐਂ ਕਰਦੇ ਆ, ਮੈਂ ਇੱਕ ਨਾ ਸਰਚ ਕਰਦਾ ਤੁਹਾਡੇ ਵਾਸਤੇ ਵੀ ਆਪਾਂ ਤੁਹਾਨੂੰ ਅੱਗੇ ਰਲਾ ਦਈਏ ਆਪਣੇ ਬੰਦਿਆਂ ਨਾਲ ਤੇ ਕੋਈ ਰਾਹ ਲੱਭਦੇ ਆ ਇਹੋ ਜਿਹਾ। ਫਿਰ ਉਹਨਾਂ ਨੇ ਜਦੋਂ ਸਰਚ ਕੀਤਾ ਆਪਣਾ ਇਹਦੇ ਤੇ ਗੂਗਲ ਮੈਪਸ ਤੇ, ਤਾਂ ਰਾਹ ਮਿਲਿਆ ਉੱਥੋਂ ਸੋਨੀਪਤ ਤੋਂ ਲੈਫਟ ਲੈ ਲਓ ਬਾਗਪਤ ਰੋਡ ਤੋਂ ਸਹਾਰਨਪੁਰ ਰੋਡ ਤੋਂ ਵਜ਼ੀਰਾਬਾਦ, ਫਿਰ ਪਿੱਛੋਂ ਦੀ ਜਮਨਾ ਕ੍ਰਾਸ ਕਰੋ, ਕਿਉਂਕਿ ਉਦੋਂ ਤੱਕ ਅਸੀਂ ਐਕਚੁਅਲੀ ਜਾਣਾ ਸੀ ਕਰਨਾਲ ਜਿਹੜਾ ਉਹ ਬਾਈਪਾਸ ਤੇ, ਕਿਉਂਕਿ ਉੱਥੋਂ ਅਸੀਂ ਜੁਆਇਨ ਕਰਨਾ ਸੀ। ਉਦੋਂ ਤੱਕ ਸਾਰੀ ਸੰਗਤ ਤਾਂ ਹੌਲੀ ਹੌਲੀ ਪਹੁੰਚੇ ਨਾ, ਕਿਉਂਕਿ ਅੱਗੇ ਵਧ ਰਹੀ ਸੀ ਵੀ ਉੱਥੇ ਜੁਆਇਨ ਕਰੀਏ। ਉਦੋਂ ਤੱਕ ਜਾਂਦੇ ਇਨਫੈਕਟ ਤੁਹਾਡੀ ਉਹ ਇੰਟਰਵਿਊ ਸੁਣੀ ਵੀ ਪੰਧੇਰ ਸਾਹਿਬ ਨੇ ਵੀ, ਮਨਜੀਤ ਰਾਏ ਨੇ ਵੀ, ਉੱਥੇ ਲੋਕਾਂ 'ਚ ਵੀ ਵਾਹਵਾ ਕੁਝ ਹੋਇਆ ਉਦਾਂ ਹੀ। ਉਹ ਤੁਸੀਂ ਜਿਹੜਾ ਸਾਰੀ ਇੰਟਰਵਿਊ ਵੀ ਲਾਲ ਕਿਲੇ ਦੀ ਕਾਲ ਦੇ ਦਿੱਤੀ ਗਈ ਆ। ਫਿਰ ਅਸੀਂ ਕਰਨਾਲ ਬਾਈਪਾਸ ਵਾਲਾ ਜਿਹੜਾ ਰਸਤਾ ਡ੍ਰੌਪ ਕਰਕੇ ਫਿਰ ਅਸੀਂ ਵਜ਼ੀਰਾਬਾਦ ਨੂੰ ਹੋਏ। ਵਜ਼ੀਰਾਬਾਦ ਤੋਂ ਅਸੀਂ ਜਮਨਾ ਕ੍ਰਾਸ ਕਰਕੇ ਲਾਲ ਕਿਲੇ ਦੇ ਪਿੱਛੇ ਨਿਕਲੇ 2 ਵਜੇ। ਜਦੋਂ 2 ਵਜੇ ਉੱਥੇ ਮੈਂ ਪਹੁੰਚਿਆ, ਉਦੋਂ ਤੱਕ ਤਾਂ ਹਜ਼ਾਰਾਂ ਲੋਕ ਸੀ। ਉਹ ਉੱਥੇ ਹੁਣ ਉਹ ਜਿਹੜੀ ਰੋਡ ਆ ਲਾਲ ਕਿਲੇ ਦੀ, ਉਹਦੇ ਤੇ ਕੋਈ ਕਾਰ ਨਹੀਂ ਜਾਂਦੀ, ਕਿਉਂਕਿ ਉਹ ਪੂਰੀ ਬਲੌਕ ਸੀ, ਹਨਾ। ਉਹ ਵਹੀਕਲਸ ਨਾਲ ਹੀ ਬਲੌਕ ਸੀ, ਟਰੈਕਟਰ ਤੇ ਹੋਰ ਜਿਹੜੀਆਂ ਕਾਰਾਂ ਤੇ ਬੰਦੇ ਆਪਣੇ। ਤੇ ਮੈਂ ਉੱਥੋਂ ਤੁਰ ਕੇ ਗਿਆ, ਜਾਂਦੇ ਨਿਸ਼ਾਨ ਸਾਹਿਬ ਵੀ ਕਿਸੇ ਬੰਦੇ ਤੋਂ ਫੜਿਆ, ਕਿਉਂਕਿ ਇੱਕ ਹੋਰ ਗੱਲ ਆ, ਜਿਸ ਤਰ੍ਹਾਂ ਪ੍ਰੈਜ਼ੈਂਟ ਕੀਤੀ ਗਈ ਨਾ ਗੱਲ ਵੀ ਰਿਲੀਜੀਅਸ ਫਲੈਗ ਆ ਜੀ, ਇਹ ਤਾਂ ਧਾਰਮਿਕ ਗੱਲ ਹੋ ਗਈ। ਨਹੀਂ, ਸਾਡੀ ਐਜੀਟੇਸ਼ਨ ਹੀ, ਅਸੀਂ ਨਿਸ਼ਾਨ ਸਾਹਿਬ, ਕਿਸਾਨੀ ਝੰਡਾ ਤੇ ਤਿਰੰਗਾ, 3 ਝੰਡਿਆਂ ਦੇ ਥੱਲੇ ਐਜੀਟੇਸ਼ਨ ਲੜੀ ਜਾ ਰਹੀ ਸੀ। ਜਿਹੜੇ ਹਰਿਆਣੇ ਵਾਲੇ ਸੀ ਉਹ ਤਿਰੰਗਾ ਲੈ ਕੇ ਫਿਰਦੇ ਸੀ। ਆਪਣੇ ਪੰਜਾਬ ਤੋਂ ਮੋਸਟਲੀ ਨਿਸ਼ਾਨ ਸਾਹਿਬ ਆਪਣੇ ਤੰਬੂਆਂ ਤੇ ਲੱਗੇ ਹੁੰਦੇ ਸੀ, ਹਨਾ। ਤੇ ਜਿਹੜੇ ਆਪਣੇ ਮੋਰਚੇ ਦੇ ਜਿਹੜੇ ਆਪਣੇ ਮੈਂਬਰ ਆ ਕਿਸਾਨ ਯੂਨੀਅਨਸ ਦੇ, ਉਹਨਾਂ ਕੋਲੇ ਨਿਸ਼ਾਨ ਸਾਹਿਬ ਵੀ ਤੇ ਉਹਨਾਂ ਕੋਲੇ ਸੰਯੁਕਤ ਕਿਸਾਨ ਮੋਰਚੇ ਦਾ ਝੰਡਾ ਵੀ ਹੈ। 3 ਝੰਡਿਆਂ ਦੇ ਥੱਲੇ ਤੇ 3 ਹੀ ਝੰਡੇ ਤੁਹਾਨੂੰ ਉੱਥੇ ਦਿਸ ਰਹੇ ਆ। ਫਿਰ ਰਿਲੀਜੀਅਸ ਕਿੱਥੋਂ ਗੱਲ ਹੋ ਗਈ? ਫਿਰ ਜੇ ਸਾਡੀ ਤੁਸੀਂ ਇਹ ਕਹਿ ਲਓ ਵੀ ਕੋਈ ਵੀ ਸੈਰੇਮਨੀ ਹੁੰਦੀ ਆ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਇਹ ਤੋਂ ਕਿੱਥੋਂ ਮੁਨਕਰ ਹੋ ਜਾਾਂਗੇ ਅਸੀਂ ਯਾਰ?
ਇਹ ਤੋਂ ਤਾਂ ਨਹੀਂ ਪਿੱਛੇ ਤੁਸੀਂ ਹਟ ਕਹਿੰਦੇ ਹੋ ਸਕਦੇ ਕਿ ਤੁਸੀਂ ਕੁਝ ਗਲਤ ਨਹੀਂ ਕੀਤਾ, ਬਿਲਕੁਲ ਵੀ ਨਹੀਂ, ਅੱਜ ਵੀ ਮੈਂ ਕੋਈ ਕਹਿੰਦਾ ਰਿਗਰੈਟ ਹੈ ਤੁਹਾਨੂੰ? ਨਹੀਂ, ਕੋਈ ਰਿਗਰੈਟ ਨਹੀਂ ਬਾਈ। ਹੁਣ ਤੁਸੀਂ ਇਹ ਦੇਖੋ, ਤੁਹਾਨੂੰ ਲੱਗਦਾ ਹੈ ਕਿ ਉੱਥੇ ਨਿਸ਼ਾਨ ਸਾਹਿਬ ਨਹੀਂ ਚਲਾਉਣਾ ਚਾਹੀਦਾ ਸੀ ਤੁਹਾਨੂੰ? ਨਹੀਂ ਨਹੀਂ ਨਹੀਂ, ਦੇਖੋ ਇਹੀ ਗੱਲ ਮੈਂ ਤੁਹਾਨੂੰ ਦੱਸਦਾ। ਨਿਸ਼ਾਨ ਸਾਹਿਬ, ਅਸੀਂ ਉਸ ਦੇਸ਼ 'ਚ ਰਹਿ ਰਹੇ ਹਾਂ ਜਿੱਥੇ ਇਹ ਕਹਿੰਦੇ ਆ ਦੈਟ ਯੂਨਿਟੀ ਇਨ ਡਾਈਵਰਸਿਟੀ ਆ, ਕਹਿੰਦੇ ਆ ਨਾ, ਖਾਲੀ ਪੋਲ, ਯੂਨਿਟੀ ਇਨ ਡਾਈਵਰਸਿਟੀ, ਅਸੀਂ ਇਹ ਕਹਿੰਦੇ ਆ ਨਾ। ਡਾਈਵਰਸਿਟੀ ਕੀ ਆ? ਇੱਥੇ ਵੱਖ-ਵੱਖ ਤਰ੍ਹਾਂ ਦੇ ਫੇਥ ਆ, ਵੱਖ-ਵੱਖ ਤਰ੍ਹਾਂ ਦੇ ਕਲਚਰ ਆ, ਇਹੀ ਡਾਈਵਰਸਿਟੀ ਆ ਨਾ। ਡਾਈਵਰਸਿਟੀ ਤਾਂ ਇਹੀ ਹੁੰਦੀ ਆ ਨਾ। ਹੁਣ ਤੁਸੀਂ ਉਹਨੂੰ ਵੀ ਐਕਸੈਪਟ ਨਹੀਂ ਕਰੋਗੇ, ਟੋਲਰੇਟ ਨਹੀਂ ਮੈਂ ਕਹਿ ਰਿਹਾ, ਐਕਸੈਪਟ ਨਹੀਂ ਕਰੋਗੇ, ਉਹਨੂੰ ਕਿਸੇ ਹੋਰ ਵੇ 'ਚ ਤੁਸੀਂ ਰਿਪਰੈਜ਼ੈਂਟ ਕਰ ਦੋਗੇ। ਜਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾ ਕੇ ਸ਼ੀਸ਼ ਦਿੱਤਾ, ਔਰੰਗਜ਼ੇਬ ਸਵਾ ਮਣ ਜਨੇਊ ਲਾਉਂਦਾ ਹੁੰਦਾ ਸੀ ਦਿਨ ਤੇ, ਉਦੋਂ ਉਸੇ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਗਏ ਆ ਨਾ। ਉਹੀ ਨਿਸ਼ਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਦਿੱਤਾ ਨਾ, ਮੀਰੀ ਪੀਰੀ ਦੇ ਮਾਲਕ ਨੇ, ਉਸੇ ਅਗਵਾਈ 'ਚ ਗਏ ਆ। ਉਦੋਂ ਤਾਂ ਉਹ ਹਿੰਦ ਦੀ ਚਾਦਰ ਆ, ਜਿੱਦਾਂ ਜਾ ਕੇ ਉਹ ਉੱਥੇ ਸੀਸ ਦਿੰਦੇ ਆ। ਤੇ ਜੇ ਅਸੀਂ ਉੱਥੇ ਨਿਸ਼ਾਨ ਸਾਹਿਬ ਕਿਸਾਨੀ ਝੰਡਾ ਤੇ ਤਿਰੰਗਾ ਪਿੱਛੇ ਲੱਗਿਆ ਹੋਇਆ ਇਹ ਗੱਲ ਸਿੰਬੋਲਿਕਲੀ ਕਰਦੇ ਆ ਤੇ ਸਾਨੂੰ ਬਦਨਾਮ ਕਰ ਦਿੱਤਾ ਪਰ ਜਾਂਦਾ। ਤਿਰੰਗੇ ਦਾ ਨਿਰਾਦਰ ਕਿਹਾ ਗਿਆ ਉੱਥੇ ਹੋਇਆ? ਕਿੱਥੇ ਹੋਇਆ ਦੱਸੋ ਮੈਨੂੰ? ਇੱਕ ਪੂਰੇ ਜਗ੍ਹਾ ਵੀ ਦੇਸ਼ ਦੇ ਦਿਖਾ ਦਿਓ। ਮੀਡੀਆ ਨੇ ਕਿਹਾ ਕਿ ਖਾਲਿਸਤਾਨ ਦਾ ਝੰਡਾ ਲਹਿਰਾਤਾ ਨਹੀਂ, ਤੇ ਨਿਰਾਦਰ ਹੋਇਆ ਤਿਰੰਗੇ ਨਹੀਂ ਦਾ। ਨਹੀਂ ਬਾਈ, ਇਹ ਤਾਂ ਹੁਣ ਪੂਰੇ ਗੱਲਾਂ, ਮੁਲਕ 'ਚ ਇਸ ਤਰ੍ਹਾਂ ਦੀ ਇੱਕ ਮੈਸੇਜ ਚਲਾ ਗਿਆ ਉਸ ਦੇ। ਤੁਸੀਂ ਇਹ ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਸਵਾਲ ਕਰਦਾ, ਜੇ ਸਰਕਾਰ ਨਾ ਚਾਹੁੰਦੀ, ਤੁਹਾਨੂੰ ਲੱਗਦਾ ਸਾਡੇ ਬੰਦੇ ਦਿੱਲੀ 'ਚ ਐਂਟਰ ਹੋ ਸਕਦੇ ਸੀ? ਤੁਹਾਨੂੰ ਲੱਗਦਾ ਜਾਣਬੁੱਝ ਕੇ ਜਾਣ ਦਿੱਤਾ? ਐਬਸੋਲੂਟਲੀ ਜਾਣਬੁੱਝ ਕੇ ਜਾਣ ਦਿੱਤਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਬਗਾਨੇ ਪੁੱਤ ਇੱਥੋਂ ਤਾਈਂ ਵਗ ਜਾਣਗੇ। ਇਹ ਨਹੀਂ ਪਤਾ ਸੀ ਵੀ ਗਾਂ ਜਾ ਕੇ ਇਹ ਦੇਖੋ ਕੀਤਾ ਤਾਂ ਉਹਨਾਂ ਨਾਲ ਬਹੁਤ ਬੁਰਾ ਨਾ। ਜੇ ਆਪਾਂ ਦੇਖੀਏ ਤਾਂ ਗਾਂ ਨਿਸ਼ਾਨ ਸਾਹਿਬ ਕਿਸਾਨੀ ਝੰਡਾ ਤੇ ਪਿੱਛੇ ਤਿਰੰਗਾ ਲੱਗਿਆ ਹੋਇਆ, ਸਿੰਬੋਲਿਕਲੀ ਦਰਜ ਕਰਾ ਹੈ ਨਾ ਬਾਈ। ਇਸ ਐਜੀਟੇਸ਼ਨ ਨੂੰ ਇੰਟਰਨੈਸ਼ਨਲ ਸਿਗਨੀਫੀਕੈਂਸ ਮਿਲੀ ਆ ਉਸ ਦਿਨ ਤੋਂ ਬਾਅਦ। ਤੁਸੀਂ ਮੈਨੂੰ ਦੱਸੋ ਜੇ ਨਹੀਂ ਮਿਲੀ ਤਾਂ? ਵਾਇਲੈਂਸ ਹੋਈ ਉਸ ਦਿਨ? ਵਾਇਲੈਂਸ ਵਾਸ ਰੀਅਲੀ ਰੋਂਗ। ਮੈਂ ਇਸੇ ਗੱਲ 'ਚ ਤਾਂ ਤੁਸੀਂ ਮੇਰੇ ਉੱਥੇ ਵਰਡਸ ਸੁਣ ਲਓ। ਇੱਕ ਮੈਂ ਇੰਟਰਵਿਊ ਦਿੱਤੀ, ਮੈਂ ਇਹ ਗੱਲ ਕਹੀ, ਅਸੀਂ ਪੀਸਫੁਲ ਹਾਂ, ਸਾਡਾ ਡੈਮੋਕ੍ਰੈਟਿਕ ਰਾਈਟ ਆ ਪੀਸਫੁਲ ਪ੍ਰੋਟੈਸਟ ਕਰਨਾ। ਉਦੋਂ ਬਾਅਦ ਟਰੈਕਟਰ ਤੇ ਖੜ ਕੇ ਮੈਂ ਸਪੀਚ ਦਿੱਤੀ, ਉੱਥੇ ਵੀ ਇਹ ਕਹੀ ਅਸੀਂ ਸਾਡੇ ਆਗੂਆਂ ਦੀ ਅਗਵਾਈ 'ਚ ਅਸੀਂ ਹਿੰਸਕ ਨਹੀਂ ਆ, ਸਾਡੇ ਮਨਾਂ 'ਚ ਹਿੰਸਾ ਹੋ ਹੀ ਨਹੀਂ ਸਕਦੀ। ਇਹ ਮੇਰੇ ਉੱਥੇ ਵਰਡਸ ਸੀ। ਜਦੋਂ 2 ਵਜੇ ਦੀਪ ਸਿੱਧੂ ਜਾਂਦਾ, 2:45 ਜਾਂ 50 ਤੱਕ ਉੱਥੋਂ ਨਿਕਲ ਆਉਂਦਾ, ਨਾ ਮੇਰੇ ਅੱਗੇ ਕੋਈ ਵਾਇਲੈਂਸ ਹੁੰਦੀ ਆ। ਉੱਥੇ ਤਾਂ ਜਾਹੋ ਜਲਾਲ ਹੀ ਵੱਖਰਾ ਸੀ। ਫਿਰ ਉੱਥੋਂ ਨਿਕਲਦੇ ਕਿਉਂ, ਖੜੇ ਕਿਉਂ ਨਹੀਂ ਉੱਥੇ? ਦੱਸਦਾ ਮੈਂ ਤੁਹਾਨੂੰ, ਕਿਉਂਕਿ ਉਸ ਵੇਲੇ ਪਹਿਲੀ ਗੱਲ ਆਪਾਂ ਉਸ ਫੋਟੋ ਤੇ ਆਉਣੇ ਆ। ਜਿਹੜੀ ਫੋਟੋ ਖਿੱਚੀ ਗਈ ਨਾ, ਪਿੱਛੇ ਜਿਹੜਾ ਗਰਾਊਂਡ ਆ, ਅੱਜ ਵੀ ਤੁਸੀਂ ਲਾਲ ਕਿਲੇ ਜਾਓ, ਉਹ 2 ਵਜੇ ਤੋਂ ਬਾਅਦ ਫੋਟੋ ਖਿੱਚੀ ਗਈ ਆ, ਕਿਉਂਕਿ ਉਹ ਗਰਾਊਂਡ ਦੇ ਬਾਹਰ ਤਾਰਾਂ ਲੱਗੀਆਂ ਹੋਈਆਂ ਤੇ ਜਿਹੜਾ ਗੇਟ ਆ ਉਹਦੇ ਉੱਤੇ ਵੀ ਤਾਰਾਂ, ਉਹ ਬੰਦ ਆ ਜਮਾ। ਜਦੋਂ ਤੁਸੀਂ ਉਸ ਗਰਾਊਂਡ ਨੂੰ ਬੈਕਡ੍ਰੌਪ 'ਚ ਲੈ ਕੇ ਖੜੋਗੇ ਤਾਂ ਉੱਥੇ ਤਾਂ ਅੰਦਰ ਤਾਂ ਕੋਈ ਵੀ ਨਹੀਂ ਸੀ। ਉੱਥੇ ਤਾਂ ਜਿੰਨਾ ਦੇਰ ਰਹੇ ਆ, ਜਿੰਨੇ ਬੰਦੇ ਸਾਡੇ ਰਹੇ ਆ, ਮੇਰੇ ਲਾਈਵ 'ਚ ਦੇਖ ਲਓ, ਤੁਸੀਂ ਦੇਖੋਗੇ ਤਾਂ ਤੁਹਾਨੂੰ ਗਰਾਊਂਡ ਵੀ ਦਿਖ ਜੂਗਾ। ਉਹ ਗਰਾਊਂਡ 'ਚ ਉਦੋਂ ਵੀ ਕੋਈ ਨਹੀਂ ਸੀ ਤੇ ਐਂ ਲੱਗਦਾ ਵੀ ਪਿੱਛੇ ਕੋਈ ਨਹੀਂ, ਪੁਲਿਸ ਵਾਲੇ ਤਾਂ ਉੱਥੇ ਪੁਲਿਸ ਵਾਲਿਆਂ ਦਾ ਕੈਂਪ ਆ ਇੱਕ। ਹੁਣ ਉਹਨੂੰ ਪ੍ਰੈਜ਼ੈਂਟ ਦੇਖੋ ਕਿਵੇਂ ਗੱਲ ਕੀਤੀ ਗਈ ਵੀ ਇਹ ਤਾਂ 9 ਵਜੇ ਹੀ ਪਹੁੰਚ ਗਿਆ ਸੀ। ਜੇ ਦੀਪ ਸਿੱਧੂ 9 ਵਜੇ ਪਹੁੰਚਦਾ ਜਾਂ ਉਹਦਾ ਕੋਈ ਪਲਾਨ ਹੁੰਦਾ, ਪਹਿਲੀ ਗੱਲ ਤਾਂ ਇਹ, ਉਹ ਫਿਰ ਐਂ ਫੋਟੋਆਂ ਥੋੜੀ ਖਿੱਚਦਾ ਸੀ ਤੇ ਫੋਟੋਆਂ ਥੋੜੀ ਉਹ ਸ਼ੰਭੂ ਮੋਰਚੇ ਦੇ ਪੇਜਾਂ ਤੇ ਪੈਂਦੀਆਂ ਸੀ, ਹਨਾ। ਉਹ ਤਾਂ ਫਿਰ ਲੁਕਵੀਆਂ ਗੱਲਾਂ ਹੁੰਦੀਆਂ ਨਾ, ਇਹ ਤਾਂ ਪ੍ਰਗਟ ਰੂਪ 'ਚ ਗੱਲਾਂ ਹੋ ਰਹੀਆਂ। ਫਿਰ ਲਾਈਵ ਕਿਉਂ ਹੋਏ ਤੁਸੀਂ ਉੱਥੇ ਜਾ ਕੇ? ਬਾਈ ਉਸ ਲਾਈਵ ਤੋਂ ਬਾਅਦ ਹੀ ਪਤਾ ਲੱਗਿਆ ਕਿ ਦੀਪ ਸਿੱਧੂ ਵੀ ਉੱਥੇ ਹੈ। ਹਾਂ, ਉਹ ਇੱਕ ਮਿੰਟ ਮੇਰੀ ਗੱਲ ਸੁਣੋ। ਐਡਾ ਇਤਿਹਾਸਿਕ ਪਲ ਸਰਕਾਰਾਂ ਦੀ ਆਪਾਂ ਲਿਟਰਲੀ ਹਿੱਕ ਤੇ ਖੜ ਕੇ ਸਿੰਬੋਲਿਕਲੀ ਪੀਸਫੁਲੀ ਆਪਦਾ ਪ੍ਰੋਟੈਸਟ ਦਰਜ ਕਰਾਉਣੇ ਆ। ਅੱਛਾ, ਉੱਥੇ ਪੁਲਿਸ ਵਾਲੇ ਵੀ ਖੜੇ ਆ। ਤੁਸੀਂ ਇਹ ਦੇਖੋ, ਕਮਾਲ ਦੀ ਗੱਲ, ਕਿਸੇ ਪੁਲਿਸ ਵਾਲੇ ਨੇ ਸਾਨੂੰ ਜਮਾਂ ਕੁਝ ਨਹੀਂ ਕਿਹਾ। ਇਨਫੈਕਟ ਸਾਨੂੰ ਕਹਿ ਰਹੇ ਆ ਯਾਰ ਤੁਸੀਂ ਵੀ ਆਪਦਾ ਜੋ ਕੰਮ ਕਰਨਾ ਕਰ ਲਓ। ਸਾਨੂੰ, ਅਸੀਂ ਵੀ ਕਿਸਾਨ ਦੇ ਪੁੱਤ ਆ, ਇਹ ਉਹਨਾਂ ਦੇ ਲਫ਼ਜ਼ ਸੀ, ਅਸੀਂ ਵੀ ਕਿਸਾਨ ਦੇ ਪੁੱਤ ਆ। ਹੁਣ ਉਦੋਂ ਬਾਅਦ ਜਦੋਂ ਉੱਥੇ ਆਪਣੇ ਬੰਦਿਆਂ ਨੇ ਝੰਡੇ ਲਾਏ, ਤੁਹਾਡੇ ਜਾਣ ਤੋਂ ਪਹਿਲਾਂ ਵੀ ਕੋਈ ਨਿਸ਼ਾਨ ਸਾਹਿਬ ਜਾਂ ਕੋਈ ਝੰਡਾ ਉੱਥੇ ਲੱਗਿਆ? ਨਹੀਂ, ਮੇਰੇ ਜਾਣ ਤੋਂ ਪਹਿਲਾਂ ਨਹੀਂ ਲੱਗਿਆ। ਮੇਰੇ ਜਦੋਂ ਮੈਂ ਪਹੁੰਚਿਆ, ਉੱਤੇ ਪਹੁੰਚਿਆ, ਉਦੋਂ ਤੱਕ ਉਹ ਚੜ੍ਹ ਦੀ ਕੋਸ਼ਿਸ਼ ਕਰ ਰਹੇ ਸੀ, ਉੱਤੇ ਚੜ੍ਹ ਰਹੇ ਸੀ, ਆਲਰੇਡੀ ਲੋਕ ਸੀਗੇ। ਹੁਣ ਇਹੋ ਜਿਹਾ ਇਤਿਹਾਸਿਕ ਪਲ ਤੇ ਇੱਕ ਜਿਹੜਾ ਸਪੈਸ਼ਲੀ ਇਹ ਵੀ ਤੁਸੀਂ ਦੇਖੋ, ਜਿਹੜਾ ਇੱਕ ਐਕਟਰ ਹੈ ਨਾ ਐਂਟਰਟੇਨਮੈਂਟ ਦੀ ਫੀਲਡ 'ਚ, ਔਰ ਜਿਹੜੇ ਬੰਦੇ ਨੂੰ ਆਪਦੇ ਕਲਚਰ ਨਾਲ, ਆਪਦੇ ਫੇਥ ਨਾਲ, ਆਪਦੇ ਲੋਕਾਂ ਨਾਲ, ਆਪਦੀ ਮਿੱਟੀ ਨਾਲ ਪਿਆਰ ਆ, ਉਹ ਇਸ ਇਤਿਹਾਸਿਕ ਪਲ ਨੂੰ ਮਿਸ ਕਰੂਗਾ।
ਉਹ ਲਾਈਵ 'ਚ ਕੀ ਗਲਤੀ ਹੈ ਮੈਨੂੰ ਦੱਸੋ। ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਅਸੀਂ ਆਪਦੇ ਗੁਰੂਆਂ ਤੋਂ ਮੁਨਕਰ ਹੋ ਜਾਾਂਗੇ, ਅਸੀਂ ਆਪਦੇ ਨਿਸ਼ਾਨ ਸਾਹਿਬ ਤੋਂ ਮੁਨਕਰ ਹੋ ਜਾਾਂਗੇ। ਪਰ ਕੱਲੇ ਦੀਪ ਸਿੱਧੂ ਲਾਈਵ ਹੋਏ ਨਾ, ਬਹੁਤ ਸਾਰੇ ਕਿਸਾਨ ਆਗੂ ਹੋਏ, ਗਏ ਉੱਥੇ ਪਹੁੰਚੇ, ਉੱਥੋਂ ਤੱਕ ਉਹ ਲਾਈਵ ਨਹੀਂ ਹੋਏ। ਲੱਖਾ ਸਿਧਾਣਾ ਉੱਥੋਂ ਤੱਕ ਨਹੀਂ ਦਿਸੇ, ਉਹ ਲਾਈਵ ਹੁੰਦੇ ਨਹੀਂ ਦਿਸੇ। ਦੀਪ ਸਿੱਧੂ ਕੱਲੇ ਕਿਉਂ ਦਿਸਦੇ ਆ? ਹੋਰ ਵੀ ਤਾਂ ਚਿਹਰੇ ਸੀ ਇਸ ਕਿਸਾਨ ਅੰਦੋਲਨ ਦੇ। ਬਿਲਕੁਲ ਸੀਗੇ, ਇਹੀ ਮੇਰਾ ਸਵਾਲ ਆ। ਉਹ ਕਿਉਂ ਨਹੀਂ ਆਏ ਅੰਦਰ ਬਈ? ਕਿਉਂ ਉਹਨਾਂ ਦੀਆਂ ਲੱਤਾਂ ਨੇ ਉਦੋਂ ਭਾਰ ਨਹੀਂ ਝੱਲਿਆ? ਉਦੋਂ ਜੇ ਕਿਤੇ ਉਹ ਸਾਂਝੇ ਇੱਕ ਗੱਲ ਪ੍ਰਵਾਨ ਕਰ ਜਾਂਦੇ ਵੀ ਪਹੁੰਚ ਤਾਂ ਗਈ ਆ, ਇੱਥੋਂ ਤਾਈਂ ਪਹੁੰਚਣਾ ਤਾਂ ਦਿੱਲੀ ਤੱਕ ਮਕਸਦ ਸੀ ਨਾ, ਇੱਥੋਂ ਤਾਈਂ ਪਹੁੰਚ ਤਾਂ ਗਈ ਆ। ਹੁਣ ਅਸੀਂ ਕਿਉਂਕਿ ਕਾਲ ਤਾਂ ਕਿਸਾਨ ਮੋਰਚੇ ਦੀ ਸੀ ਨਾ, ਦੀਪ ਸਿੱਧੂ ਦੀ ਤਾਂ ਕਾਲ ਨਹੀਂ ਸੀ ਵੀ 26 ਤਰੀਕ ਨੂੰ ਅਸੀਂ ਪਰੇਡ ਕਰਨੀ ਆ। ਦੀਪ ਸਿੱਧੂ ਹੈਡ ਡਿਫਰੈਂਟ ਵਿਊਜ਼ ਇਨ ਫੈਕਟ ਵੀ 26 ਤਰੀਕ ਨੂੰ ਤੁਸੀਂ ਇਨ ਇਟਸੈਲਫ ਉਹ ਕਾਲ ਆ ਜਿਹੜੀ ਉਹ ਕਨਫਲਿਕਟ ਕ੍ਰੀਏਟ ਕਰੂਗੀ, ਕਿਉਂਕਿ 26 ਤਰੀਕ ਨੂੰ ਰਿਪਬਲਿਕ ਡੇ ਹੁੰਦਾ। ਤੁਸੀਂ ਜੇ ਅੱਜ ਕਾਲ ਦਿਓਗੇ ਉਹਨੇ ਕਨਫਲਿਕਟ ਕ੍ਰੀਏਟ ਕਰਨਾ ਹੀ ਕਰਨਾ, ਤੇ ਉਹ ਹੋਇਆ। ਪਰ ਇਹ ਵੀ ਗੱਲ ਛੱਡ ਦਿਓ, ਤੁਸੀਂ ਜਦੋਂ ਤੁਹਾਡੀ ਕਾਲ ਆ, ਲੋਕ ਤੁਸੀਂ ਇਹ ਦੇਖੋ ਸੰਯੁਕਤ ਕਿਸਾਨ ਮੋਰਚੇ ਦੇ ਉੱਥੇ ਝੰਡੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ, ਉਹ ਝੰਡੇ ਲੈ ਕੇ ਪਹੁੰਚੇ ਹੋਏ ਆ, ਠੀਕ ਆ। ਈਵਨ ਰਾਜੇਵਾਲ ਸਾਹਿਬ ਦੀ ਜਥੇਬੰਦੀ ਦੇ ਝੰਡੇ, ਤੇ ਲੋਕ ਕੌਣ ਸੀ ਉਹ? ਉਹਨਾਂ ਲੋਕਾਂ ਨੂੰ ਹੀ ਤੁਸੀਂ ਛੱਡ ਕੇ ਉਦੋਂ ਬਾਅਦ ਇਹ ਕਿਹਾ ਵੀ ਉਹ ਤਾਂ ਲੋਕ ਹੀ ਸਾਡੇ ਨਹੀਂ ਸੀਗੇ। ਦੀਪ ਸਿੱਧੂ ਲੈ ਕੇ ਆ ਗਿਆ, ਚਾਰੇ ਪਾਸਿਓਂ ਬਾਰਡਰ ਟੁੱਟੇ ਆ, ਚਾਰ ਪਾਸਿਓਂ ਕਿਹਾ ਗਿਆ ਆਗੂਆਂ ਵੱਲੋਂ ਵੀ ਦੀਪ ਸਿੱਧੂ ਬੰਦੇ ਲੈ ਕੇ ਉੱਥੇ ਪਹੁੰਚਦਾ। ਬਿਲਕੁਲ, ਤੁਸੀਂ ਦੇਖੋ ਕੰਪਲੇਂਟਸ ਦੇਖੋ ਪੁਲਿਸ ਵਾਲਿਆਂ ਨੂੰ, ਜਿਹੜੀਆਂ ਇਹਨਾਂ ਨੇ ਪਤਾ ਨਹੀਂ ਕਿਹਨੇ ਹੁਣ ਲਿਖ ਭੇਜੀਆਂ ਮੇਰੇ ਤੇ ਜੋ ਇਲਜ਼ਾਮ ਲਾਏ ਗਏ। ਪਰ ਮੈਂ ਉਹਨਾਂ ਨੂੰ ਵੀ ਕਹਿੰਦਾ ਇਹ ਸਾਰੇ ਬੰਦਿਆਂ ਨੂੰ ਮੈਂ ਮਾਫ ਕਰਦਾ, ਕਿਉਂਕਿ ਮੈਂ ਨਾ ਤਾਂ ਕਿਰਦਾਰ ਤੋਂ ਡਿੱਗ ਸਕਦਾ, ਨਾ ਮੈਂ ਆਪਦੀ ਬੋਲੀ ਉਸ ਲੈਵਲ ਤੱਕ ਲੈ ਕੇ ਜਾ ਸਕਦਾ ਜਿੱਥੇ ਮੈਂ ਕਿਸੇ ਤੇ ਤੌਹਮਤਾਂ ਲਾਉਣ ਲੱਗ ਜਾ। ਤੇ ਉਹਨਾਂ ਤੇ ਮੈਂ ਕਹਿੰਦਾ ਨਹੀਂ, ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ, ਤੇ ਉਸ ਹੋਂਦ ਦੀ ਲੜਾਈ 'ਚ ਕੋਈ ਨਹੀਂ, ਬੜਾ ਕੁਝ ਹੋ ਜਾਂਦਾ ਹੁੰਦਾ, ਬੜਾ ਕੁਝ ਝੱਲਣਾ ਪੈਂਦਾ ਹੁੰਦਾ, ਤੱਤੀਆਂ ਹਵਾਵਾਂ ਵਗਦੀਆਂ, ਉਹਨਾਂ ਹਵਾਵਾਂ 'ਚੋਂ ਵੀ ਨਿਕਲਣਾ ਪੈਂਦਾ ਹੁੰਦਾ, ਹਨਾ। ਇਹ ਜਦੋਂ ਅਸੀਂ ਸਟਾਰਟ ਕੀਤੀ ਸੀ ਸਾਨੂੰ ਪਤਾ ਸੀ ਤੱਤੀਆਂ ਹਵਾਵਾਂ ਵੀ ਵਗਣਗੀਆਂ, ਹਨਾ। ਇਟ ਕੈਨੋਟ ਬੀ ਅ ਕੇਕ ਵਾਕ। ਫਿਰ ਦੁਬਾਰਾ ਉੱਥੋਂ ਲਾਈਵ ਹੁੰਨੇ ਹੋ ਲਾਲ ਕਿਲੇ ਤੋਂ, ਫਿਰ ਇੱਕ ਮੋਟਰਸਾਈਕਲ ਦੀ ਚਰਚਾ ਹੁੰਦੀ ਹੈ ਬਹੁਤ ਵੀ ਪਲਟੀਨਾ ਮੋਟਰਸਾਈਕਲ ਲੈ ਕੇ ਉੱਥੋਂ ਦੀਪ ਸਿੱਧੂ ਲਾਲ ਕਿਲੇ ਤੋਂ ਫਰਾਰ ਹੋ ਜਾਂਦੇ ਆ। ਫਿਰ ਦੁਬਾਰਾ ਲਾਈਵ ਕਿਉਂ ਹੁੰਨੇ ਹੋ? ਬਾਈਕ ਲੈ ਕੇ ਕਿਉਂ ਭੱਜਦੇ ਹੋ ਉੱਥੋਂ ਤੁਸੀਂ? ਮੈਂ ਤੁਹਾਨੂੰ ਦੱਸਦਾ, ਨਾ ਤਾਂ ਉੱਥੋਂ ਦੁਬਾਰਾ ਲਾਈਵ ਹੁੰਨਾ ਮੈਂ। ਜਦੋਂ ਮੈਂ ਟਰੈਕਟਰ ਤੇ ਸਪੀਚ ਦਿੱਤੀ ਨਾ, ਟਰੈਕਟਰ ਤੇ ਸਪੀਚ ਦੇਣ ਤੋਂ ਬਾਅਦ ਮੈਨੂੰ ਇੱਕ ਮੁੰਡਾ ਆਇਆ, ਉਹ ਕਹਿੰਦਾ ਬਾਈ ਆਹੀ ਟਾਈਮ ਆ ਮੌਕਾ ਸੰਭਾਲਣ ਦਾ, ਆਪਣੇ ਬੰਦਿਆਂ ਨੂੰ ਲੈ ਕੇ ਆ ਉੱਤੋਂ। ਫਿਰ ਉੱਤੇ ਭੱਜੇ, ਉੱਤੇ ਜਦੋਂ ਗਏ, ਔਰ ਇਹ ਸਾਰਾ ਕੁਝ ਵੀਡੀਓ 'ਚ ਆ ਬਾਈ, ਕੋਈ ਜ਼ਬਾਨੀ ਮੇਰੇ ਤੇ ਨਾ ਵਿਸ਼ਵਾਸ ਕਰੋ, ਮੈਂ ਤਾਂ ਵੀਡੀਓਜ਼ ਦੀ ਗੱਲ ਕਰਦਾ। ਔਰ ਮੈਂ ਕਿੰਨੇ ਵਜੇ ਪਹੁੰਚਿਆ ਇਹ ਵੀ ਪੁਲਿਸ ਦੇ ਰਿਕਾਰਡ 'ਚ ਆ, ਮੇਰੀ ਜ਼ਬਾਨੀ ਨਾ ਤੁਸੀਂ ਇਹ ਕਰੋ, ਹਨਾ। ਔਰ ਤੁਸੀਂ ਇਹ ਰਿਕਾਰਡ ਸੀਸੀਟੀਵੀ ਕੈਮਰਾ ਸ਼੍ਰੀ ਜੀ ਦੇ, ਜਿੰਨੇ ਵਜੇ ਨਿਕਲਦਾ, ਮੇਰੇ ਫੋਨ ਦੇ ਲੋਕੇਸ਼ਨ ਸਭ ਕੁਝ। ਅੱਛਾ, ਉਦੋਂ ਬਾਅਦ ਉੱਪਰ ਗਏ, ਉੱਪਰ ਜਦੋਂ ਜਾਣਾ 2 IPS ਆਫੀਸਰ ਸੀ ਉੱਥੇ ਤੇ ਪੁਲਿਸ ਸੀ ਹੋਰ। ਉਹ ਮੈਨੂੰ ਕਹਿੰਦੇ ਸਾਡੀ ਹੈਲਪ ਕਰ, ਇਹਨਾਂ ਨੇ ਤੇਰੀ ਗੱਲ ਸੁਣ ਲੈਣੀ ਹੈ। ਹਿੰਦੀ ਚ ਕਿਹਾ that ਇਹ ਆਪਕੀ ਬਾਤ ਸੁਣ ਲੈਂਗੇ, ਇनको ਨੀਚੇ ਲੈ ਕੇ ਜਾਈਏ। ਮੈਂ ਪੁਲਿਸ ਦੀ ਵੀ ਹੈਲਪ ਕੀਤੀ, ਕਿਉਂਕਿ ਅਸੀਂ ਪੁਲਿਸ ਵਾਲਿਆਂ ਨਾਲ ਥੋੜੀ ਲੜਨ ਗਏ ਸੀ, ਸਾਡੀ ਲੜਾਈ ਤਾਂ ਸਰਕਾਰਾਂ ਨਾਲ ਸੀ ਨਾ। ਤੁਹਾਡੀ ਜ਼ਮਾਨਤ 'ਚ ਤੁਹਾਡੇ ਵਕੀਲ ਕਹਿ ਦਿੰਦੇ ਆ ਜੱਜ ਅੱਗੇ ਵੀ ਅਸੀਂ ਤਾਂ ਪੁਲਿਸ ਦੀ ਮਦਦ ਕਰ ਰਹੇ ਸੀ ਉੱਥੇ, ਦੀਪ ਸਿੱਧੂ ਤਾਂ ਮਦਦ ਕਰਨ ਵਾਸਤੇ ਉੱਥੇ ਗਏ ਸੀ। ਨਹੀਂ ਦੇਖੋ, ਇਹ ਕਨਫਲਿਕਟਿੰਗ ਗੱਲ ਹੈ ਨਾ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਤਿਹਾਸਕ ਦਿਨ ਸੀ, ਮੈਂ ਨਿਸ਼ਾਨ ਸਾਹਿਬ ਉੱਥੇ ਚੁਲਾਇਆ, ਕੋਈ ਗਲਤ ਨਹੀਂ ਹੈ। ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਂ ਤਾਂ ਉੱਥੇ ਪੁਲਿਸ ਦੀ ਮਦਦ ਕਰਨ ਗਿਆ ਸੀ। ਨਹੀਂ ਦੇਖੋ, ਇਹ ਗੱਲ ਨਹੀਂ, ਪੁਲਿਸ ਦੀ ਮਦਦ ਕਰਨ ਗਿਆ ਨਹੀਂ ਸੀ ਪਾਰਟਿਕੂਲਰਲੀ। ਗਏ ਤਾਂ ਅਸੀਂ ਆਪਦਾ ਜਿਹੜਾ ਇੱਕ ਅੰਦੋਲਨ ਦੀ ਆਪਦੀ ਜਿਹੜੀ ਸਾਡਾ ਸ਼ਿਖਰ ਸੀ ਵੀ ਸਾਡੀ ਗੱਲ ਸੁਣੀ ਜਾਵੇ, ਹੁਣ ਸਾਡੇ ਜਿਹੜੇ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ ਜਾਂ ਆਹ ਬਿੱਲ ਰੱਦ ਕੀਤੇ ਜਾਣ। ਸਾਡੀ ਤਾਂ ਇਹੀ ਮੰਗ ਲੈ ਕੇ ਗਏ ਸੀ ਨਾ। 26 ਤਰੀਕ ਦੀ ਟਰੈਕਟਰ ਰੈਲੀ ਦਾ ਪਰਪਸ ਜਾਂ ਉਹਦਾ ਮੰਤਵ ਤਾਂ ਇਹੀ ਸੀ ਨਾ, ਹੋਰ ਤਾਂ ਉਹਦਾ ਕੋਈ ਪਰਪਸ ਨਹੀਂ ਸੀ। ਪਰ ਜਦੋਂ ਇਹ ਤਾਂ ਹੁਣ ਸਾਡੇ ਬਾਈ ਜਿਹੜਾ ਸਿੱਖ ਆ ਨਾ ਤੇ ਗੁਰਮਤ ਫਲਸਫਾ, ਉਦੋਂ ਜਦੋਂ ਜੰਗ ਦੇ ਮੈਦਾਨ 'ਚ ਵੀ ਜਦੋਂ ਸਾਡੇ ਨਾਲ ਚਾਹੇ ਦੂਜੇ ਲੋਕ ਹੀ ਹੋਣ, ਵੈਰੀ ਹੋਵੇ, ਸਾਨੂੰ ਕੁਝ ਕਹੂਗਾ ਨਾ ਆ ਕੇ, ਅਸੀਂ ਤਾਂ ਲਿਟਰਲੀ ਵੀ ਆਰ ਐਟ ਵਾਰ ਹੀ ਹੈ ਨਾ। ਇਹ ਸਰਕਾਰ ਨਾਲ ਅਸੀਂ ਪੀਸਫੁਲ ਲੜਾਈ ਲੜ ਰਹੇ ਹਾਂ ਆਪਦੀ, ਵੀ ਨਹੀਂ ਇਹ ਪਾਲਿਸੀ ਤੁਸੀਂ ਇੰਪਲੀਮੈਂਟ ਨਾ ਕਰੋ। ਹੁਣ ਉਦੋਂ ਵੀ ਜਦੋਂ ਸਾਡੇ ਲੋਕ, ਕਿਉਂਕਿ ਲੋਕਾਂ ਨੂੰ ਸੰਭਾਲਣਾ ਕਿਸੇ ਲੀਡਰ ਦਾ ਕੰਮ ਹੁੰਦਾ ਜਾਂ ਕਿਸੇ ਰਿਸਪੌਂਸਿਬਲ ਬੰਦੇ ਦਾ ਕੰਮ ਹੁੰਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ। ਜਦੋਂ ਮੈਂ ਲਾਲ ਕਿਲਾ ਐਂਟਰ ਹੋ ਰਿਹਾ ਸੀ, ਉਦੋਂ ਪਹਿਲਾਂ ਮੈਂ ਆਪਦੇ ਪਰਿਵਾਰ ਨੂੰ ਫੋਨ ਕੀਤਾ,
ਤੇ ਇਸ ਕਰਕੇ ਫੋਨ ਕੀਤਾ ਕਿਉਂਕਿ ਸੈਂਸ ਆਫ ਰਿਸਪੌਂਸਿਬਿਲਿਟੀ, ਆਪਦੀ ਜ਼ਿੰਮੇਵਾਰੀ ਵੀ ਮੇਰੇ ਲੋਕ ਅੰਦਰ ਆ, ਉਹਨਾਂ ਨੂੰ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ, ਉੱਥੇ ਜਾਣਾ ਪਊਗਾ, ਉੱਥੇ ਜਾ ਕੇ ਮੌਕਾ ਸੰਭਾਲਣਾ ਪਊਗਾ। ਤੁਹਾਨੂੰ ਲੱਗਦਾ ਸੀ ਕੁਝ ਵੀ ਹੋ ਸਕਦਾ? ਕੁਝ ਵੀ ਹੋ ਸਕਦਾ ਸੀ ਭਾਈ, ਅਨਪ੍ਰੈਡਿਕਟੇਬਲ ਸੀ ਨਾ ਚੀਜ਼ਾਂ, ਔਰ ਰੌਂਕ ਇਹੋ ਜਿਹਾ, ਔਰ ਮੌਬ ਜਿਹਨੂੰ ਕਿਹਾ ਜਾਂਦਾ, ਅਸੀਂ ਤਾਂ ਸੰਗਤ ਕਹਿੰਦੇ ਆ, ਪਰ ਬਹੁਤ ਲੋਕਾਂ ਲਈ ਉਹ ਮੌਬ ਆ, ਔਰ ਮੌਬ ਨੇ ਕਿਹੜੇ ਪਾਸੇ ਵਹਿ ਜਾਣਾ ਇਹ ਤਾਂ ਆਪਾਂ ਦੇਖ ਲਿਆ ਨਾ। ਉਹ ਪੀਸਫੁਲ ਵੀ ਹੋ ਸਕਦੇ ਆ ਤੇ ਉਹ ਵਾਇਲੈਂਟ ਵੀ ਹੋ ਸਕਦੇ ਆ, ਔਰ ਹਰ ਐਜੀਟੇਸ਼ਨ 'ਚ ਦੇਖਿਆ ਆਪਾਂ, ਜਾਟ ਐਜੀਟੇਸ਼ਨ ਕਿੰਨੀ ਪੀਸਫੁਲ ਚਲਾਈ ਆ, ਐਂਡ 'ਚ ਜਾ ਕੇ ਉਹਦੇ 'ਚ ਵੀ ਵਾਇਲੈਂਸ ਹੋਈ। ਠੀਕ ਆ, ਹੋਰ ਬੜੀਆਂ ਐਜੀਟੇਸ਼ਨਸ ਦੀਆਂ ਮੈਂ ਐਗਜ਼ਾਮਪਲਸ ਦੇ ਸਕਦਾ ਤੁਹਾਨੂੰ। ਇਹ ਵਹਿਣ ਕਿੱਧਰ ਨੂੰ ਵਹਿਣਾ ਇਹ ਕੋਈ ਨਹੀਂ ਡਿਸਾਈਡ ਕਰ ਸਕਦਾ, ਇਹ ਉਸ ਮੌਕੇ ਵੇਲੇ ਲੀਡਰਸ਼ਿਪ ਦੀ ਅਬਿਲਿਟੀ ਹੁੰਦੀ ਆ। ਹੁਣ ਜਦੋਂ ਉੱਤੇ ਅਸੀਂ ਵਾਪਸ ਗਏ, ਪੁਲਿਸ ਵਾਲਿਆਂ ਨੇ ਇਹ ਗੱਲ ਕਹੀ ਵੀ ਯਾਰ ਸਾਡੀ ਹੈਲਪ ਕਰੋ, ਤੁਸੀਂ ਹੁਣ ਤਾਂ ਝੰਡੇ ਵੀ ਲੱਗ ਗਏ ਆਪਣੇ, ਹੋਰ ਉੱਥੇ ਕੀ ਕਰਨਾ, ਹੁਣ ਉੱਥੇ ਫੋਟੋਆਂ ਖਿੱਚੀਏ, ਕਿੰਨੇ ਕੁ ਉੱਥੇ ਲਾਈਵ ਕਰੀਏ, ਹੋ ਗਿਆ ਸੀ ਨਾ ਸਭ ਕੁਝ। ਉਸ ਤੋਂ ਬਾਅਦ ਮੈਂ ਲਿਟਰਲੀ ਲੋਕਾਂ ਨੂੰ ਰਿਕੁਐਸਟ ਕੀਤੀ ਆ ਵੀ ਬਾਈ ਜੀ ਆਜੋ ਥੱਲੇ ਚੱਲੀਏ, ਆਜੋ ਥੱਲੇ ਚੱਲੀਏ, ਉੱਤੇ ਸਾਡਾ ਕੋਈ ਮਤਲਬ ਨਹੀਂ। ਤੁਸੀਂ ਇਹ ਚਾਹੁੰਦੇ ਨਹੀਂ ਸੀ ਵੀ ਹੁਣ ਮੋਰਚਾ ਲਾਲ ਕਿਲੇ ਲੱਗ ਜੇ? ਨਹੀਂ, ਤੁਸੀਂ ਚਾਹੁੰਦੇ ਸੀ ਵੀ ਸਿੰਬੋਲਿਕਲੀ ਆਪਾਂ ਹੁਣ ਜੋ ਕਰਨਾ ਸੀ ਕਰ ਲਿਆ, ਹੁਣ ਵਾਪਸ ਜਾਇਆ ਜਾਵੇ। ਦੇਖੋ ਮੋਰਚੇ ਦੀ ਕਾਲ ਆ ਸੰਯੁਕਤ ਕਿਸਾਨ ਮੋਰਚੇ ਦੀ, ਮੈਂ ਵੱਖਰੀ ਸਟੇਜ ਕਿਵੇਂ ਲਾ ਲੈਂਦਾ ਕਿਤੇ? ਫਿਰ ਤਾਂ ਮੈਂ ਇੱਥੇ ਆਪਣੇ ਸਿੰਘੂ ਬਾਰਡਰ ਤੇ ਹੀ ਵੱਖਰੀ ਸਟੇਜ ਲਾ ਲੈਂਦਾ। ਇਸੇ ਕਾਲ ਲਈ ਤਾਂ ਮੈਂ ਉਹਨਾਂ ਨੂੰ ਇਹ ਕਿਹਾ ਸੀ ਸਾਨੂੰ ਅਗਲਾ ਪਲਾਨ ਦਿਓ ਤੁਸੀਂ, ਅਸੀਂ ਤਾਂ ਲਾਲ ਕਿਲੇ ਬੈਠੇ ਆ, ਤੁਸੀਂ ਕਿਹਾ ਲਾਲ ਕਿਲੇ ਪਹੁੰਚੋ, ਇੱਥੇ ਕੋਈ ਦਿਖ ਨਹੀਂ ਰਿਹਾ, ਕੋਈ ਵੀ ਨਹੀਂ ਦਿਖਿਆ ਬਾਈ। ਉਹਨਾਂ ਨੂੰ ਨਹੀਂ ਪਤਾ ਸੀ ਵੀ ਇੰਨੇ ਲੋਕ ਸਾਡੇ ਲਾਲ ਕਿਲੇ ਆ, ਸਭ ਪਤਾ ਸੀ, ਪਰ ਕੋਈ ਨਹੀਂ ਦਿਖਿਆ, ਹਨਾ। ਕੱਲਾ ਦੀਪ ਸਿੱਧੂ ਜਾਂਦਾ, ਦੀਪ ਸਿੱਧੂ ਉੱਥੇ ਜਾ ਕੇ ਲੋਕਾਂ ਨੂੰ ਵੀ ਸੰਭਾਲਦਾ, ਦੀਪ ਸਿੱਧੂ ਉਹਨਾਂ ਨੂੰ ਪੀਸਫੁਲ ਰਹਿਣ ਦੀ ਵੀ ਉਹਨਾਂ ਦੀ ਰਿਕੁਐਸਟ ਕਰਦਾ। ਥੱਲੇ ਲੈ ਕੇ ਆਉਣੇ ਉਹ ਲੋਕਾਂ, ਥੱਲੇ ਲੈ ਕੇ ਆਉਣੇ ਆ। ਉਹ ਵੀਡੀਓ 'ਚ ਇੱਕ ਟਾਈਮ ਇਹੋ ਜਿਹਾ ਆਇਆ ਜਦੋਂ ਕੱਲੀ ਪੁਲਿਸ ਰਹਿ ਗਈ ਸੀ ਰੈਂਪਰਟ ਤੇ, ਜਿਹੜਾ ਉੱਤੇ ਜਿੱਥੇ ਫਲੈਗ ਸੀਗਾ, ਠੀਕ ਆ, ਅਸੀਂ ਲੋਕਾਂ ਨੂੰ ਥੱਲੇ ਲੈ ਕੇ ਆ ਗਏ। ਥੱਲੇ ਲੈ ਕੇ ਜਦੋਂ ਲੋਕਾਂ ਨੂੰ ਆ ਗਏ, ਲੋਕਾਂ 'ਚ ਉੱਥੇ ਵੀ ਭਗਦੜ ਸੀ ਔਰ ਬੜਾ ਡਰ ਵੀ ਸੀ। ਤੁਸੀਂ ਵੀ ਬੜੇ ਉੱਥੋਂ ਮੈਨੂੰ ਲੱਗਦਾ ਲੇਟ ਪਹੁੰਚੇ ਹੋ, ਤੁਹਾਡੀ ਵੀ ਮੈਂ ਇੰਟਰਵਿਊ ਸੁਣੀ, ਜਦੋਂ ਮੈਨੂੰ ਇੰਟਰੋਗੇਸ਼ਨ 'ਚ ਤੁਹਾਡੀਆਂ ਗੱਲਾਂ ਵੀ ਸੁਣਾਈਆਂ, ਤੁਸੀਂ ਬੜੀ ਗੱਲ ਇੱਕ ਕਹੀ ਵੀ ਆ ਜਿਹੜੀ ਵਾਇਲੈਂਸ ਹੋਈ ਹੈ ਇਹ ਨਹੀਂ ਹੋਣੀ ਚਾਹੀਦੀ ਸੀ। ਮੈਂ ਵੀ ਇਹੀ ਗੱਲ ਕਹਿਣਾ, ਵਾਇਲੈਂਸ ਨਹੀਂ ਹੋਣੀ ਚਾਹੀਦੀ ਸੀ, ਕਿਉਂਕਿ ਅਸੀਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਤੋਂ ਜਿਹੜੀ ਇੱਕ ਇਨਸਪੀਰੇਸ਼ਨ ਲੈ ਕੇ ਚੱਲੇ ਹੋਏ ਸੀ ਇਸ ਮੋਰਚੇ ਦੀ। ਵਾਰ-ਵਾਰ ਆਪਾਂ ਗੱਲ ਕਰਦੇ ਸੀ ਇਹ ਵੀ ਨਹੀਂ, ਅਸੀਂ ਹਿੰਸਕ ਨਹੀਂ ਹੋਣਾ, ਅਸੀਂ ਕੋਈ ਮੌਕਾ ਨਹੀਂ ਦੇਣਾ ਸਰਕਾਰਾਂ ਨੂੰ, ਅਸੀਂ ਕਿਸੇ ਗੱਲ 'ਚ ਨੀਵਾਂ ਥਾਂ ਨਹੀਂ ਬਹਿਣਾ। ਵਾਰ-ਵਾਰ ਇਹੀ ਗੱਲ ਕੀਤੀ ਜਾ ਸਕਦੀ ਸੀ ਨਾ, ਅਸੀਂ ਜਾਬਤੇ 'ਚ ਰਹਿਣਾ, ਅਸੀਂ ਪੀਸਫੁਲ ਰਹਿਣਾ। ਫਿਰ ਕੌਣ ਆਪਾਂ ਹਿੰਸਾ ਨੂੰ ਕਿਵੇਂ ਪ੍ਰਮੋਟ ਕਰਦਾ? ਫਿਰ ਮੇਰਾ ਸਵਾਲ ਉਹੀ ਸੀ ਨਾ, ਫਿਰ ਜੇ ਇਹ ਸਭ ਕੁਝ ਹੋਇਆ, ਤੁਸੀਂ ਉਦੋਂ ਤੱਕ ਸਾਰੀ ਨਰੇਟ ਕੀਤਾ ਹੈ, ਤਾਂ ਫਿਰ ਬਾਈਕ ਲੈ ਕੇ ਉੱਥੋਂ ਨਿਕਲਦੇ ਕਿਉਂ ਹੋ ਤੁਸੀਂ? ਉੱਥੋਂ ਬਾਈਕ ਲੈ ਕੇ ਉਹ ਉੱਥੋਂ ਨਹੀਂ ਨਿਕਲਿਆ ਬਾਈ, ਇਹ ਵੀ ਗੱਲ ਮੈਂ ਤੁਹਾਨੂੰ ਦੱਸਦਾ। ਉਦੋਂ ਬਾਅਦ ਸਾਨੂੰ ਇਹ ਉੱਥੋਂ ਫੈਸਲਾ ਕੀਤਾ, ਉਦੋਂ ਤੱਕ ਸਾਡੇ ਲੀਡਰਸ ਨੇ ਇਹ ਕਹਿਤਾ ਸੀ ਵੀ ਵਾਪਸ ਆ ਜਾਓ, ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆ, ਵਾਪਸ ਆ ਜਾਓ। ਔਰ ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਵੀ ਉਹ ਤਾਂ ਸਾਡੇ ਲੋਕ ਹੀ ਨਹੀਂ ਆ। ਇਹ ਤੁਹਾਨੂੰ ਪਤਾ ਕਿ ਨਹੀਂ ਪਤਾ? ਇਹ ਗੱਲਾਂ ਮੁੱਕਰੀਆਂ ਗਈਆਂ ਵੀ ਸਾਡੇ ਲੋਕ ਹੀ ਨਹੀਂ ਆ। ਰਾਜੇਵਾਲ ਸਾਹਿਬ ਨੇ ਕਿਹਾ ਸਟੇਜ ਦੇ ਉੱਤੇ ਬਾਅਦ ਦੇ ਵਿੱਚ, ਨਹੀਂ ਉਦੋਂ ਬਾਅਦ ਕਿਹਾ, ਉਦੋਂ ਬਾਅਦ, ਹਾਂ ਉਦੋਂ ਬਾਅਦ, ਪਰ ਉਦੋਂ ਇਹ ਗੱਲ ਕਹੀ ਗਈ ਵੀ ਵਾਪਸ ਆ ਜਾਓ ਸਾਰੇ। ਅਸੀਂ ਇਸ ਗੱਲ ਤੋਂ, ਕਿਉਂਕਿ ਉੱਥੇ ਕੋਈ ਬੋੜਿਆ ਹੀ ਨਹੀਂ, ਹਨਾ, ਅਸੀਂ ਉੱਥੋਂ ਜਦੋਂ ਉੱਤੇ ਜਾ ਕੇ ਲੋਕਾਂ ਨੂੰ ਥੱਲੇ ਲੈ ਕੇ ਆਏ ਆ। ਅੱਛਾ, ਦੀਪ ਸਿੱਧੂ ਤਾਂ ਉੱਥੋਂ ਨਿਕਲ ਗਿਆ 2:45 ਵਜੇ। ਲੋਕਾਂ ਨੇ, ਹੋਰਾਂ ਨੇ ਵੇਟ ਕੀਤੀ, ਜਿਹੜੇ ਬਾਬਾ ਸੁਖਦੇਵ ਸਿੰਘ ਆ, ਜਿਹੜੇ ਮੇਰੇ ਨਾਲ ਉਸੇ ਜੇਲ੍ਹ 'ਚ ਸੀ ਜਿਹੜੀ 'ਚ ਮੈਂ ਸੀ, ਹਨਾ, ਉਹਨਾਂ ਨੇ 9 ਵਜੇ ਤੱਕ ਵੇਟ ਕੀਤੀ, ਰਾਤ ਦੇ 9 ਵਜੇ ਤੱਕ ਵੀ ਕੋਈ ਆਗੂ ਤਾਂ ਪਹੁੰਚੇ। ਉਦੋਂ ਬਾਅਦ ਉਹਨਾਂ ਨੂੰ ਪੁਲਿਸ ਵਾਲੇ ਆਪਦੀਆਂ ਗੱਡੀਆਂ 'ਚ ਸਿੰਘੂ ਬਾਰਡਰ ਛੱਡ ਕੇ ਗਏ ਆ, ਤੁਸੀਂ ਬਾਬਾ ਸੁਖਦੇਵ ਸਿੰਘ ਨੂੰ ਬੁਲਾ ਲਓ ਤੇ ਪੁੱਛ ਲਓ, ਹਨਾ। ਕੋਈ ਨਹੀਂ ਬੋੜਿਆ, ਕਿਉਂਕਿ ਇਹ ਗੱਲ ਹੀ ਉਹਨਾਂ ਨੇ ਨਹੀਂ ਸੋਚੀ ਸੀ। ਉਹ ਤਾਂ ਜਜ਼ਬਾਤ ਜਗਾ ਕੇ, ਕਲੋਜ਼ਰ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਜਜ਼ਬਾਤ ਕਿਤੇ ਨਾ ਕਿਤੇ ਕਲੋਜ਼ ਵੀ ਕਰਨੇ ਪੈਣਗੇ, ਇਹਦਾ ਕਲੋਜ਼ਰ ਵੀ ਚਾਹੀਦਾ। ਅੱਛਾ, ਫਿਰ ਦੇਖੋ ਤੁਸੀਂ, ਇਹ ਲੀਡਰਸ਼ਿਪ ਦਾ ਫੇਲੀਅਰ ਆ ਕਿਤੇ ਨਾ ਕਿਤੇ, ਔਰ ਸਾਨੂੰ ਸਾਡੀਆਂ ਗਲਤੀਆਂ ਐਕਸੈਪਟ ਕਰ ਲੈਣੀਆਂ ਚਾਹੀਦੀਆਂ। ਇਹ ਨਹੀਂ ਵੀ ਮੈਂ ਉਹਨਾਂ ਨੂੰ ਬਲੇਮ ਕਰ ਰਿਹਾ, ਮੈਂ ਅੱਜ ਵੀ ਉਹਨਾਂ ਦਾ ਸੋਲਜਰ ਆ, ਮੇਰੀ ਜਿੱਥੇ ਜ਼ਰੂਰਤ ਪੈਂਦੀ ਆ ਉਹਨਾਂ ਦਾ ਮੈਂ ਸੋਲਜਰ ਆ। ਪਰ ਉਹ ਨਹੀਂ ਮੰਨਦੇ ਤੁਹਾਨੂੰ ਸੋਲਜਰ, ਉਹ ਤੁਹਾਨੂੰ ਹਿੱਸਾ ਨਹੀਂ ਮੰਨਦੇ। ਨਹੀਂ, ਕੋਈ ਗੱਲ ਨਹੀਂ, ਉਹ ਤਾਂ ਕਹਿੰਦੇ ਆ ਕਿ ਸ਼ਰੇਆਮ ਕਹਿੰਦੇ ਆ ਕਿ ਤੁਸੀਂ ਬੀਜੇਪੀ ਦੇ ਹੋ, ਆਰਐਸਐਸ ਦੇ ਬੰਦੇ ਹੋ, ਪਲਾਂਟ ਕੀਤੇ ਹੋਏ ਬੰਦੇ ਹੋ, ਤੁਹਾਡੇ ਖਿਲਾਫ ਨਾਰੇ ਲੱਗਦੇ ਆ। ਰਜਿੰਦਰਦੀਪ ਸਿੰਘ ਵਾਲਾ ਸ਼ਰੇਆਮ ਅਗਲੇ ਦਿਨ ਉੱਥੇ ਸਟੇਜ ਦੇ ਉੱਤੋਂ ਤੁਹਾਡੇ ਖਿਲਾਫ ਗੱਦਾਰ ਦੇ ਨਾਰੇ ਲਵਾਉਂਦਾ, ਮੁਰਦਾਬਾਦ ਦੇ ਨਾਰੇ ਲਵਾਉਂਦਾ। ਮੈਂ ਸਾਰਾ ਕੁਝ ਸੁਣ ਲਿਆ ਸੀ ਜਦੋਂ
ਮੈਂ ਗਿਆ ਪੁਲਿਸ ਦੀ ਕਸਟਡੀ 'ਚ, ਉਦੋਂ ਪਹਿਲਾਂ ਹੀ ਸੁਣ ਲਿਆ ਸੀ ਸਭ ਕੁਝ, ਹਨਾ। ਇਹ ਸਾਰਾ ਕੁਝ ਵੀ ਸਾਹਮਣੇ ਆ ਗਿਆ। ਪਰ ਮੈਂ ਇਹੀ ਕਹੂੰਗਾ ਵੀ ਇਹਨਾਂ ਲੋਕਾਂ ਨੂੰ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਮਾਫ ਕਰਤੇ। ਇਹ ਇੰਨੇ ਇਗਨੋਰੈਂਟ ਲੋਕ ਆ, ਇਹਨਾਂ ਨੂੰ ਮਾਫ ਕਰਤੇ, ਕਿਉਂਕਿ ਇਹ ਵੀ ਇੱਕ ਤਰ੍ਹਾਂ ਦਾ ਨਾ ਫੰਡਾਮੈਂਟਲਿਜ਼ਮ ਹੁੰਦਾ, ਇਹ ਕੱਟੜਵਾਦ ਹੁੰਦਾ ਇੱਕ ਤਰ੍ਹਾਂ ਦਾ। ਜਿਹੜੇ ਤੁਹਾਡੇ ਫਿਲਾਸਫੀ ਜਾਂ ਤੁਹਾਡੇ ਆਈਡੀਆ ਦੇ ਵਿੱਚ ਆਉਂਦੇ ਆ ਬੰਦੇ, ਉਹਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਨਹੀਂ ਇਹ ਸਾਡੇ ਬੰਦੇ ਆ। ਜਿਹੜੇ ਉਹਦੇ ਵਿੱਚ ਨਹੀਂ ਫਿੱਟ ਬਹਿੰਦੇ ਉਹਨਾਂ ਨੂੰ ਤੁਸੀਂ ਪ੍ਰੋ ਸਟੇਟ ਕਹਿ ਦਿੰਦੇ ਹੋ, ਉਹਨਾਂ ਨੂੰ ਤੁਸੀਂ ਇਹ ਕਹਿ ਦਿੰਦੇ ਹੋ ਇਹ ਬੀਜੇਪੀ ਦਾ ਬੰਦਾ। ਟਰਾਈ ਐਂਡ ਅੰਡਰਸਟੈਂਡ ਵਾਟ ਆਈ ਐਮ ਟਰਾਈਂਗ ਟੂ ਸੇ। ਜਿਹੜੇ ਫੰਡਾਮੈਂਟਲਿਸਟ ਲੋਕ ਹੁੰਦੇ ਆ ਜਾਂ ਕੱਟੜ ਲੋਕ ਹੁੰਦੇ ਆ, ਉਹ ਕੀ ਹੁੰਦੇ ਆ, ਉਹਨਾਂ ਕੋਲ ਇੱਕ ਧਰਮ ਦਾ, ਆਪਦੇ ਰਿਲੀਜਨ ਦਾ ਇੱਕ ਆਈਡੀਆ ਹੀ ਹੁੰਦਾ ਨਾ। ਉਸ ਆਈਡੀਆ 'ਚ ਜਿਹੜਾ ਕੋਈ ਬੰਦਾ ਫਿੱਟ ਬੈਠਦਾ, ਉਹਨੂੰ ਇਹ ਕਹਿੰਦੇ ਆ ਵੀ ਹਾਂ ਯੂ ਆਰ ਫਾਈਨ। ਐਂਡ ਜਿਹੜਾ ਉਸ ਆਈਡੀਆ 'ਚ ਫਿੱਟ ਨਹੀਂ ਬੈਠਦਾ, ਉਹ ਜਾਂ ਤਾਂ ਕਾਫਰ ਆ, ਉਹ ਰੱਬ ਦਾ ਖੁਦਾ ਦਾ ਬੰਦਾ ਨਹੀਂ ਹੈ, ਹਨਾ। ਤੇ ਉਸ ਬੰਦੇ ਨੂੰ ਉਹ ਬੰਦਾ ਹੀ ਨਹੀਂ ਸਮਝਦੇ, ਕੱਟੜਵਾਦ ਆ ਜਾਂਦਾ ਉੱਥੇ, ਉਹਦੇ ਖਿਲਾਫ ਪੋਜੀਸ਼ਨ ਲੈ ਜਾਂਦੇ ਆ। ਇਹੀ ਗੱਲ ਸਾਡੇ ਨਾਲ ਇਹਨਾਂ ਨੇ ਕੀਤੀ, ਕੋਈ ਖਿੜਕੀ ਨਹੀਂ ਖੁੱਲੀ ਸੀ। ਜੇ ਤੁਸੀਂ ਕੋਈ ਰੈਸ਼ਨਲ ਗੱਲ ਕਰਦੇ ਹੋ, ਹਨਾ, ਵੀ ਆਹ ਪਾਲਿਸੀ ਜਿਹੜੀ ਆਪਣਾ ਜਾਂ ਆਹ ਸਾਡੀ ਸਟ੍ਰੈਟਜੀ ਆ, ਇਹ ਅਸੀਂ ਇਸ ਤਰ੍ਹਾਂ ਪਲਾਨ ਕਰ ਲਈਏ, ਤੇ ਉਹਦੇ ਨਾਲ ਜੇ ਨਹੀਂ ਸਹਿਮਤ, ਇਹ ਤਾਂ ਪ੍ਰੋ ਬੀਜੇਪੀ ਆ, ਇਹ ਤਾਂ ਬੀਜੇਪੀ ਆ, ਇਹ ਤਾਂ ਪਲਾਂਟਡ ਆ। ਤੇ ਬੀਜੇਪੀ ਦਾ ਬੰਦਾ ਕਾਲ ਕੋਠੜੀਆਂ 'ਚ ਰਹਿ ਕੇ ਆਊਗਾ, ਬੀਜੇਪੀ ਦਾ ਬੰਦਾ ਜਿਹਨੂੰ 3-3 ਦਿਨ ਸੌਣ ਨਹੀਂ ਦਿੱਤਾ ਜਾਊਗਾ, ਖਾਣਾ ਨਹੀਂ ਦਿੱਤਾ ਜਾਊਗਾ, ਬੀਜੇਪੀ ਦਾ ਬੰਦਾ ਜੇਲ੍ਹਾਂ 'ਚ ਭੁੰਜੇ ਫਰਸ਼ ਤੇ ਪਊਗਾ, ਬੀਜੇਪੀ ਦਾ ਬੰਦਾ ਉੱਥੇ ਲੋਕਾਂ ਨਾਲ ਲੜ ਲੜ ਕੇ ਉਹ ਜਿਹੜੀ ਦਾਲ ਆ ਉਹ ਮਤਲਬ ਪਾਣੀ ਤੋਂ ਵੀ ਮੈਨੂੰ ਲੱਗਦਾ ਪਤਲੀ ਹੋਣੀ ਆ, ਜੇ ਪਾਣੀ ਦਾ ਕੋਈ ਪਤਲਾ ਰੂਪ ਆ, ਉਹ ਇਹੋ ਜਿਹੀਆਂ ਦਾਲਾਂ ਖਾਊਗਾ, ਉੱਥੇ ਬੈਠ ਕੇ ਸੁੱਕੀਆਂ ਰੋਟੀਆਂ ਉਹਨਾਂ ਦੀਆਂ ਖਾਊਗਾ। ਤੁਸੀਂ what I'm trying to say that ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ, ਇੱਕ ਦੋ ਤਿੰਨ ਗੱਲਾਂ, ਇੱਕ ਸਾਨੂੰ ਹੋਰ ਵੀ, ਸਾਡੇ ਤਾਂ ਗੁਰੂਆਂ ਨੂੰ ਵੀ ਨਹੀਂ ਬਖਸ਼ਿਆ। ਬਾਬੇ ਨਾਨਕ ਨੂੰ ਵੀ ਇਹ ਤੁਸੀਂ ਦੇਖੋ ਵੀ ਭੂਤਨਾ ਬੇਤਾਲਾ ਤੱਕ ਕਹਿੰਦੇ ਹੁੰਦੇ ਸੀ, ਨਹੀਂ ਬਖਸ਼ਦੇ। ਵਾਈ? ਬਿਕਾਜ਼ ਜਦੋਂ ਤੱਕ ਪੈਗੰਬਰਾਂ ਨੂੰ, ਸਾਡੇ ਉਹਨਾਂ ਬੰਦਿਆਂ ਨੂੰ ਨਹੀਂ ਬਖਸ਼ਦੇ ਜਿਹੜੇ ਪੈਗੰਬਰ ਸੀ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਭੇਜੇ ਸੀ, ਆਪਾਂ ਕਿਸ ਖੇਤ ਦੀ ਮੂਲੀਆਂ, ਫਿਰ ਆਪਣੀ ਤਾਂ ਕੋਈ ਔਕਾਤ ਹੀ ਨਹੀਂ ਹੈ ਨਾ ਉਹਨਾਂ ਦੇ ਅੱਗੇ। ਹੁਣ ਇਹ ਗੱਲ ਸਮਝਣੀ ਵੀ ਜ਼ਰੂਰੀ ਆ ਵੀ ਜਿਹੜੀ ਇਹ ਦੁਨੀਆ ਨਾ ਬਾਈ, ਇੱਥੇ ਦੋ ਤਿੰਨ ਤਰ੍ਹਾਂ ਦੇ ਲੋਕ ਹਮੇਸ਼ਾ ਹੀ ਹੁੰਦੇ ਆ ਤੇ ਰਹਿਣਗੇ। ਉਹ ਇੱਕ ਲੋਕ ਉਹ ਹੁੰਦੇ ਆ ਜਿਹੜੇ ਤੁਹਾਨੂੰ ਪਿਆਰ ਕਰਦੇ ਆ, ਜਿਹੜੇ ਜਿਨ੍ਹਾਂ ਤੱਕ ਤੁਹਾਡੀਆਂ ਵਾਈਬਸ ਪਹੁੰਚਦੀਆਂ, ਹਨਾ। ਇੱਕ ਲੋਕ ਉਹ ਹੁੰਦੇ ਆ ਜਿਹੜੇ ਤੁਹਾਨੂੰ ਪ੍ਰੈਜੁਡਿਸ ਹੋ ਜਾਂਦਾ ਉਹਨਾਂ ਦਾ ਮਾਈਂਡ, ਉਹਨਾਂ ਤੱਕ ਵਾਈਬਸ ਵੀ ਪਹੁੰਚਣ ਪਰ ਉਹਨਾਂ ਨੇ ਮੰਨ ਲੈਣਾ ਵੀ ਇਹ ਤਾਂ ਗਲਤੀ ਆ, ਇਹ ਤਾਂ ਐਂ ਹੋਊਗਾ, ਕਿਉਂਕਿ ਮਾਈਂਡ ਪ੍ਰੈਜੁਡਿਸ ਹੋ ਰੱਖਿਆ। ਇੱਕ ਲੋਕ ਉਹ ਹੁੰਦੇ ਆ ਜਿਹੜਾ ਤੁਹਾਡਾ ਰੈਸ਼ਨਲ ਥਿੰਕਿੰਗ ਦੇ ਥਰੂ ਤੁਹਾਡੇ ਕੰਡਕਟ, ਤੁਹਾਡਾ ਸਬਸੀਕੁਐਂਟ ਕੰਡਕਟ ਐਂਡ ਤੁਹਾਡੇ ਪੋਸਚਰਿੰਗ ਤੋਂ ਤੁਹਾਨੂੰ ਜੱਜ ਕਰਦੇ ਆ, ਹਨਾ, ਵੀ ਕਿਸ ਤਰ੍ਹਾਂ ਦੀ ਇਹਦੀ ਬੋਲੀ ਆ, ਕਿਸ ਤਰ੍ਹਾਂ ਦਾ ਬਿਹੇਵੀਅਰ ਆ, ਕਿਸ ਤਰ੍ਹਾਂ ਦਾ ਲਹਿਜ਼ਾ ਕਿਵੇਂ ਆ, ਨਫਾਸਤ ਕਿੰਨੀ ਕਾ ਇਹਦੇ ਚ, ਹਨਾ, ਇਸ ਗੱਲ ਤੋਂ ਜੱਜ ਕਰਦੇ ਆ ਤੁਹਾਨੂੰ। ਤੇ ਉਹ ਫਿਰ ਤੁਹਾਡੀ ਸਪੋਰਟ ਚਾਹੁੰਦੇ ਆ, ਉਹ ਤੁਹਾਡੇ ਖਿਲਾਫ ਹੋ ਜਾਂਦੇ ਆ। ਜਿਹੜੇ ਤੁਹਾਨੂੰ ਪਿਆਰ ਕਰਦੇ ਆ ਉਹ ਤਾਂ ਸਪੋਰਟ ਚ ਹੀ। ਇੱਕ ਵੱਡੀ ਗੱਲ ਕਰ ਰਹੇ ਆ ਅੱਜ, ਮੈਨੂੰ ਨਹੀਂ ਪਤਾ ਕਰਨੀ ਚਾਹੀਦੀ ਹੈ ਕਿ ਨਹੀਂ, ਕਿ ਦੀਪ ਸਿੱਧੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਅੱਜ ਇੱਥੇ ਇਹ ਗੱਲ ਕਹਿ ਸਕਦਾ ਵੀ ਉਹ ਬੀਜੇਪੀ ਵੱਲੋਂ ਪਲਾਂਟਡ ਨਹੀਂ ਸੀ? ਦੀਪ ਸਿੱਧੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਚ ਵੀ, ਹਨਾ, ਤੇ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਗੱਲ ਕਹਿ ਸਕਦਾ ਵੀ ਦੀਪ ਸਿੱਧੂ ਬੀਜੇਪੀ ਵੱਲੋਂ ਪਲਾਂਟਡ ਨਹੀਂ ਸੀ। ਦੀਪ ਸਿੱਧੂ ਨੇ ਹਮੇਸ਼ਾ ਹੀ ਸਿੱਖਾਂ ਦੀ, ਆਪਦੇ ਬੰਦਿਆਂ ਦੀ, ਹਮੇਸ਼ਾ ਇਹ ਚਾਹਿਆ ਵੀ ਅਸੀਂ ਜਿਵੇਂ ਸਾਨੂੰ ਗੁਰੂ ਨੇ ਰੱਖਿਆ, ਸੋਵਰਨ ਰਹੀਏ, ਅਸੀਂ ਉਸ ਤਰ੍ਹਾਂ ਉਸ ਗੁਰੂ ਦੇ ਅਧੀਨ ਰਹੀਏ, ਉਸ ਅਕਾਲ ਪੁਰਖ ਦੇ ਅਧੀਨ ਰਹੀਏ। ਹੋਰ ਅਸੀਂ ਕਿਸੇ ਦੇ ਅਧੀਨ ਨਹੀਂ ਆ, ਕਿਸੇ ਬੀਜੇਪੀ ਦੇ, ਕਿਸੇ ਹੋਰ ਆਰਐਸਐਸ ਦੇ ਅਧੀਨ ਨਹੀਂ ਆ। ਤੇ ਸਿੱਖਾਂ ਦੀ ਹਮੇਸ਼ਾ ਹੀ ਉਹਨੇ ਭਲਾ ਚਾਹਿਆ, ਹਮੇਸ਼ਾ ਹੀ ਚਾਹੁੰਦਾ ਰਹੂਗਾ। ਤੇ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਦੀਪ ਸਿੱਧੂ ਨੇ ਜਦੋਂ ਵੀ ਕੋਈ ਕਿਤੇ ਖੜਾ, ਉਹ ਉਸ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਖੜਾ, ਉਹ ਤੋਂ ਬਿਨਾਂ ਦੀਪ ਸਿੱਧੂ ਕਿਤੇ ਨਹੀਂ ਖੜਾ ਸੀ। ਅੱਜ ਤੁਹਾਡੇ ਸਟੈਪ ਨਾਲ ਸੰਘਰਸ਼ ਨੂੰ ਢਾਹ ਨਹੀਂ ਲੱਗੀ? 26 ਤੋਂ ਬਾਅਦ ਸੰਘਰਸ਼ ਕਿਹਾ ਗਿਆ, ਪਹਿਲਾਂ ਜਿਹਾ ਨਹੀਂ ਰਿਹਾ ਸੰਘਰਸ਼, ਉਹ ਉਸ ਰੌਂ ਤੇ ਕਦੇ ਪਹੁੰਚ ਨਹੀਂ ਸਕਿਆ। ਨਹੀਂ, ਉਹ ਸਿਖਰ ਸੀ, ਮੈਂ ਆਪੇ ਮੰਨਦਾ, ਪਰ ਉਹ ਸਿਖਰ ਨੂੰ ਸੰਭਾਲਿਆ ਨਹੀਂ ਗਿਆ। ਉਹ ਇੱਕ ਲੀਡਰਸ਼ਿਪ ਫੇਲੀਅਰ ਸੀ। ਹੁਣ ਉਹਦਾ ਸਾਰਾ ਜਿਹੜਾ ਤੁਸੀਂ ਇਹ ਕਹਿ ਲਓ ਸਿਹਰਾ ਉਸ ਗੱਲ ਦਾ ਮੇਰੇ ਸਿਰ ਬੰਨ੍ਹ ਦਿੱਤਾ ਗਿਆ। ਪਰ ਇੱਕ ਬੰਦਿਆਂ ਤੇ ਜਦੋਂ ਐਡੀਆਂ ਵੱਡੀਆਂ ਐਜੀਟੇਸ਼ਨਸ ਚੱਲਦੀਆਂ ਹੋਣ ਨਾ, ਤੁਸੀਂ ਇੱਕ ਤਾਂ ਜਿਹੜੇ ਅੰਦੋਲਨ ਆ ਉਹਨਾਂ ਨੂੰ ਐਨਾਲਾਈਜ਼ ਕਰਨਾ ਸਿੱਖੋ, ਉਹਨਾਂ ਨੂੰ, ਸਾਨੂੰ ਇਤਿਹਾਸ ਤੋਂ ਆਪਾਂ ਐਨਾਲਾਈਜ਼ ਕਰੀਏ। ਉਹੀ ਗੱਲਾਂ ਹੁੰਦੀਆਂ ਜਦੋਂ 84 ਜਾਂ ਉਸ ਵੇਲੇ ਦਾ ਜਿਹੜਾ ਸਾਰਾ ਸੰਘਰਸ਼ ਸੀ, ਉਸ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵਰਸਸ ਇੰਦਰਾ ਗਾਂਧੀ ਬਣਾ ਦਿੱਤਾ ਗਿਆ। ਨਹੀਂ, ਉਹਦੇ ਪਿੱਛੇ ਬੜੀਆਂ ਪਰਤਾਂ ਹੁੰਦੀਆਂ, ਬੜਾ ਕੁਝ ਚੱਲ ਰਿਹਾ ਹੁੰਦਾ। ਤੁਸੀਂ ਤਾਂ ਬਾਈ ਇਸ ਗੱਲ ਨੂੰ ਸਮਝੋਗੇ,
ਔਰ ਬਹੁਤ ਲੋਕ ਵੀ ਸਾਡੇ ਸਮਝਣਗੇ, ਬੜੀਆਂ ਪਰਤਾਂ, ਬੜਾ ਕੁਝ ਚੱਲ ਰਿਹਾ ਫਿਰ ਸੀ। ਇਸ ਐਜੀਟੇਸ਼ਨ ਨੂੰ ਵੀ ਤਾਂ 26 ਤੋਂ ਬਾਅਦ ਕਾਮਰੇਡ ਵਰਸਸ ਪੰਥਕ ਬਣਾਇਆ ਗਿਆ। ਨਹੀਂ, ਇਹ ਹੋਣਾ ਨਹੀਂ ਚਾਹੀਦਾ। ਤੁਸੀਂ ਇੱਕ ਗੱਲ, ਮੈਂ ਹੋਰ ਤੁਹਾਨੂੰ ਗੱਲ ਦੱਸਦਾ, ਪੰਥਕ ਲੋਕ ਵੀ ਸਾਡੇ ਆ ਤੇ ਉਹ ਕਾਮਰੇਡ ਵੀ ਸਾਡੇ ਹੀ ਆ ਨਾ। ਜਿਹੜੇ ਉਹ ਕਾਮਰੇਡ ਆ, ਮੈਂ ਵੀ ਇਹ ਗੱਲ ਆਪਦੀ ਗਲਤੀ ਮੰਨਦਾ ਵੀ ਬੜੀ ਪੋਜੀਸ਼ਨ, ਮੈਂ ਵੀ ਕਈ ਵਾਰੀ ਇਹ ਗੱਲ ਕਹਿ ਦਿੰਦਾ ਸੀ ਵੀ ਕਾਮਰੇਡ, ਮੈਂ ਇੱਥੋਂ ਤੱਕ ਕਿਹਾ, ਮੈਂ ਕਈ ਵਾਰੀ ਮੇਰੀ ਭਾਸ਼ਾ, ਇੱਕ ਵਾਰੀ ਮੈਂ ਆਪਦੇ ਭਾਸ਼ਾ ਤੋਂ ਡਿੱਗਿਆ ਤੇ ਉਹ ਮੈਂ ਗਲਤੀ ਮੰਨਦਾ ਜਦੋਂ ਮੈਂ ਇਹ ਕਿਹਾ ਗਿਆ ਵੀ, ਮੈਂ ਉਹਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਵੀ ਇਹਨਾਂ ਦੇ ਚਾਦਰੇ ਜਾਂ ਪਜਾਮੇ ਲਵਾ ਕੇ ਦੇਖੋ, ਇਹਨਾਂ ਦੇ ਲਾਲ ਕੱਛੇ ਮਿਲਣਗੇ, ਹਨਾ। ਆਈ ਟੇਕ ਮਾਈ ਵਰਡਸ ਬੈਕ। ਇਹ ਜੇਲ੍ਹ 'ਚ ਜਾ ਕੇ ਸੁਧਾਰ ਹੋਇਆ ਕਿ ਤੁਹਾਨੂੰ ਇਹ ਗਲਤੀ ਨਹੀਂ ਕਰਨੀ ਚਾਹੀਦੀ? ਨਹੀਂ, ਹਾਂ, ਮੇਰੀ ਦੇਖੋ, ਕਈ ਵਾਰੀ ਬੰਦਾ ਨਾ, ਜਦੋਂ ਤੁਹਾਡੇ ਸੱਟ ਵੱਜਦੀ ਆ, ਸੱਟ ਵੱਜਦੀ ਆ, ਗੁੱਸਾ ਆਉਂਦਾ, ਵੀ ਆਰ ਹਿਊਮਨ ਬੀਇੰਗਸ, ਰਾਈਟ? ਉਹ ਗੁੱਸੇ 'ਚ ਕਈ ਵਾਰੀ ਤੁਸੀਂ ਕੋਈ ਗੱਲ ਕਹਿ ਜਾਂਦੇ ਹੋ, ਬਟ ਟੁਡੇ ਆਈ ਟੇਕ ਇਟ ਬੈਕ। ਹੁਣ ਜਿਹੜੇ ਗੱਲ ਜਿੱਥੇ ਆ ਕੇ ਖੜਦੀ ਹੈ ਨਾ, ਵੀ ਇਹੀ ਬੰਦੇ ਆ, ਇਹੀ ਬੰਦੇ ਪੰਜਾਬ 'ਚ ਆ, ਇੱਥੇ ਕਾਮਰੇਡ ਵੀ ਆ, ਇੱਥੇ ਪੰਥਕ ਵੀ ਆ, ਇੱਥੇ ਸਾਡੇ ਅਕਾਲੀ ਵੀ ਆ, ਇੱਥੇ ਸਾਡੇ ਕਾਂਗਰਸੀ ਵੀ ਆ, ਸਾਨੂੰ ਇਹਨਾਂ ਨਾਲ ਹੀ ਰਹਿਣਾ ਪਊਗਾ ਨਾ। ਇਹੀ ਬੰਦੇ ਸਾਡੇ ਪਿੰਡਾਂ 'ਚ ਬੈਠੇ ਆ, ਸ਼ਹਿਰਾਂ 'ਚ ਬੈਠੇ ਆ। ਹੁਣ ਅਸੀਂ ਇੱਕ ਦੂਜੇ ਨੂੰ ਐਡਰੈਸ ਕਿਵੇਂ ਕਰਨਾ, ਇੱਕ ਦੂਜੇ ਨੂੰ ਸੰਬੋਧਨ ਕਿਵੇਂ ਕਰਨਾ, ਉਹਦਾ ਲਹਿਜ਼ਾ ਵੀ ਸਿੱਖਣਾ ਪਊਗਾ ਨਾ। ਸਾਡੇ 'ਚ ਨਫਾਸਤ ਹੀ ਨਹੀਂ ਰਹੂਗੀ, ਫਿਰ ਤਾਂ ਅਸੀਂ ਡਿਟੀਰੀਓਰੇਟ ਕਰਦੇ ਜਾਵਾਂਗੇ। ਇਹ ਡਿਟੀਰੀਓਰੇਸ਼ਨ 'ਚ ਨਹੀਂ ਅਸੀਂ ਪੈਣਾ, ਅਸੀਂ ਤਾਂ ਪ੍ਰੋਗਰੈਸਿਵ ਸੋਚ ਰੱਖਣੀ ਆ, ਅਸੀਂ ਅੱਗੇ ਵਧਣਾ, ਆਪਦੇ ਬੰਦਿਆਂ ਨੂੰ ਇਹ ਗੱਲ ਦੱਸਣੀ ਆ ਵੀ ਇਕੱਠੇ ਹੋ ਕੇ ਲੜੀਏ ਆਪਾਂ ਇਹਨਾਂ ਵਖਰੇਵਿਆਂ ਨੂੰ। ਤਾਂ ਜਿਵੇਂ ਮੈਂ ਪਹਿਲਾਂ ਕਿਹਾ, ਵੀ ਵਿਲ ਪ੍ਰੋਟੈਕਟ ਈਚ ਅਦਰਸ ਰਾਈਟ ਟੂ ਸੇ ਟਿਲ ਦ ਲਾਸਟ ਡ੍ਰੌਪ ਆਫ ਮਾਈ ਬਲੱਡ, ਆਫ ਆਰ ਬਲੱਡ। ਬਟ ਇੱਕ ਦੂਜੇ ਨਾਲ ਜੇ ਅਸੀਂ ਸਹਿਮਤ ਵੀ ਨਹੀਂ ਆ, ਫਿਰ ਵੀ ਸਾਨੂੰ ਇੱਕ ਦੂਜੇ ਦਾ ਰਾਈਟ ਟੂ ਸੇ ਪ੍ਰੋਟੈਕਟ ਕਰਨਾ ਪਊਗਾ। ਇਹੀ ਡੈਮੋਕ੍ਰੇਸੀ ਹੁੰਦੀ ਆ। ਜਿਹੜੇ ਉਹ 26 ਤੋਂ ਲੈ ਕੇ 8 ਦੀ ਰਾਤ ਤੱਕ ਦੇ ਦਿਨ ਸੀਗੇ, ਹਾਂਜੀ, ਉਹ ਬਹੁਤ ਔਖੇ ਸੀ। ਉਹ ਕਿੱਥੇ ਕੱਟੇ ਆ ਦੀਪ ਸਿੱਧੂ ਨੇ? ਉਹ ਬਹੁਤ ਔਖੇ ਸੀ ਬਾਈ। ਉਹ ਐਂ ਸੀ ਵੀ ਉਸ ਵੇਲੇ ਸਾਰੇ, ਮੇਰਾ ਪਰਿਵਾਰ ਵੀ ਘਰੋਂ ਬਾਹਰ, ਹਨਾ, ਮੈਂ ਵੀ ਘਰੋਂ ਬਾਹਰ, ਇੱਕ ਦੂਜੇ ਨਾਲ ਟੱਚ 'ਚ ਵੀ ਨਹੀਂ, ਕਿਉਂਕਿ ਫੋਨ ਜੇ ਅਸੀਂ ਔਨ ਕਰਦੇ ਤਾਂ ਉਦੋਂ ਉਹਨਾਂ ਕੋਲੇ ਲੋਕੇਸ਼ਨਸ ਪਹੁੰਚ ਜਾਣੀਆਂ ਸੀ, ਹਨਾ। ਤੇ ਇਹ ਸੋਚ ਰਹੇ ਸੀ, ਸੀਗੇ ਨਹੀਂ ਤੁਹਾਡੇ ਕੋਲ? ਨਹੀਂ, ਕੋਈ ਮੇਰੇ ਕੋਲੇ ਫੋਨ ਨਹੀਂ ਸੀ। ਫੋਨ ਕੋਸ਼ਿਸ਼ ਕਰਦੇ ਸੀ ਵੀ ਨਵੇਂ ਲੈ ਲਈਏ, ਉਹਦੇ 'ਚ ਕੋਈ ਸਿਗਨਲ ਚਲਾ ਲਓ, ਟੈਲੀਗ੍ਰਾਮ ਚਲਾ ਲਓ, ਕੋਸ਼ਿਸ਼ ਕੀਤੀ, ਇੱਕ ਦੋ ਵਾਰੀ ਚਲਾਇਆ, ਜਦੋਂ ਫਿਰ ਟਰੈਪ ਲੱਗ ਗਿਆ, ਫਿਰ ਛੱਡਨੇ ਪਏ। ਸੋ ਲਿਟਰਲੀ ਨਾਟ ਕੰਟੈਕਟੇਬਲ। ਪੰਜਾਬ 'ਚ ਸੀਗੇ, ਹਰਿਆਣਾ 'ਚ ਸੀ? ਪੰਜਾਬ 'ਚ, ਹਨਾ। ਤੇ ਉਹ ਵੀ ਇੱਕ ਸਟੋਰੀ ਆ, ਪੁਲਿਸ ਕਿਵੇਂ ਪ੍ਰੈਜ਼ੈਂਟ ਕਰਦੀ ਆ ਗੱਲਾਂ ਨੂੰ, ਉਹ ਵੱਖਰੀ ਗੱਲ ਆ। ਉਹ ਆਪਣੇ ਆਪ 'ਚ ਸਟੋਰੀ ਆ। ਔਰ ਮੈਂ ਆਈ ਹੈਵ ਰਿਟਨ ਮਾਈ ਨੋਟਸ, ਆਈ'll write a book on it. Every word will be true. ਕੁਛ ਇੱਕ ਦੋ ਗੱਲਾਂ ਦੱਸੋ ਸਾਨੂੰ ਅੱਜ ਕਿ ਉਦੋਂ ਕੀ ਹੋਇਆ? ਨਹੀਂ, ਉਦੋਂ ਹੋਇਆ ਇਹ ਵੀ, ਸਨੀ ਦਿਓਲ ਤੇ ਵੀ ਗੁੱਸਾ ਕੀਤਾ ਇੱਕ ਵੀਡੀਓ ਦੇ ਵਿੱਚ ਕਿ ਤੇਰੇ ਨਾਲ ਵੀ ਨਿਬੜਾਂਗੇ ਬਾਈ, ਚੰਗੀ ਨਹੀਂ ਕੀਤੀ। ਨਹੀਂ, ਉਹ ਗੱਲ ਆਏ ਆ। ਹੁਣ ਉਹ ਵੀ ਜਦੋਂ ਆਪਦਿਆਂ ਤੇ ਗੁੱਸਾ ਆਏ ਆਉਂਦਾ ਵੀ, ਪਹਿਲਾਂ ਮੈਂ ਐਕਸਪੈਕਟ ਕੀਤਾ ਸੀ ਵੀ ਕਿਸਾਨ ਅੰਦੋਲਨ 'ਚ, ਸੰਘਰਸ਼ 'ਚ ਵੀ ਉਹ ਬੋਲਣਗੇ, ਨਹੀਂ ਬੋਲੇ। ਫਿਰ ਜਦੋਂ ਚਾਹੇ ਚਲੋ ਪੋਲੀਟੀਕਲੀ ਐਂਡ ਆਈਡੀਓਲੋਜੀਕਲੀ ਅਸੀਂ ਇੱਕ ਦੂਜੇ ਨਾਲ ਨਾ ਸਹਿਮਤ ਹੋਈਏ, ਕੋਈ ਗੱਲ ਨਹੀਂ, ਜਿੰਨੀ ਦੇਰ ਮੇਰੇ ਤੇ ਵਿਪਤਾ ਰਹੀ ਆ, ਮੈਂ ਸਨੀ ਦਿਓਲ ਕੋਲੇ ਨਹੀਂ ਗਿਆ, ਨਾ ਮੇਰਾ ਕੋਈ ਪਰਿਵਾਰ ਉੱਥੇ ਤੱਕ ਗਿਆ, ਨਾ ਧਰਮ ਜੀ ਕੋਲੇ ਗਿਆ ਵੀ ਸਾਨੂੰ ਤੁਸੀਂ ਮਦਦ ਕਰੋ। ਨਹੀਂ, ਮਤਲਬ ਹੀ ਨਹੀਂ ਰਿਸ਼ਤਾ ਅੱਜ ਦੀ ਡੇਟ 'ਚ, ਕਿਉਂਕਿ ਨਕਾਰਿਆ ਉਹਨਾਂ ਨੇ, ਉਹ ਤਾਂ ਪਬਲਿਕਲੀ ਨਕਾਰ ਗਏ। ਤੁਹਾਡੇ ਭਰਾ ਨੇ ਅਪਰੋਚ ਨਹੀਂ ਕੀਤੀ ਜਦੋਂ ਇਸ ਪੂਰੇ ਵਾਕਿਏ 'ਚ ਰਹੇ ਹੋ? Not even once. ਕਿ ਅਮਿਤ ਸ਼ਾਹ ਨਾਲ, ਮੋਦੀ ਜੀ ਨਾਲ ਇੱਕ ਵਾਰ ਗੱਲ ਕਰ ਲੈਣ? Not even once. ਹੁਣ ਜਦੋਂ ਉਹਨਾਂ ਨੇ ਪਬਲਿਕਲੀ ਨਕਾਰਤਾ, ਕਿਉਂਕਿ ਜਦੋਂ ਸਟੇਟ ਦੀ ਮਾਰ ਪੈਂਦੀ ਹੈ ਨਾ ਬਾਈ, ਮੈਂ ਤਾਂ ਦੇਖਿਆ ਨਾ, ਪ੍ਰਤੱਖ ਦੇਖੀ ਆ ਇਹ ਗੱਲ, ਵਰਦੀ ਅੱਗ 'ਚ ਕੋਈ ਨਹੀਂ ਖੜਦਾ, ਰਿਸ਼ਤੇਦਾਰ ਭੱਜ ਜਾਂਦੇ ਆ, ਦੋਸਤ ਭੱਜ ਜਾਂਦੇ ਆ, ਕੋਈ ਨਹੀਂ ਖੜਦਾ। ਇਹ ਮੇਰੇ ਨਾਲ ਤਾਂ ਹੋ ਗਿਆ, ਜਮਾ ਕੱਲਾ। ਉਹ 14 ਦਿਨਾਂ 'ਚ ਲੋਕ ਭੱਜ ਗਏ ਸੀ, ਤੁਸੀਂ ਗਏ ਕਿਸੇ ਇੱਕ ਕੋਲ? ਭੈਣ ਨੇ ਰੱਖੜੀ ਬੰਨੀ ਸੀ। ਹੁਣ ਇਹਨੂੰ ਜਿਹੜਾ ਮਰਜ਼ੀ ਫੇਥ ਮੰਨ ਲਓ, ਔਰ ਉਹਨੇ ਬੰਨਦੇ ਹੋਏ ਇਹ ਕਿਹਾ ਸੀ ਵੀ ਤੇਰੀ ਹਵਾ ਨੂੰ ਵੀ ਨਹੀਂ ਕੋਈ ਦੇਖ ਸਕੂਗਾ, ਔਰ ਆਈ ਹੋਇਆ। ਰੈਂਡਮਲੀ ਜਾ ਰਹੇ ਸੀ ਲੋਕਾਂ ਕੋਲੇ, ਕਿਸੇ ਦਾ ਦਰਵਾਜ਼ਾ ਖੜਕਾਇਆ ਹੋਵੇ ਤੁਸੀਂ, ਜਾਂ ਕਿਤੇ ਰਹੇ ਹੋ? ਹਾਂ, ਨਹੀਂ ਰਿਹਾ ਤਾਂ ਮੈਂ ਹੁਣ ਜਿਵੇਂ ਆਏ ਆ ਨਾ, ਲੋਕਾਂ ਕੋਲੇ, ਜਿਨ੍ਹਾਂ ਕੋਲੇ ਜਾਂਦਾ ਸੀ, ਕਈਆਂ ਨੇ ਉਹਨਾਂ ਨੇ ਰੱਖਿਆ ਜਿਨ੍ਹਾਂ ਤੇ ਕੋਈ ਕਦੇ ਆਸ ਹੀ ਨਹੀਂ ਸੀ, ਜਿਨ੍ਹਾਂ ਤੇ ਆਸ ਸੀ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ। ਹੁਣ ਤੁਸੀਂ ਇਹ ਦੇਖ ਲਓ, ਤੁਸੀਂ ਇਹ ਵੀ ਪ੍ਰਮਾਤਮਾ ਦਾ ਭਾਣਾ ਹੀ ਆ। ਪਰ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ, ਸ਼ਹੀਦਾਂ ਸਿੰਘਾਂ ਦਾ ਪਹਿਰਾ, ਜੇਲ੍ਹ 'ਚ ਰਾਤ ਨੂੰ ਦਿਨੇ ਬਾਬਾ ਦੀਪ ਸਿੰਘ ਨੂੰ ਅਰਦਾਸ ਕਰਨੀ ਵੀ ਬਾਬਾ ਜੀ ਪਹਿਰਾ ਰੱਖਿਓ ਸ਼ਹੀਦਾਂ ਸਿੰਘਾਂ ਦਾ, ਔਰ ਉਹਨਾਂ ਨੇ ਰੱਖਿਆ। ਮਤਲਬ ਜਮਾਂ ਜਿੰਨੀ ਮਰਜ਼ੀ ਤੱਤੀ ਵਾਹ ਵਾਗੀ ਹੋਵੇ, ਪਰ ਅੰਦਰ ਦ੍ਰਿੜਤਾ ਤੇ ਨਿਸ਼ਚੇ ਉਵੇਂ ਹੀ ਰੱਖਿਆ।
ਪਰ ਉਹ ਜਿਹੜੀ ਵੀਡੀਓ ਸੀ, ਉਸ ਵੀਡੀਓ 'ਚ ਬਹੁਤ ਡੋਲਿਆ ਹੋਇਆ ਦੀਪ ਸਿੱਧੂ ਦਿਸਿਆ, ਨਹੀਂ, ਉਹ ਤੁਹਾਡੇ ਪਰਿਵਾਰ ਤੇ ਟਾਰਗੇਟ ਹੋਇਆ, ਕਿਸੇ ਇੱਕ ਪੱਤਰਕਾਰ ਵੱਲੋਂ ਸ਼ਬਦ ਤੁਹਾਡੇ ਪਿਤਾ ਬਾਰੇ ਬੋਲੇ ਗਏ, ਉਹ ਸਾਰਾ ਕੁਝ ਹੋਇਆ। ਤਾਂ ਉਸ ਦਿਨ ਇਹ ਲੱਗ ਰਿਹਾ ਸੀ ਕਿ ਦੀਪ ਸਿੱਧੂ ਹੁਣ ਟੁੱਟ ਚੁੱਕਿਆ। ਨਹੀਂ, ਉਹ ਬਿਲਕੁਲ ਗੱਲ ਤੁਹਾਡੀ ਠੀਕ ਆ। ਕਈ ਮੌਕੇ ਸਾਡੇ ਤੇ ਇਹੋ ਜਿਹੇ ਆਉਂਦੇ ਆ ਵੀ ਦੀਪ ਸਿੱਧੂ ਇਮੋਸ਼ਨਲ ਹੋ ਸਕਦਾ। ਦੀਪ ਸਿੱਧੂ ਇਮੋਸ਼ਨਲ ਕਿਉਂਕਿ ਉਹ ਇੱਕ ਜਜ਼ਬਾਤੀ ਇਨਸਾਨ ਆ, ਇੱਕ ਓਨੈਸਟ ਬੰਦਾ। ਦੀਪ ਸਿੱਧੂ ਇਮੋਸ਼ਨਲ ਹੋ ਕੇ ਜਦੋਂ ਤੁਸੀਂ ਉਹਨੂੰ ਗਦਾਰ ਕਹਿਤਾ, ਆਪਦੇ ਲੋਕਾਂ ਲਈ, ਆਪਦੀ ਮਿੱਟੀ ਲਈ ਲੜ ਰਿਹਾ। ਦੀਪ ਸਿੱਧੂ ਦਾ ਆਪਣਾ ਕਿਹੜਾ ਗੱਡਾ ਖੜਾ ਸੀ, ਜੇ ਆਪਾਂ ਪੰਜਾਬੀ 'ਚ ਗੱਲ ਕਰੀਏ ਵੀ ਆਹ ਸਭ ਕੁਝ ਕਰੀਏ। ਅੱਜ ਵੀ ਮੈਂ ਬਹਿਮਣ ਦਵਾਨੇ ਪਿੰਦੀ ਭੈਣ ਆ ਮੇਰੇ, ਉਹਨਾਂ ਨਾਲ ਗੱਲ ਕਰ ਰਿਹਾ ਸੀ। ਉਹ ਮੈਨੂੰ ਕਹਿੰਦੇ ਸੀ ਕੀ ਲੈਣਾ ਸੀ ਲੋਕਾਂ ਲਈ ਇਹੋ ਜਿਹਾ ਕੁਝ ਕਰਕੇ, ਇੰਨਾ ਸਮਾਂ ਅਸੀਂ ਪਤਾ ਕਿਵੇਂ ਕੱਢਿਆ, ਰੋਜ਼ ਅਰਦਾਸਾਂ ਕਰ ਕਰ ਰੋ ਰੋ ਕੇ ਸੌਂਦੇ ਸੀ। ਮੈਂ ਕਿਹਾ ਨਹੀਂ ਆਪਣੇ ਹੀ ਲੋਕ ਆ, ਪਰ ਘਰਦਿਆਂ ਨੂੰ ਕਿਵੇਂ ਲੱਗਦਾ, ਉਹਨਾਂ ਨੂੰ ਇਹੀ ਲੱਗਦਾ ਨਾ। ਦੀਪ ਸਿੱਧੂ ਰੋਏ ਹੈ ਇਸ ਪੂਰੇ ਵਾਕਿਏ 'ਚ? ਬਿਲਕੁਲ, ਕਿਉਂ ਨਹੀਂ ਰੋਇਆ। ਦੀਪ ਸਿੱਧੂ ਤਾਂ ਮੇਰੇ ਖਿਆਲ 'ਚ ਉਸ ਲਾਈਵ 'ਚ ਹੀ ਇਮੋਸ਼ਨਲ ਹੋ ਗਿਆ ਸੀ, ਹਨਾ। ਜਜ਼ਬਾਤੀ ਬੰਦੇ ਆ ਆਪਾਂ ਇਹਨਾਂ ਗੱਲਾਂ ਤੋਂ ਤਾਂ ਨਹੀਂ ਮੁਨਕਰ ਹੋ ਸਕਦੇ। ਤੇ ਦੀਪ ਸਿੱਧੂ ਟੁੱਟਿਆ ਨਹੀਂ ਸੀ। ਦੀਪ ਸਿੱਧੂ ਵਾਸ ਵੈਰੀ ਹਰਟ, ਹਨਾ। ਬਹੁਤ ਹਰਟ ਸੀ ਮੈਂ ਵੀ ਮੇਰੇ ਨਾਲ ਤੁਸੀਂ ਕੀਤੀ ਕੀ ਹੈ ਯਾਰ। ਤੁਸੀਂ ਛੱਡੋ, ਤੁਸੀਂ ਉਸ ਇਤਿਹਾਸਿਕ ਪਲ ਨੂੰ ਹੀ ਨਹੀਂ ਮਾਣ ਸਕੇ ਜਿਹੜਾ ਅਸੀਂ ਅਚੀਵ ਕਰ ਗਏ ਸੀ। ਕਿੱਡੀ ਵੱਡੀ ਗੱਲ ਸੀ ਉਹ। ਫਿਰ ਤੁਸੀਂ ਇੰਟਰਨੈਸ਼ਨਲੀ ਦੇਖੋ, ਕੋਈ ਮੂਵਮੈਂਟ ਹੁੰਦੀ ਹੈ ਨਾ ਬਾਈ, ਐਡੀ ਵੱਡੀ ਇੰਟਰਨੈਸ਼ਨਲ ਸਿਗਨੀਫੀਕੈਂਸ ਬਣ ਜੇ, ਹਾਲੀਵੁੱਡ ਪਰਸਨੈਲਿਟੀਜ਼ ਉੱਠ ਕੇ, ਠੀਕ ਹੈ। ਤੁਸੀਂ ਰਿਆਨਾ ਦੇਖ ਲਓ, she spoke about it. Lot of other actors spoke about it. ਹੋਰ ਬਹੁਤ ਸਾਰੇ ਲੋਕ, Greta Thunberg spoke about it. ਫਿਰ ਕਮਲਾ ਹੈਰਿਸ, ਵਾਈਸ ਪ੍ਰੈਜ਼ੀਡੈਂਟ ਆਫ US, ਰਾਈਟ, ਉਹਨਾਂ ਦੀ she spoke and her niece spoke about it. ਹੁਣ ਤੁਸੀਂ ਇੰਨੀ ਵੱਡੀ ਗਲੋਬਲ ਸਿਗਨੀਫੀਕੈਂਸ, ਐਂਡ ਆਪਾਂ ਹਜੇ ਤੱਕ ਵੀ ਉਸ ਐਜੀਟੇਸ਼ਨ ਨੂੰ, ਜੋ ਇਹਦਾ ਕਲੋਜ਼ਰ ਹੋਣਾ ਚਾਹੀਦਾ ਸੀ, ਜੋ ਸਾਡੇ ਲੋਕਾਂ ਨੂੰ ਸੈਂਸ ਆਫ ਵਿਕਟਰੀ ਦੇਣੀ ਚਾਹੀਦੀ ਸੀ, ਅਸੀਂ ਉਹਨਾਂ ਨੂੰ ਦੇ ਨਹੀਂ ਸਕੇ। ਲੀਡਰਸ਼ਿਪ ਫੇਲਿਅਰ ਅਸੀਂ ਨਹੀਂ ਕਿਤੇ ਉਹਦੀ ਗੱਲ ਕਰਾਂਗੇ, ਜਾਂ ਲੀਡਰਸ਼ਿਪ ਨੂੰ ਕਿਤੇ ਨਾ ਕਿਤੇ ਮੰਥਨ ਨਹੀਂ ਕਰਨਾ ਚਾਹੀਦਾ। ਸਾਡੇ ਤਾਂ ਆਗੂ ਆ, ਸਾਡੇ ਸੀਨੀਅਰ ਆ, ਸਾਡੇ ਆਪਦੇ ਲੀਡਰ ਆ ਉਹ। ਮੈਂ ਅੱਜ ਵੀ ਕਹਿਣਾ, ਮੇਰੀ ਕੋਈ ਰੰਜਿਸ਼ ਨਹੀਂ ਆ ਉਹਨਾਂ ਨਾਲ, 1% ਵੀ ਰੰਜਿਸ਼ ਨਹੀਂ ਆ। ਪਰ ਹੁਣ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਮੰਥਨ ਕਰਕੇ ਕਿਤੇ ਨਾ ਕਿਤੇ ਇਕੱਠੇ ਹੋ ਜਾਣਾ ਚਾਹੀਦਾ। ਪੰਜਾਬ ਨੂੰ ਲੰਬਾ ਦਿੱਤਾ, ਤੁਸੀਂ ਕਿਹਾ ਕਿ ਪੰਜਾਬ ਤੋਂ ਬਾਹਰ ਵਾਲੇ ਲੋਕਾਂ ਨੇ ਤੁਹਾਡਾ ਸਾਥ ਦਿੱਤਾ। ਹਾਂ, ਦਿੱਤਾ ਸੀ। ਮੈਂ ਹੁਣ ਕੀ ਕਰਾਂ, ਉਧਰ ਉਹ ਮੌਕਾ ਹੀ ਇਹੋ ਜਿਹਾ ਸੀ ਵੀ ਆਪਦੇ ਲੋਕ ਤੁਹਾਨੂੰ ਗਦਾਰ ਕਹੀ ਜਾਂਦੇ ਆ ਤੇ ਬਿਹਾਰੀ ਤੁਹਾਡੇ ਰੱਖੜੀਆਂ ਬੰਨੀ ਜਾਂਦੇ ਆ। ਇਹ ਭੈਣ ਜੀ ਦੀ ਗੱਲ ਕਰ ਰਹੇ ਹੋ, ਬਿਹਾਰ ਤੋਂ ਸੀ? ਹਾਂ, ਬਿਹਾਰ ਤੋਂ ਸੀ, ਫਿਰ ਪੰਜਾਬ ਤੋਂ ਸੀ। ਪਰ ਇਹ ਜਿਹੜੀ ਭੈਣ ਆ, ਇਹ ਐਕਚੁਅਲੀ ਪੰਜਾਬ ਤੋਂ ਆ, ਤੇ ਪਰ ਜਿਨ੍ਹਾਂ ਨੇ ਉੱਥੇ ਮੈਨੂੰ ਸ਼ੈਲਟਰ ਦਿੱਤਾ ਉਹ ਬਿਹਾਰ ਤੋਂ ਸੀ ਪਹਿਲਾਂ। ਜਦੋਂ ਉਹ ਮੋਟਰਸਾਈਕਲ ਦੀ ਗੱਲ ਕਰਦੇ ਸੀ, ਉਹ ਲਾਲ ਕਿਲੇ ਦੀ ਨਹੀਂ ਸੀ ਵੀਡੀਓ। ਮੈਂ ਵਾਪਸ ਜਦੋਂ ਆਇਆ ਨਾ ਉੱਥੋਂ, ਵਾਪਸ ਵੀ ਮੈਨੂੰ ਕੋਈ ਜਲੰਧਰ ਦੇ ਮੁੰਡੇ ਸੀ, ਉਹਨਾਂ ਦੀ ਸਕਾਰਪੀਓ 'ਚ ਬੈਠ ਕੇ ਵਾਪਸ ਆਏ ਅੱਧੇ ਰਾਹ ਤੋਂ। ਉਦੋਂ ਪਹਿਲਾਂ ਦਿੱਲੀ ਦੇ ਹੀ ਕੋਈ ਬੰਦੇ ਸੀ, ਕਿਉਂਕਿ ਉੱਥੇ ਕਾਰਾਂ ਸਾਹਿਬ ਇੱਧਰ ਉੱਧਰ ਹੋ ਗਈਆਂ। ਉਹਨਾਂ ਨੇ ਮੈਨੂੰ ਅੱਧੇ ਰਾਹ ਤੱਕ ਛੱਡਿਆ ਸਿੰਘੂ ਬਾਰਡਰ ਤੇ। ਉਦੋਂ ਬਾਅਦ ਉਹਨਾਂ ਦੀ ਸਕਾਰਪੀਓ 'ਚ ਬੈਠ ਕੇ ਵਾਪਸ ਆਇਆ। ਸਕਾਰਪੀਓ 'ਚ ਬੈਠਿਆ, ਉਹਨਾਂ ਨੇ ਮੈਨੂੰ ਸੁਖਦੇਵ ਦੇ ਢਾਬੇ ਤੇ ਡ੍ਰੌਪ ਕੀਤਾ। ਮੈਨੂੰ ਆਏ ਸੀ ਵੀ ਇੱਥੇ ਮੈਂ ਥੋੜਾ ਫਰੈਸ਼ ਹੋ ਜਾ, ਹਨਾ, ਬੜੇ, ਬਿਕਾਜ਼ ਆਈ ਵਾਸ ਸਵੈਟਿੰਗ ਕੰਪਲੀਟਲੀ। ਉਦੋਂ ਬਾਅਦ ਉੱਥੇ ਇੱਕ ਲਾਈਵ ਕੀਤਾ ਹਿੰਦੀ 'ਚ, ਕਿਉਂਕਿ ਸਾਰਾ ਨੈਸ਼ਨਲ ਮੀਡੀਆ ਸਟਾਰਟ ਹੋ ਗਿਆ ਸੀ। ਉਹਨਾਂ ਨੇ ਬੀਜੇਪੀ ਦੇ ਚੈਨਲ ਹੀ ਬੀਜੇਪੀ ਦਾ ਕਹਿ ਰਹੇ ਆ ਮੈਨੂੰ। ਤੁਸੀਂ ਸੋਚੋ ਕਿਉਂ? ਕਿਉਂਕਿ ਤੁਹਾਨੂੰ ਪਹਿਲਾਂ ਇਹਨਾਂ ਨੇ ਨਾ ਆਪਦੇ ਲੋਕਾਂ 'ਚ ਅਨਾਥ ਕਰਨਾ ਵੀ ਪਹਿਲਾਂ ਡਰਦੇ ਕੀ ਤੋਂ ਆ? ਜਿਹਦੇ ਕੋਲੇ ਆਈਡੀਆਜ਼ ਹੋਵੇ, ਜਿਹਦੇ ਕੋਲੇ ਇੰਟੈਲੈਕਟ ਹੋਵੇ, ਉਹਦੇ ਤੋਂ ਡਰਦੇ ਆ। ਇਹ ਹਥਿਆਰ ਤੋਂ ਨਹੀਂ ਡਰਦੀ ਸਟੇਟ, ਹਥਿਆਰ ਨੂੰ ਤਾਂ ਜਦੋਂ ਮਰਜ਼ੀ ਨੱਪ ਲੈਣ। ਇਫ ਯੂ ਹੈਵ ਇੰਟੈਲੈਕਟ ਐਂਡ ਯੂ ਹੈਵ ਆਈਡੀਆਜ਼, ਦੇ ਵਿਲ ਬੀ ਸਕੇਅਰਡ ਆਫ ਯੂ। ਫਿਰ ਉਸ ਬੰਦੇ ਨੂੰ ਆਪਦੀ ਕਨਸਟੀਟੂਐਂਸੀ 'ਚ, ਮਤਲਬ ਆਪਦੇ ਲੋਕਾਂ 'ਚ, ਪੰਜਾਬ 'ਚ ਇਹਨੂੰ ਅਨਾਥ ਕਰੋ। ਐਂਡ ਦੇਰ ਇਜ਼ ਅ ਜਰਮਨ ਪ੍ਰੋਵਰਬ, ਇਟ ਸੇਜ਼ ਦੈਟ ਗਿਵ ਅ ਡੌਗ ਅ ਬੈਡ ਨੇਮ ਐਂਡ ਦੈਨ ਕਿਲ ਹਿਮ। ਹਨਾ, ਉਹਨੂੰ ਪਹਿਲਾਂ ਬੁਰਾ ਨਾਂ ਦੇ ਦਿਓ, ਫਿਰ ਉਹ ਮਾਰ ਦਾਂਗੇ ਅਸੀਂ ਉਹਨੂੰ। ਮੇਰੇ ਨਾਲ ਉਹੀ ਹੋਇਆ। ਜਿਹਨੂੰ ਅਸੀਂ ਗੋਦੀ ਮੀਡੀਆ ਕਹਿ ਰਹੇ ਹਾਂ, ਉਹਦੀਆਂ ਬਾਕੀ ਖਬਰਾਂ ਤਾਂ ਅਸੀਂ ਬਿਲੀਵ ਨਹੀਂ ਕਰ ਰਹੇ, ਪਰ ਜਿੱਦਾਂ ਦੀਪ ਸਿੱਧੂ ਨੂੰ ਬੀਜੇਪੀ ਦਾ ਕਹਿ ਰਹੇ ਅਸੀਂ ਉਹਨੂੰ ਬਿਲੀਵ ਕਰ ਰਹੇ ਹਾਂ। ਸੋ देयर ਓਨ ਚੈਨਲਸ ਆਰ ਐਕਚੁਅਲੀ ਕਾਲਿੰਗ ਮੀ ਦੈਟ ਹੀ ਇਜ਼ ਅ ਬੀਜੇਪੀ ਗਾਈ। ਐਂਡ ਕਿਹੜੀਆਂ ਫੋਟੋਆਂ ਦਿਖਾ ਰਹੇ ਆ ਜਿਹੜੀਆਂ ਪੰਜਾਬ 'ਚ ਅਸੀਂ ਪਹਿਲਾਂ ਪੰਜ ਅਮਿਤ ਸ਼ਾਹ ਦੇ ਨਾਲ ਫੋਟੋਜ਼, ਹਾਂ, ਤੇ ਪ੍ਰਧਾਨ ਮੰਤਰੀ ਜੀ ਦੇ ਨਾਲ ਫੋਟੋਜ਼ ਤੁਹਾਡੀਆਂ, ਹਾਂਜੀ, ਉਹ ਪੁਰਾਣੀਆਂ ਤਸਵੀਰਾਂ ਨੇ। ਹਾਂ, ਉਹੀ ਡੈਫੀਨਿਟਲੀ, ਉਹ ਤਾਂ ਸਾਰਿਆਂ ਨੂੰ ਹੀ ਪਤਾ ਨਾ, ਇਲੈਕਸ਼ਨ ਸਨੀ ਬਾਈ ਦੇ ਇਲੈਕਸ਼ਨ ਵੇਲੇ ਦੀਆਂ ਤਸਵੀਰਾਂ ਸੀ। ਅੱਛਾ, ਉਹ ਦਿਖਾ ਕੇ ਫਿਰ ਤੁਸੀਂ ਇੱਥੋਂ ਤੱਕ ਕਹੋ, ਇੱਕ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਸਾਡੇ ਕਿਸਾਨ ਲੀਡਰ ਹੋਣ, ਕਿਸੇ ਨੇ ਨਹੀਂ ਬਖਸ਼ਿਆ। ਦੱਸੋ ਮੈਨੂੰ ਕਿਸੇ ਨੇ ਬਖਸ਼ਿਆ?
ਇੰਨਾ ਰੈਲੇਵੈਂਟ ਹੋ ਗਿਆ ਦੀਪ ਸਿੱਧੂ। ਪਾਰਲੀਮੈਂਟ 'ਚ ਵੀ ਦੀਪ ਸਿੱਧੂ ਦੀ ਗੱਲ ਕੀਤੀ ਜਾ ਰਹੀ ਆ, ਪਾਰਲੀਮੈਂਟ 'ਚ ਸ਼ਿਵ ਸੈਨਾ ਵੀ ਦੀਪ ਸਿੱਧੂ ਦੀ ਗੱਲ ਕਰ ਰਹੀ ਆ, ਐਂਡ ਦੇ ਆਰ ਫਰੋਮ ਮਹਾਰਾਸ਼ਟਰ। ਯੂ ਨੋ ਵਾਈ ਆਈ ਐਮ ਸੋ ਰੈਲੇਵੈਂਟ? ਬਿਕਾਜ਼ ਇੱਕ ਬੰਦਾ, ਇੱਕ ਸਕੇਪਗੋਟ ਉਹਨਾਂ ਨੂੰ ਚਾਹੀਦਾ ਸੀ ਜਿਹਦੇ ਤੇ ਸਾਰਾ ਇਲਜ਼ਾਮ ਲਾਉਣਾ ਹੁੰਦਾ। ਉਹਨਾਂ ਨੇ ਕਦੇ ਵੀ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ, ਨਾ ਸਾਡੇ ਜਰਨਲਿਸਟ ਜਿਹੜੇ ਆ ਉਹਨਾਂ ਨੇ ਸਿੱਖਿਆ, ਨਾ ਸਾਡੇ ਡੈਮੋਕ੍ਰੇਸੀ ਦੇ ਜਿਹੜੇ ਹੋਰ ਪਿਲਰਸ ਆ ਉਹਨਾਂ ਨੇ ਕੁਝ ਸਿੱਖਿਆ, ਹੈ ਨਾ। ਆਪਦੇ ਇੰਸਟੀਟਿਊਟਸ ਨੂੰ ਹੀ ਅਸੀਂ ਕੁਐਸਚਨ ਕਰਨ ਲੱਗਤਾ। ਆ ਫਰੀडम ਹਾਊਸ ਦੀ ਰਿਪੋਰਟ ਆਈ ਸੀ ਇੰਡੀਆ ਤੇ, ਦੈਟ ਸਾਡੀ ਡੈਮੋਕ੍ਰੇਸੀ ਤੇ ਦੇ ਪੁੱਟ ਕੁਐਸਚਨਸ ਔਨ ਆਰ ਡੈਮੋਕ੍ਰੇਸੀ। ਬਟ ਆਪਾਂ ਇਸ ਡੈਮੋਕ੍ਰੇਸੀ ਦੇ ਰਿਪਰੈਜ਼ੈਂਟੇਟਿਵਸ ਆ ਨਾ। ਐਵਰੀ ਸਿਟੀਜ਼ਨ ਇਜ਼ ਅ ਰਿਪਰੈਜ਼ੈਂਟੇਟਿਵ, ਐਵਰੀ ਇੰਸਟੀਟਿਊਟ ਇਜ਼ ਅ ਰਿਪਰੈਜ਼ੈਂਟੇਟਿਵ। ਠੀਕ ਹੈ, ਤਾਂ ਅਸੀਂ ਇਹਨਾਂ ਗੱਲਾਂ ਨੂੰ ਬੜਾ ਲਾਈਟਲੀ ਲੈਣ ਲੱਗ ਗਏ। ਸਾਡੇ ਕੋਲੇ ਕੋਈ ਰਿਸਪੌਂਸਿਬਿਲਟੀ ਨਹੀਂ ਹੈ, ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ। ਅਸੀਂ ਇਸ ਕੈਪੀਟਲਿਜ਼ਮ 'ਚ, ਇਸ ਕੰਜ਼ਿਊਮਰਿਜ਼ਮ ਸੋਸਾਇਟੀ 'ਚ ਇੰਨੇ ਕੁ ਜ਼ਿਆਦਾ ਗਲਤਾਨ ਹੋ ਗਏ ਆ ਵੀ ਸਾਨੂੰ ਆਏ ਆ ਵੀ ਇੱਥੇ ਜਾ ਕੇ ਅਸੀਂ ਆਹ ਖਰੀਦ ਲਈਏ, ਜਾਂ ਅਸੀਂ ਫੋਰਨ ਟ੍ਰਿਪਸ ਕਰ ਲਈਏ, ਜਾਂ ਅਸੀਂ ਕਾਰਾਂ ਲੈ ਲਈਏ, ਜਾਂ ਸਾਡੇ ਵਧੀਆ ਘਰ ਹੋਣ, ਬਟ ਵੀ ਆਰ ਨਾਟ ਰਿਸਪੌਂਸਿਬਲ ਟੂਵਰਡਸ ਦ ਸੋਸਾਇਟੀ। ਇੰਨੇ ਦਿਨ ਤੁਸੀਂ ਭੱਜਦੇ ਰਹੇ, ਇੰਨੇ ਦਿਨ, ਉਸ ਤੋਂ ਬਾਅਦ 9 ਤਰੀਕ ਨੂੰ ਫਿਰ ਫੜੇ ਕਿਵੇਂ ਜਾਂਦੇ ਹੋ ਤੁਸੀਂ? ਫੜੇ ਗਏ ਉਸ ਤੋਂ ਬਾਅਦ? ਨਹੀਂ, ਮੈਂ ਫੜਿਆ ਨਹੀਂ ਗਿਆ, ਹੈ ਨਾ, ਫੜਿਆ ਮੈਂ ਨਹੀਂ ਗਿਆ। ਪਰ ਇਹ ਗੱਲ ਆਪਾਂ ਇੱਥੇ ਹੀ ਰੋਕਦੇ ਆ, ਕਿਉਂਕਿ ਇਹਦੇ ਤੇ ਬੜਾ ਕੁਝ ਹੋ ਜਾਣਾ। ਹੈ ਨਾ। ਮੇਰੇ ਇੰਟਰੋਗੇਟ ਕੀਤਾ ਤੁਹਾਨੂੰ? ਇੰਟਰੋਗੇਟ, ਹਾਂ, ਇੰਟਰੋਗੇਟ ਕੀਤਾ ਮੈਨੂੰ, ਪਰ ਕੁੱਟਮਾਰ ਕਰਕੇ ਇੰਟਰੋਗੇਟ ਨਹੀਂ ਕੀਤਾ। ਉਹ ਮੇਰੇ ਤੋਂ, ਮੈਂ ਨਾ ਇੱਕ ਆਈਡੀਅਲਿਸਟਿਕ ਬੰਦਾ ਜਿਹਦੀ ਸੈਲਫ ਰਿਸਪੈਕਟ ਬਹੁਤ ਇੰਪੋਰਟੈਂਟ ਆ ਮੇਰੇ ਲਈ। ਮੈਂ ਜੇ ਕਿਤੇ ਮੇਰੇ ਨਾਲ ਉਹ ਉਸ ਤਰ੍ਹਾਂ ਦੀ ਬੇਇੱਜ਼ਤੀ ਚਾਹੁੰਦੇ ਨਾ ਇਹ, ਜਾਂ ਗੱਲਾਂ 'ਚ ਵੀ ਬੇਇੱਜ਼ਤੀ ਕਰਦੇ, ਫਿਰ ਨਹੀਂ ਮੇਰੇ ਤੋਂ ਸਹੀ ਜਾਣੀ ਸੀ ਗੱਲ। ਫਿਰ ਕੀ ਕਰਦੇ? ਫਿਰ ਪਤਾ ਨਹੀਂ ਕਿਸ ਲੈਵਲ ਤੇ ਚਲੀ ਜਾਣੀ ਸੀ ਗੱਲ ਮੇਰੇ ਆਪਦੇ ਆਪ 'ਚ, ਹੈ ਨਾ। ਪਰ ਮੈਨੂੰ ਇੰਟਰੋਗੇਟ ਇਹ ਕੀਤਾ ਵੀ ਮੈਨੂੰ ਸੌਣ ਨਹੀਂ ਦਿੰਦੇ ਸੀ, ਮੈਨੂੰ ਖਾਣ ਨੂੰ ਕੁਝ ਨਹੀਂ ਦਿੰਦੇ ਸੀ। ਅੱਛਾ। ਮੈਨੂੰ ਮੈਂਟਲੀ ਬ੍ਰੇਕ ਕਰਦੇ ਸੀ। ਮੇਰੇ ਕੋਲੇ 2.5 ਫੁੱਟ, ਮਸਾਂ ਹੀ 6 ਫੁੱਟ ਦੀ ਇੱਕ ਐਡਾ ਕੁ ਸੈੱਲ ਸੀ, ਇਕੱਲੇ ਨੂੰ ਰੱਖਿਆ ਹੋਇਆ ਸੀ। ਸੋਲਿਟਰੀ ਕਨਫਾਈਨਮੈਂਟ ਸੀ, ਉੱਥੇ ਇਕੱਲਾ ਰਹਿੰਦਾ ਸੀ, ਹੈ ਨਾ। ਉਹਦੇ 'ਚ ਫਿਰ ਮੈਨੂੰ ਰਾਤ ਨੂੰ ਆ ਕੇ 2 ਵਜੇ ਮੇਰੇ ਨਾਲ ਬਹਿ ਜਾਣਾ, 2 ਤੋਂ ਸਵੇਰੇ 11 ਵਜੇ ਤਾਈਂ ਮੈਨੂੰ ਨੀਂਦ ਦੀਆਂ ਵਿੱਚ ਝਪਕੀਆਂ ਆਉਣੀਆਂ, ਨੀਂਦ ਆਉਣੀ, ਸੌਣ ਨਹੀਂ ਦੇਣਾ। ਗਿਵ ਅਸ ਆਨਸਰਸ, ਕੌਣ ਮੋਬਿਲਾਈਜ਼ ਕਰਕੇ ਲੈ ਕੇ ਆਇਆ, ਕੀ ਗੱਲਾਂ ਹੁੰਦੀਆਂ ਸੀ, ਪੈਸਾ ਕਿੱਥੋਂ ਆ ਰਿਹਾ, ਐਜੀਟੇਸ਼ਨ 'ਚ ਕੀ ਹੋ ਰਿਹਾ, ਬੜਾ ਕੁਝ ਪੁੱਛਿਆ, ਹੈ ਨਾ, ਬੜਾ ਕੁਝ। ਇੱਕ ਮੇਰੇ ਪਰਿਵਾਰ ਨੂੰ ਭਾਲਿਆ, ਬ੍ਰਦਰ ਨੂੰ, ਮਨਦੀਪ ਨੂੰ ਭਾਲ ਲੈਂਦੇ ਸੀ, ਉਹਨੂੰ ਕੁਐਸਚਨਸ ਕਰ ਰਹੇ ਆ ਨਾ, ਫਿਰ ਅਕਾਊਂਟ ਡਿਟੇਲਸ, ਐਵਰੀਥਿੰਗ। ਆਈ ਟੋਲਡ them that ਮੈਂ ਕੁਝ ਗਲਤ ਹੀ ਨਹੀਂ ਕੀਤਾ, ਤੁਸੀਂ ਕੁਝ ਵੀ ਚੈੱਕ ਕਰੀ ਜਾਓ, ਕਿਤੋਂ ਵੀ ਤੁਸੀਂ ਐਵੀਡੈਂਸ ਲੱਭ ਦੋ ਮੇਰੇ ਅਗੇਂਸਟ। ਫੰਡਿੰਗ ਨਹੀਂ ਆਈ ਕੋਈ? ਨਾਟ ਇਵਨ 1 ਰੁਪੀ। ਚਾਹੇ IB ਹੋਵੇ, ਹੈ ਨਾ, ਚਾਹੇ NIA ਹੋਵੇ, ਚਾਹੇ ਸਪੈਸ਼ਲ ਸੈੱਲ ਹੋਵੇ, ਚਾਹੇ ਕ੍ਰਾਈਮ ਬ੍ਰਾਂਚ ਹੋਵੇ, ਚਾਹੇ ਇਨਕਮ ਟੈਕਸ ਡਿਪਾਰਟਮੈਂਟ ਹੋਵੇ, ਚਾਹੇ all these guys, 5 different departments have investigated, ਕਿਸੇ ਨੂੰ ਕੁਝ ਨਹੀਂ ਮਿਲਿਆ, ਕਿਉਂਕਿ ਦੀਪ ਸਿੱਧੂ ਨੇ ਕੁਝ ਨਹੀਂ ਗਲਤ ਕੀਤਾ। ਦੀਪ ਸਿੱਧੂ ਬੜਾ ਆਈਡੀਅਲਿਸਟਿਕ ਬੰਦਾ ਆਪਦੇ ਆਪ 'ਚ, ਉਹਨੂੰ ਆਪਦੇ ਕਿਰਦਾਰ ਦੀ, ਉਹਨੂੰ ਆਪਦੇ ਕੌਨਸ਼ੀਅਸ ਦੀ ਬੜੀ ਫਿਕਰ ਆ, ਉਹ ਆਪਦੀ ਆਪ ਨਜ਼ਰਾਂ 'ਚ ਨਹੀਂ ਗਿਰ ਸਕਦਾ, ਹੈ ਨਾ। ਹੁਣ ਜੇ ਅਸੀਂ ਇੱਥੋਂ ਤੱਕ ਕਿ ਜਦੋਂ ਬਾਹਰਲੇ ਸਟੇਟ ਐਜੀਟੇਸ਼ਨ ਲੜਦੇ ਆ ਨਾ ਬਾਈ, ਉਹਨਾਂ ਦੇ ਬੰਦਿਆਂ ਦੀਆਂ ਮੀਟਿੰਗਸ ਹੋ ਜਾਂਦੀਆਂ ਹੋਮ ਮਿਨਿਸਟਰਸ ਨਾਲ, ਹੈ ਨਾ, ਉਹਨਾਂ ਦੇ ਡਿਪਾਰਟਮੈਂਟਲ ਮਿਨਿਸਟਰਸ ਨਾਲ, ਉਹਨਾਂ ਦੇ ਰਿਪਰੈਜ਼ੈਂਟੇਟਿਵਸ ਨਾਲ, ਨੈਸ਼ਨਲ ਸਿਕਿਉਰਿਟੀ ਆਫਿਸਰਸ ਨਾਲ, IB ਦੇ ਚੀਫ ਨਾਲ, ਰॉ ਦੇ ਚੀਫ ਨਾਲ, ਹੈ ਨਾ। ਪਰ ਉਹ ਕਦੇ ਵੀ ਕੁਐਸਚਨ ਨਹੀਂ ਕਰਦੇ, ਕਿਉਂਕਿ ਜਦੋਂ ਇਹ ਇੱਕ ਦੂਜੇ ਨੂੰ ਸਾਈਕੋਲੋਜੀਕਲੀ ਵੀ ਤਾਂ ਜੱਜ ਕਰਨਾ ਨਾ, ਐਨੀਮੀਜ਼ ਨੇ। ਜਦੋਂ ਮੀਟਿੰਗ ਹੋ ਰਹੀ ਹੈ, ਡਿਪਲੋਮੈਟਿਕ ਟਾਕਸ ਚੱਲ ਰਹੀ ਆ, ਉਹ ਇੱਕ ਦੂਜੇ ਨੂੰ ਸਾਈਕੋਲੋਜੀਕਲੀ ਵੀ ਸਟੱਡੀ ਕਰ ਰਹੇ ਆ, that we need to see what are they thinking and what are they thinking, you understand। ਸਾਡੇ ਜੇ ਅਸੀਂ ਇੱਥੋਂ ਤੱਕ ਪਹੁੰਚਦੇ ਆ, ਸਾਨੂੰ ਗਦਾਰ, you understand what I'm saying, ਅਸੀਂ ਸਪੇਸ ਹੀ ਨਹੀਂ ਦਿੰਦੇ, ਸਾਡੇ ਆਪਦੇ ਬੰਦੇ ਸਪੇਸ ਨਹੀਂ ਦਿੰਦੇ, ਫਿਰ ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ ਹੋ ਵੀ ਅਸੀਂ ਐਜੀਟੇਸ਼ਨਸ ਜਿੱਤਾਂਗੇ, ਅਸੀਂ ਕਨਫਲਿਕਟ ਪੋਲਿਟਿਕਸ ਦਾ ਪਾਰਟ ਬਣ ਕੇ ਅਸੀਂ ਜਿੱਤਾਂਗੇ। ਆਪਾਂ ਤਾਂ ਕਨਫਲਿਕਟ ਪੋਲਿਟਿਕਸ ਕਰ ਰਹੇ ਸੀ ਨਾ, ਆਪਾਂ ਕੋਈ ਮੇਨਸਟ੍ਰੀਮ ਪੋਲਿਟਿਕਸ ਤਾਂ ਕਰ ਨਹੀਂ ਰਹੇ ਸੀ। ਸੋ ਆਈ ਥਿੰਕ ਵੀ ਨੀਡ ਟੂ ਲਰਨ ਅ ਲੋਟ। ਜੇਲ੍ਹ 'ਚ ਵੀ ਹੋਇਆ, ਜੇਲ੍ਹ 'ਚ ਵੀ ਕੁਝ ਇਦਾਂ ਦਾ ਫੇਸ ਕੀਤਾ ਤੁਸੀਂ, ਜਾਂ ਬ੍ਰੇਕ ਹੋਏ? ਨਹੀਂ, ਬ੍ਰੇਕ ਨਹੀਂ ਹੋਇਆ ਮੇਰੇ ਉਦੋਂ ਤੱਕ, ਕਿਉਂਕਿ ਲੋਕਾਂ ਦੀ ਸਪੋਰਟ ਬਹੁਤ ਸੀ, ਉਹ ਬਹੁਤ ਵੱਡਾ ਹੌਸਲਾ ਹੁੰਦਾ। ਅੰਦਰ ਪਹੁੰਚਦੀ ਰਹੀ ਗੱਲ ਵੀ ਬਾਹਰ ਲੋਕ ਕਿਸ ਤਰ੍ਹਾਂ ਦੇਖ ਰਹੇ? ਪਹੁੰਚਦੀ ਰਹੀ ਗੱਲ, ਤੇ ਪਰਿਵਾਰ ਦੀ ਵੀ ਸਪੋਰਟ, ਫਿਰ ਉਹ ਬੜਾ ਵੱਡਾ ਹੌਸਲਾ ਹੁੰਦਾ। ਬਟ ਵਾਟ ਵੀ ਨੀਡ ਟੂ ਆਲਸੋ ਅੰਡਰਸਟੈਂਡ, ਜਦੋਂ ਮੈਨੂੰ ਅੰਦਰ ਲੈ ਕੇ ਗਏ ਜੇਲ੍ਹ 'ਚ ਮਨਦੀਪ ਨਾਲ ਮੇਰੀ ਗੱਲ ਹੁੰਦੀ ਆ, ਮੈਂ ਉਹਨੂੰ ਕਿਹਾ ਯਾਰ ਇੱਥੋਂ ਨਿਕਲਣਾ ਪੈਣਾ, ਕਿਉਂਕਿ ਬਾਈ ਜੇਲ੍ਹ ਦੇ ਅੰਦਰ ਜੇਲ੍ਹ 'ਚ ਸੀ ਮੈਂ, ਅੱਛਾ, ਹਾਈ ਰਿਸਕ 'ਚ ਸੀ ਮੈਂ, ਉੱਥੇ ਸੋਲਿਟਰੀ ਕਨਫਾਈਨਮੈਂਟ, ਕੋਈ ਨਹੀਂ ਦਿਖ ਰਿਹਾ ਤੁਹਾਨੂੰ, ਤੁਸੀਂ
ਦੀਵਾਰਾਂ ਤੁਹਾਨੂੰ ਆਏ ਆ ਵੀ ਆ ਬਸ ਦੀਵਾਰਾਂ ਤੁਹਾਨੂੰ ਐ ਜੀ ਕਰਦਾ ਇਹਨਾਂ ਨੂੰ ਤੋੜ ਦਾਂਗੇ ਕਿਵੇਂ ਨਾ ਕਿਵੇਂ, ਕਿਉਂਕਿ ਇੱਕ ਛੋਟਾ ਜਿਹਾ ਸੈੱਲ ਹਨਾ, ਤੇ ਇਟ ਵਾਸ ਡਿਫਿਕਲਟ ਇਨੀਸ਼ੀਅਲੀ। ਬਾਥਰੂਮ ਵਾਸਤੇ ਤਾਂ ਬਾਹਰ ਜਾਣ ਦਿੰਦੇ ਹੋ? ਨਹੀਂ, ਉੱਥੇ ਹੀ, ਉਹ ਵੀ ਉਹਦੇ ਅੰਦਰ ਹੀ ਬਣਿਆ? ਅੰਦਰ ਹੀ ਹੁੰਦਾ। ਤੇ ਰੋਟੀ ਵੀ ਉੱਥੇ ਹੀ ਦੇ ਕੇ ਜਾਂਦੇ ਸੀ? ਰੋਟੀ ਵੀ ਉੱਥੇ। ਸੋ ਰੋਟੀ ਮੈਂ ਖਾਧੀ ਨਹੀਂ ਪਹਿਲਾਂ, ਤੇ ਮੈਨੂੰ ਨਾ ਅੰਦਰ ਆਪਣਾ ਪਰਲ ਗਰੁੱਪ ਦੇ ਇੱਕ ਡਾਇਰੈਕਟਰ ਸੀ ਉੱਥੇ, ਭੱਟਾਚਾਰਿਆ ਜੀ। ਇਹ ਵੀ ਚਰਚਾ ਹੋਈ ਵੀ ਅੰਦਰ ਪਰਲ ਗਰੁੱਪ ਵਾਲਿਆਂ ਦੇ ਨਾਲ ਹੈ, ਕਿਸੇ ਨੇ ਕਿਹਾ ਤਾਂ ਉੱਥੋਂ ਵੀ ਗੱਲ ਛਿੜੀ ਕਿ ਅੰਦਰ ਬਹੁਤ ਨਜ਼ਾਰੇ ਲੈ ਰਹੇ ਆ, ਦੀਪ ਸਿੱਧੂ ਆਨੰਦ ਲੈ ਰਹੇ ਆ। ਨਜ਼ਾਰੇ ਨਹੀਂ, ਜਦੋਂ ਮੈਂ ਕੁਝ ਖਾ ਨਹੀਂ ਰਿਹਾ ਸੀ ਤਾਂ ਪਰਲ ਗਰੁੱਪ ਦੇ ਉੱਥੇ ਨਾ ਇੱਕ ਡਾਇਰੈਕਟਰ ਸੀ ਭੱਟਾਚਾਰਿਆ, ਬੰਗਾਲੀ ਬੰਦਾ। ਹੁਣ ਦੇਖੋ ਕਿਵੇਂ ਰੱਬ ਵਸਦਾ, ਹਰ ਕਿਸੇ 'ਚ ਵਸਦਾ। ਉਹਨਾਂ ਨੇ ਆ ਕੇ ਮੈਨੂੰ ਨਾ ਥੋੜੇ ਜਿਹੇ ਚੌਲ ਦੇ ਕੇ ਗਏ। ਉਹਨਾਂ ਨੇ ਆਪਦੀ ਉਹਨਾਂ ਦੀ ਕੋਈ ਅਰੇਂਜਮੈਂਟ ਹੋਣੀ ਹੈ, ਸੈਟਿੰਗ ਹੋਣੀ ਹੈ, ਉਹ ਵੱਖਰਾ ਬਣਾ ਲੈਂਦੇ ਹੋਣੇ ਆ। ਕਹਿੰਦੇ ਆਹ ਖਾ ਲਾ ਯਾਰ। ਹੁਣ ਉਹ ਚੌਲ ਅੰਦਰੋਂ ਲੰਘਣ ਨਾ, ਉਹ ਕੌਲੀ ਕਿਵੇਂ ਲੰਘੇ ਅੰਦਰ ਉਹਦੇ 'ਚੋਂ, ਜੰਗਲੇ ਜਿਹੇ 'ਚੋਂ ਹਨਾ, ਉਹ ਲੰਘੇ ਨਾ ਉਹਦੇ 'ਚੋਂ। ਫਿਰ ਉਹਨਾਂ ਨੇ ਕਾਗਜ਼ 'ਚ ਪਾਏ ਚੌਲ ਤੇ ਥੱਲੋਂ ਦੀ ਫੜਾਏ। ਹੁਣ ਮੈਂ ਕਾਗਜ਼ 'ਚ ਪਾਏ ਹੋਏ ਵੀ ਨਹੀਂ ਖਾਂਦਾ ਚੌਲ, ਭੁੱਖ ਵੀ ਲੱਗੀ ਆ। ਦੇਖੋ, ਭੁੱਖ ਨਾ ਦੇਖੇ ਮਾਸ, ਨੀਂਦ ਨਾ ਦੇਖੇ ਬਿਸਤਰਾ ਤੇ ਇਸ਼ਕ ਨਾ ਵੇਖੇ ਜਾਤ, ਉਹੀ ਗੱਲ ਆ। ਫਿਰ ਮੈਂ ਜਿਹੜੇ ਨਾਲ ਕਾਗਜ਼ ਦੇ ਲੱਗੇ ਸੀ ਉਹ ਤਾਂ ਖਾਦੇ ਨਹੀਂ, ਬਾਕੀ ਖਾ ਗਿਆ ਬਿਕਾਜ਼ ਆਈ ਵਾਸ ਹੰਗਰੀ। ਉਹ ਛੋਟੇ ਜਿਹੇ ਚੌਲ ਉਹਨਾਂ ਨੇ ਬਣਾਏ ਸੀ ਆਪਦਾ ਮਸਾਲਾ ਜਾਂ ਪਵਾ ਕੇ ਜਾਂ ਹੋਰ ਕਰਕੇ ਹੈ ਨਾ। ਸੋ ਉਹ ਚੌਲਾਂ ਨੇ ਮੈਨੂੰ ਮਤਲਬ 1.5 ਦਿਨ ਕਢਾਇਆ, ਉਹ ਥੋੜੇ ਜਿਹੇ ਚੌਲਾਂ ਨੇ, ਕਿਉਂਕਿ ਉਹਦੇ ਨਾਲ ਇਹ ਹੋ ਗਿਆ। ਤੇ ਉਹ ਮੈਨੂੰ ਫਿਰ ਪਾਣੀ ਦੀਆਂ ਬੋਤਲਾਂ ਦੇ ਕੇ ਗਏ, ਕਿਉਂਕਿ ਜਿਹੜਾ ਪਾਣੀ ਉਹ ਪਹਿਲਾਂ ਦੇ ਕੇ ਗਏ ਸੀ ਬਾਈ ਉਹ ਪੀਲਾ ਸੀ ਯਾਰ। ਉਹ ਪਾਣੀ ਕਿੱਥੋਂ ਪੀਵਾਂ ਮੈਂ? ਫਿਰ ਪੀਲਾ ਪਾਣੀ, ਲਿਟਰਲੀ ਪੀਲਾ ਪਾਣੀ। ਐਂਡ ਆਈ ਵਾਸ ਲਾਈਕ ਇਹ ਪਾਣੀ ਤਾਂ ਨਹੀਂ ਮੈਂ ਪੀ ਸਕਦਾ। ਫਿਰ ਉਹ ਮੈਨੂੰ ਪਾਣੀ ਦੀਆਂ ਬੋਤਲਾਂ ਦੇ ਕੇ ਗਏ 2। ਫਿਰ ਐਂ ਲੋਕ ਮਿਲ ਜਾਂਦੇ ਆ, ਪਰਮਾਤਮਾ ਵਸਦਾ। ਐਂ ਕ੍ਰਾਈਮ ਬ੍ਰਾਂਚ 'ਚ ਬੰਦੇ ਮਿਲ ਗਏ, ਉਹੀ ਬੰਦੇ ਜਿਹੜੇ ਕਹਿੰਦੇ ਯਾਰ ਤੂੰ ਗਲਤ ਨਹੀਂ ਆ, ਤੇਰੀ ਸਟੋਰੀ ਸਾਨੂੰ ਪਤਾ ਲੱਗ ਗਈ, ਅਸੀਂ ਤੇਰੇ ਨਾਲ ਕੁਝ ਗਲਤ ਨਹੀਂ ਹੋਣ ਦਿਆਂਗੇ। ਕੋਈ ਬਦਲਾਅ ਹੋਇਆ ਬਾਹਰ ਆਉਣ ਤੋਂ ਬਾਅਦ, ਜੇਲ੍ਹ ਕੱਟਣ ਤੋਂ ਬਾਅਦ? ਬਦਲਾਅ ਤਾਂ ਇਹੀ ਆ, ਤੁਸੀਂ ਇਟਸ ਅ ਜਰਨੀ, ਬੜਾ ਕੁਝ ਸਿੱਖਦੇ ਆ। ਤੁਸੀਂ ਕਿਤਾਬ ਲਿਖ ਰਹੇ ਹੋ ਇਹਦੇ ਤੇ? ਆਈ ਵਿਲ ਰਾਈਟ ਅ ਬੁੱਕ। ਆਖਰੀ ਸਵਾਲ ਹੈ, ਕਿਹੜੀ ਪਾਰਟੀ 'ਚ ਜਾਓਗੇ ਹੁਣ, ਕਿਉਂਕਿ ਇਹ ਚਰਚਾ ਹੈ ਕਿ ਹੁਣ ਤਾਂ ਦੀਪ ਸਿੱਧੂ ਇਲੈਕਸ਼ਨ ਲੜਨਗੇ? ਨਹੀਂ, ਮੈਂ ਪਹਿਲਾਂ ਹੀ ਕਹਿੰਦਾ ਰਿਹਾ, ਮੇਨ ਸਟ੍ਰੀਮ ਪੋਲਿਟਿਕਸ ਆ ਜਿਹੜੀ, ਉਹਦੇ ਲਈ ਸੋਚਣਾ ਪਊਗਾ। ਕਿਉਂਕਿ ਮੈਂ ਅੰਦਰ ਹੋਰ ਵੀ ਬੜੀਆਂ ਗੱਲਾਂ ਮੈਂ ਪੜ੍ਹਿਆ ਵੀ ਬਹੁਤ ਆ, ਪਰ ਜਦੋਂ ਇੱਕ ਇਹ ਵੀ ਗੱਲ ਮੈਂ ਸਹੀ ਆ ਵੀ ਜਦੋਂ ਆਪਦੀ ਹੋਂਦ ਲਈ ਲੜ ਰਹੇ ਆ, ਆਪਦੇ ਪੰਜਾਬ ਲਈ ਲੜ ਰਹੇ ਆ, ਯੂ ਹੈਵ ਟੂ ਬੀ ਪੀਪਲਸ ਵੌਇਸ ਐਜ਼ ਵੈਲ, ਹਨਾ। ਔਰ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਕਿਸੇ ਨਾ ਕਿਸੇ ਫੋਰਮ ਤੇ ਹੀ ਰਿਪਰੈਜ਼ੈਂਟ ਕੀਤੀ ਜਾਣੀ ਚਾਹੀਦੀ ਆ। ਜਾਂ ਤਾਂ ਉਹ ਪਾਰਲੀਮੈਂਟ ਫੋਰਮ ਹੋ ਸਕਦਾ, ਵਿਧਾਨ ਸਭਾ ਹੋ ਸਕਦੀ ਆ, ਬਟ ਫॉर ਅਸ ਬਹੁਤ ਚੰਗੀ ਗੱਲ ਆ ਜੇ ਸਾਡੇ ਪਾਰਲੀਮੈਂਟੇਰੀਅਨਸ ਆ ਜਿਹੜੇ ਹਨਾ, ਜਿਹੜੇ ਸਾਡੇ ਐਮਪੀਜ਼ ਆ, ਉਹ ਪਾਰਲੀਮੈਂਟ 'ਚ ਜਾ ਕੇ ਸਾਡੀ ਆਵਾਜ਼ ਬੁਲੰਦ ਕਰਨ। ਠੀਕ ਹੈ, ਸਨੀ ਬਾਈ ਸਿੱਧੂ ਕਰਨਗੇ ਕਿ ਨਹੀਂ? ਨਹੀਂ, ਮੈਂ ਉਹੀ ਗੱਲ ਕਰ ਰਿਹਾ। ਇਟਸ ਟੂ अर्ਲੀ ਟੂ ਡਿਸਾਈਡ ਰਾਈਟ ਨਾਓ, ਇਟਸ ਟੂ अर्ਲੀ। अर्ਲੀਅਰ ਤਾਂ ਮੈਂ ਕਹਿੰਦਾ ਹੁੰਦਾ ਸੀ ਇਲੈਕਸ਼ਨ ਨਹੀਂ ਲੜਨੇ, ਹਨਾ। ਪਰ ਮੈਂ ਇਹ ਵੀ ਕਹਿ ਰਿਹਾ ਵੀ ਜਦੋਂ ਤੱਕ ਲੋਕਾਂ ਦੇ ਰਿਪਰੈਜ਼ੈਂਟੇਟਿਵਸ ਉੱਥੇ ਜਾ ਕੇ ਆਵਾਜ਼ ਬੁਲੰਦ ਨਹੀਂ ਕਰਨਗੇ ਤਾਂ ਇੰਟਰਨੈਸ਼ਨਲੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਤਾਂ ਦਿਸ ਇਜ਼ ਪੀਪਲਸ ਵੌਇਸ, ਦਿਸ ਇਜ਼ ਪੀਪਲਸ ਐਸਪੀਰੇਸ਼ਨ, ਲੋਕਾਂ ਦੀ ਭਾਵਨਾਵਾਂ ਇਹ, ਹਨਾ। ਤਾਂ ਸਾਨੂੰ ਇਹ ਬਾਰੇ ਵੀ ਸੋਚਣਾ ਪਊਗਾ। ਹੁਣ ਆਪਾਂ ਨੂੰ ਐਜ਼ ਅ ਟੀਮ ਬੜੇ ਲੋਕਾਂ ਨੂੰ ਮੇਰੇ ਨਾਲ ਬਹਿ ਕੇ ਇਹਦੇ ਤੇ ਕੰਮ ਕਰਨਾ ਪਊਗਾ। ਕਿਉਂਕਿ ਇੱਕ ਵਾਰ ਤੁਸੀਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਇਸ਼ਾਰਾ ਦਿੱਤਾ ਸੀ ਮੈਂ ਹਮੇਸ਼ਾ ਇੱਕ ਪੋਲੀਟੀਕਲ ਵਿੰਗ ਵੀ ਹੋਣਾ ਚਾਹੀਦਾ ਪੋਲੀਟੀਕਲ ਵਿੰਗ। ਮੈਂ ਅੱਜ ਵੀ ਕਹਿਣਾ ਪੋਲੀਟੀਕਲ ਵਿੰਗ ਵੀ ਹੋਣਾ ਚਾਹੀਦਾ, ਔਰ ਰੀਜਨਲ ਸਾਡੇ ਬੰਦੇ ਹੋਣੇ ਚਾਹੀਦੇ ਆ। ਕਿਸੇ ਨੈਸ਼ਨਲ ਪਾਰਟੀ ਨਾਲ ਦੀਪ ਸਿੱਧੂ ਨਹੀਂ ਜੁੜੂਗਾ, ਨਹੀਂ ਜੁੜ ਸਕਦਾ। ਕਿਉਂ? ਆਪਦੀ ਪਾਰਟੀ ਬਣਾਉਂਗੇ? ਨਹੀਂ ਭਾਈ, ਇਹ ਇਟਸ ਨਾਟ ਦੈਟ ਈਜ਼ੀ। ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ। ਬੜੇ ਲੋਕਾਂ ਨੇ ਪਾਰਟੀਆਂ ਫਲੋਟ ਕੀਤੀਆਂ ਹਨਾ। ਪਾਰਟੀਆਂ ਦੇ ਜਿਹੜੇ ਪ੍ਰੈਕਟੀਕਲ ਪ੍ਰੋਬਲਮਸ ਹੁੰਦੀਆਂ, ਫਿਰ ਜਿਹੜੀਆਂ ਉਹਦੀਆਂ ਪਿੰਡ ਲੈਵਲ ਤੇ ਉਦੋਂ ਉੱਤੇ ਕਸਬਿਆਂ ਲੈਵਲ ਤੇ ਜਾਂ ਹੋਰ ਇਕਾਈਆਂ ਹੁੰਦੀਆਂ, ਉਹ ਬੜਾ ਕੁਝ ਹੁੰਦਾ ਯਾਰ ਉਹਦੇ 'ਚ। ਇਟਸ ਨਾਟ ਦੈਟ ਈਜ਼ੀ, ਰਾਈਟ। ਜਿਹੜੀਆਂ ਪਾਰਟੀਆਂ ਸਾਡੇ ਬਣੀਆਂ ਹੋਈਆਂ ਉਹਨਾਂ ਨੇ ਸਾਲਾਂ ਬੱਧੀ ਸੰਘਰਸ਼ ਕੀਤੇ ਹੋਏ ਆ। ਅਕਾਲੀ ਦਲ ਜੇ ਸਾਡੀ ਇੱਕ ਰੀਜਨਲ ਪਾਰਟੀ ਹੈ, ਉਹਨਾਂ ਨੇ ਸਾਲਾਂ ਬੱਧੀ ਸੰਘਰਸ਼ ਕੀਤਾ ਹੋਇਆ। ਕਿਸੇ ਪਾਰਟੀ ਨੇ ਅਪਰੋਚ ਕੀਤਾ ਬਾਹਰ? ਬੜੀਆਂ ਪਾਰਟੀਆਂ ਨੇ ਅਪਰੋਚ ਕੀਤਾ, ਬਟ ਦੈਟਸ ਨਾਟ ਇੰਪੋਰਟੈਂਟ। ਕਿਉਂਕਿ ਬਾਹਰ ਆਉਣ ਤੋਂ ਬਾਅਦ ਆਲ ਆਫ ਅ ਸਡਨ ਮੈਂ ਰੈਲੇਵੈਂਟ ਹੋ ਗਿਆ, ਹਨਾ, ਤੇ ਬੜੀ ਆਸ ਵੀ ਜੁੜ ਗਈ, ਹਨਾ। ਪਰ ਉਹ ਕੋਈ ਇੰਪੋਰਟੈਂਟ ਨਹੀਂ ਹੈ। ਮੋਰਚੇ 'ਚ ਜਾਣ ਲੱਗਦੀ ਹੈ ਹੁਣ ਤੁਹਾਨੂੰ? ਬਈ ਮੋਰਚੇ 'ਚ ਹਜੇ ਤੱਕ ਜੇ ਸਾਡੇ ਬੰਦੇ ਬੈਠੇ ਆ, ਲਾਮਬੰਦ ਕਰੀ ਬੈਠੇ ਆ, ਜਿਹੜੀ ਸਾਡੀ ਲੀਡਰਸ਼ਿਪ ਆ ਹਜੇ ਤੱਕ ਇੱਥੋਂ ਤੱਕ ਲੈ ਗਈ ਆ, ਤਾਂ ਜਾਣ ਤਾਂ ਹੈਗੀ ਆ ਨਾ। ਮੋਰਚਾ ਹਜੇ ਵੀ ਇਹਨਾਂ ਦੇ ਗਲ ਦੀ ਹੱਡੀ ਆ। ਦੁਬਾਰਾ ਜਾਓਗੇ ਤੁਸੀਂ? ਮੈਂ ਤਾਂ ਕਹਿੰਦਾ ਮੇਰੀ ਸੋਲੀਡੈਰਿਟੀ, ਮੇਰੀ ਸਪੋਰਟ ਨਾਲ ਆ। ਮੈਂ ਉਹਨਾਂ ਦਾ ਸੋਲਜਰ ਆ, ਕਰਨ ਤਾਂ ਸਹੀ ਹੁਕਮ।
ਮੈਂ ਇਹ ਤਾਂ ਇਸ ਗੱਲ ਤੋਂ ਤਾਂ ਮੁਨਕਰ ਹੋ ਹੀ ਨਹੀਂ ਸਕਦੇ, ਲੜਨ ਤਾਂ 2-4 ਦਿਨ ਪਹਿਲਾਂ ਮੀਂਹ ਆਇਆ, ਦੀਪ ਸਿੱਧੂ ਵਾਲਾ ਤੰਬੂ ਜਿਹੜਾ ਉਹ ਪੱਟਿਆ ਗਿਆ, ਉਹ ਦੁਬਾਰਾ ਉੱਥੇ ਕਿੱਲਾਂ ਗੱਡੋਗੇ ਜਾ ਕੇ? ਗੱਡਤੀਆਂ ਲਾਤਾ ਉਹਦਾ, ਮੈਨੂੰ ਉੱਥੇ ਹੀ ਖਬਰ ਪਹੁੰਚ ਗਈ ਸੀ ਵੀ ਹਨੇਰੀ ਆ ਗਈ। ਮੈਂ ਕਿਹਾ ਬਥੇਰੀਆਂ ਹਨੇਰੀਆਂ ਵੱਗ ਗਈਆਂ, ਹੁਣ ਇੱਕ ਇਹੋ ਜਿਹੀ ਹਨੇਰੀ ਵੀ ਆਪਣੇ ਤੰਬੂ ਨਹੀਂ ਪੱਟੂਗੀ, ਤੁਸੀਂ ਵਾਪਸ ਗੱਡੋ ਉੱਥੇ। ਬਹੁਤ ਕੁਝ ਕਿਹਾ ਗਿਆ ਤੁਹਾਡੇ ਬਾਰੇ, ਚਾਹੇ ਰਾਜੇਵਾਲ ਸਾਹਿਬ ਹੋਣ, ਸੀਨੀਅਰ ਲੀਡਰ ਤਮਾਮ ਹੋਣ, ਉਗਰਾਹਾਂ ਸਾਹਿਬ ਰਹੇ ਹੋਣ, ਸਪੀਚਾਂ ਦਿੱਤੀਆਂ ਗਈਆਂ, ਮੀਡੀਆ 'ਚ ਆ ਕੇ ਬੋਲਦੇ ਰਹੇ ਆ ਉਹ। ਤੁਹਾਨੂੰ ਦੁਬਾਰਾ ਕੋਈ ਵਾਪਸੀ ਦਾ ਰਾਹ ਲੱਭਦਾ ਹੈ ਜਾਂ ਤੁਸੀਂ ਹੁਣ ਇੰਟਰਸਟਿਡ ਨਹੀਂ ਹੈਗੇ? ਸੰਯੁਕਤ ਕਿਸਾਨ ਮੋਰਚੇ ਦੀ ਉਹ ਸਟੇਜ ਤੇ ਦੁਬਾਰਾ ਦੀਪ ਸਿੱਧੂ ਜਾਣਾ ਚਾਹੁੰਦੇ ਆ? ਨਹੀਂ, ਦੇਖੋ ਸਟੇਜ ਤੇ ਜਾਣਾ ਇਜ਼ ਨਾਟ ਇੰਪੋਰਟੈਂਟ, ਇਟ ਵਾਸ ਨੈਵਰ ਇੰਪੋਰਟੈਂਟ ਫॉर ਮੀ, ਹੈ ਨਾ, ਵੀ ਮੈਂ ਸਟੇਜ ਤੇ ਜਾਵਾਂ ਤੇ ਸਟੇਜ ਤੋਂ ਬੋਲਾਂ, ਉਹ ਕਦੇ ਵੀ ਮੇਰੇ ਲਈ ਅਹਿਮੀਅਤ ਨਹੀਂ ਹੈ ਇਸ ਗੱਲ ਦੀ। ਮੇਰੀ ਆਵਾਜ਼ ਵੈਸੇ ਹੀ ਲੋਕਾਂ ਦੇ ਦਿਲਾਂ ਤੱਕ ਪਹੁੰਚੀ ਆ, ਉਹ ਪ੍ਰਮਾਤਮਾ ਦੀ ਮਿਹਰ ਹੀ ਬਹੁਤ ਰਹੀ ਹੈ ਨਾ। ਜਦੋਂ ਕਿਸੇ ਦੇ ਦਿਲ ਤੇ ਆਪਾਂ ਸੱਟ ਮਾਰੀ ਆ, ਕਿਉਂਕਿ ਸੱਚ ਨੂੰ ਰਿਪਰੈਜ਼ੈਂਟ ਕੀਤਾ, ਫਿਰ ਉੱਥੇ ਜਾ ਕੇ ਬੋਲਣਾ ਸਟੇਜ ਤੋਂ ਇਜ਼ ਨਾਟ ਇੰਪੋਰਟੈਂਟ। ਮੋਰਚੇ ਦਾ ਮੈਂ ਅੱਜ ਵੀ ਪਾਰਟ ਹਾਂ, ਮੋਰਚੇ 'ਚ ਫੇਰ ਵੀ ਆਪਾਂ ਜਾ ਕੇ ਉੱਥੇ ਆਪਦੇ ਬੰਦਿਆਂ ਨਾਲ ਖੜਾਂਗੇ। ਸੋ ਪਰ ਪ੍ਰੋਗਰਾਮ ਹਮੇਸ਼ਾ ਮੈਂ ਕਹਿੰਦਾ ਰਿਹਾ ਤੁਸੀਂ ਦਿਓ, ਲੀਡਰਸ਼ਿਪ ਤੁਸੀਂ ਹੋ ਸਾਡੇ, ਅਸੀਂ ਕਦੇ ਵੀ ਇਹ ਗੱਲ ਨਹੀਂ ਸੋਚ ਸਕਦੇ ਵੀ ਮੋਰਚੇ ਨੂੰ ਦੋ ਫਾੜ ਕਰ ਦਈਏ, ਨਹੀਂ ਤਾਂ ਪਹਿਲੇ ਦਿਨ ਹੀ ਆਪਾਂ ਵੱਖਰੀ ਸਟੇਜ ਗੱਡ ਦਿੰਦੇ। ਇੰਨੀ ਕਿ ਸਪੋਰਟ ਤਾਂ ਆਪਣੇ ਕੋਲੇ ਹਮੇਸ਼ਾ ਹੀ ਰਹੀ ਹੈ ਨਾ, ਵੀ ਵੱਖਰੀ ਸਟੇਜ ਗੱਡ ਦਿੰਦੇ ਤਾਂ ਉਦੋਂ ਉੱਥੇ ਵੀ ਰੌਣਕ ਲੱਗਦੀ, ਪਰ ਇਹ ਕਦੇ ਆਪਾਂ ਕੰਮ ਕੀਤਾ ਨਹੀਂ, ਨਾ ਹੀ ਕਰਨਾ। ਗੁੱਸਾ ਹੈ ਦਿਲ 'ਚ ਰਜਿੰਦਰਦੀਪ ਸਿੰਘ ਵਾਲਾ ਪ੍ਰਤੀ, ਰਾਜੇਵਾਲ ਸਾਹਿਬ ਪ੍ਰਤੀ? ਹੁਣ ਨਹੀਂ ਆ, ਪਹਿਲਾਂ ਸੀਗਾ? ਉਦੋਂ ਸੀਗਾ, ਹਾਂ, ਹੁਣ ਨਹੀਂ ਆ। ਉਦੋਂ ਤਾਂ ਮੈਨੂੰ ਆਏ ਸੀ ਵੀ ਇੱਕ ਵਾਰੀ ਆ ਹੱਲ ਹੋ ਜਾਣ ਦੋ ਸਭ ਕੁਝ, ਉਦੋਂ ਬਾਅਦ ਇਹਨਾਂ ਸਾਰਿਆਂ ਨੂੰ ਵਾਣੀ ਪਾਉਣਾ, ਪਰ ਹੁਣ ਨਹੀਂ। ਹੁਣ ਹੈ ਉਹ ਲਿਸਟ ਵਾਣੀ ਪਾਉਣ ਵਾਲੀ? ਨਹੀਂ, ਹੁਣ ਉਹ ਲਿਸਟ ਹੈ ਨਹੀਂ। I don't know why, but I'm not in that state of mind. I've forgiven them. ਵਗਦੇ ਵਹਿਣ 'ਚ ਬਹੁਤ ਲੋਕ ਲਾਈਵ ਹੋਏ, ਬਾਅਦ 'ਚ ਕਈਆਂ ਨੇ ਮਾਫੀਆਂ ਵੀ ਮੰਗੀਆਂ ਕਿ ਉਦੋਂ ਬੋਲਿਆ ਗਿਆ ਸਾਡੇ ਤੋਂ, ਉਹ ਵੀ ਲਿਸਟ ਖਤਮ ਕਰਤੀ? ਲਿਸਟ ਖਤਮ ਕਰਤੀ ਉਹ ਸਾਰੀ, ਕੋਈ ਲਿਸਟ ਨਹੀਂ ਆ। ਹੁਣ ਨਵੇਂ ਸਿਰਿਓਂ ਸ਼ੁਰੂ ਕਰਾਂਗੇ, ਜਿੱਥੇ ਛੱਡ ਕੇ ਗਿਆ ਸੀ, ਉਹ ਜਿਵੇਂ ਮੇਰਾ ਜੋਰੇ ਵਾਲਾ ਡਾਇਲੌਗ ਸੀ, ਹੁਣ ਬਾਜੀ ਉੱਥੋਂ ਹੀ ਸ਼ੁਰੂ ਕਰਨੀ ਹੈ ਜਿੱਥੋਂ ਛੱਡ ਕੇ ਗਿਆ ਸੀ। ਹੁਣ ਛੱਡ ਕੇ ਤਾਂ ਇੱਥੋਂ ਗਏ ਸੀ, ਜਦੋਂ ਗਏ ਸੀ ਵੀ ਚਲੋ ਕੋਈ ਨਹੀਂ ਯਾਰ, ਤੇ ਉੱਥੋਂ ਹੀ ਸ਼ੁਰੂ ਕਰਦੇ ਆ। ਹੁਣ ਜਦੋਂ ਮੈਂ ਪੰਜਾਬ ਆਇਆ ਸੀ, ਕੋਈ ਰੰਜਿਸ਼ ਨਹੀਂ ਲੈ ਕੇ ਆਇਆ ਸੀ, ਇੱਕ ਵਾਰੀ ਫੇਰ ਪੰਜਾਬ ਆਇਆ, ਕੋਈ ਰੰਜਿਸ਼ ਨਹੀਂ ਹੈ ਕਿਸੇ। ਸਿਆਸਤ ਕਰੋਗੇ ਹੁਣ? ਸਿਆਸਤ ਤਾਂ ਆਪਣੀ ਕੌਨਫਲਿਕਟ ਪੋਲਿਟਿਕਸ ਤਾਂ ਹੈਗੀ ਆ, ਉਹੀ ਤਾਂ ਸਿਆਸਤ। ਇੱਥੋਂ ਘਰੇ ਵੀ ਵਗ ਜਾਂਦੇ ਆ ਤਾਂ ਉਹ ਸਿਆਸਤ ਹੀ ਹੈ ਇੱਕ ਤਰ੍ਹਾਂ, ਹਨਾ, ਇੱਥੋਂ ਘਰ ਤੱਕ ਵੀ ਪਹੁੰਚਣਾ। ਸੋ ਇੱਕ ਪੋਲੀਟੀਕਲੀ ਜੋ ਚੱਲਦਾ ਰਹਿੰਦਾ, ਉਹਦੇ ਤੋਂ ਆਪਾਂ ਆਪਦੇ ਆਪ ਨੂੰ ਵੱਖ ਨਹੀਂ ਕਰ ਸਕਦੇ। ਸਾਨੂੰ ਸਾਡੇ ਗੁਰੂਆਂ ਨੇ ਵੀ ਜੇ ਕਿਹਾ, ਮੀਰੀ ਪੀਰੀ ਦਾ ਸਿਧਾਂਤ ਹੀ ਇਹ ਆ, ਅਕਾਲ ਦੀ ਸਿਆਸਤ ਤੇ ਅਕਾਲ ਦਾ ਧਰਮ, ਇਹੀ ਆ ਸਾਡਾ ਤਾਂ ਫਿਰ ਫਲਸਫਾ ਹੀ ਇਹ ਆ। ਲੱਖਾ ਸਿਧਾਣਾ ਬਾਰੇ ਬਿਲਕੁਲ ਆਖਰੀ ਸਵਾਲ ਹੈ, ਪਹਿਲਾਂ ਵੀ ਕਹਿ ਚੁੱਕਿਆ ਹਾਲਾਂਕਿ ਮੈਂ। ਲੱਖਾ ਸਿਧਾਣਾ ਵੀ ਫੇਸ ਕਰ ਰਹੇ, ਜਿਸ ਤਰ੍ਹਾਂ ਉਹਨਾਂ ਤੇ ਇਨਾਮ ਹੈ, ਉਹਨਾਂ ਦੇ ਭਰਾ ਦੇ ਨਾਲ ਕੁੱਟਮਾਰ ਹੁੰਦੀ ਹੈ, ਫਿਰ ਉਹ ਮੋਰਚੇ 'ਚ ਬਾਅਦ ਜਾਣ ਦੀ ਗੱਲ ਕਰਦੇ ਆ, ਸਾਰਾ ਕੁਝ ਹੁੰਦਾ ਹੈ, ਉਹਨਾਂ ਦੇ ਨਾਲ ਕਿਵੇਂ ਦਾ ਸੰਬੰਧ ਹੈ ਹੁਣ ਤੁਹਾਡਾ? ਨਹੀਂ, ਮੇਰੀ ਦੇਖੋ 10 ਦਸੰਬਰ ਜਾਂ 11 ਦਸੰਬਰ ਨੂੰ ਗੱਲ ਹੋਈ ਸੀ, ਉਦੋਂ ਬਾਅਦ ਤਾਂ ਕਦੇ ਕੋਈ ਗੱਲ ਨਹੀਂ ਹੋਈ, ਪਰ ਸੰਬੰਧ ਤਾਂ ਇਹ ਆ, ਲੱਖੇ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਬਾਈ, ਹੈਨਾ। ਲੱਖੇ ਨੇ ਕੰਟਰੀਬਿਊਟ ਕੀਤਾ ਇਸ ਐਜੀਟੇਸ਼ਨ 'ਚ, ਉਹਨੂੰ ਪਾਸਟ ਉਹਦਾ ਚੱਕ ਕੇ, ਇਹ ਪ੍ਰੋਸੀਕਿਊਸ਼ਨ ਏਜੰਸੀਜ਼ ਸਪੈਸ਼ਲੀ ਐਂ ਦੇਖਦੀਆਂ ਵੀ ਉਹਦਾ ਪਾਸਟ ਚੱਕ ਕੇ ਵੀ ਉਹਨੂੰ ਹੁਣ ਐਨਾਲਾਈਜ਼ ਕਰਦੀਆਂ ਵੀ ਇਹਦਾ ਤਾਂ ਕੁਝ ਡਾਰਕ ਪਾਸਟ ਰਿਹਾ। ਪਰ ਮੈਂ ਕਹਿੰਦਾ, ਮੈਂ ਕਦੇ ਵੀ ਬੰਦੇ ਨੂੰ ਐ ਐਨਾਲਾਈਜ਼ ਨਹੀਂ ਕਰਦਾ ਹੁੰਦਾ। ਉਹਨੇ ਆਪਦੀ ਇਮਾਨਦਾਰੀ ਨਾਲ ਆਪਦੇ ਪੂਰੇ ਆਪਾਂ ਕਹਿ ਲਈਏ ਤਣੋ ਮਨੋ, ਹਨਾ, ਇਸ ਐਜੀਟੇਸ਼ਨ 'ਚ ਉਹਨੇ ਵੀ ਹਿੱਸਾ ਪਾਇਆ। ਹਰ ਬੰਦੇ ਦੀ ਕੰਟਰੀਬਿਊਸ਼ਨ ਆ, ਸਾਨੂੰ ਐਕਨੋਲੇਜ ਕਰਨੀ ਪਊਗੀ, ਸਾਨੂੰ ਰੈਕਗਨਾਈਜ਼ ਵੀ ਕਰਨੀ ਪਊਗੀ। ਸੋ ਮੇਰਾ, ਆਪਾਂ ਤਾਂ ਨਿਰਭਉ ਤੇ ਨਿਰਵੈਰ ਹੀ ਆ, ਇਹੀ ਸਿਖਾਇਆ ਆਪਾਂ ਨੂੰ, ਤੇ ਉਵੇਂ ਹੀ ਅੱਜ ਵੀ। ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਦੀਪ ਸਿੱਧੂ ਜੇਲ੍ਹ ਤੋਂ ਬਾਅਦ, ਜੇਲ੍ਹ ਦੀ ਯਾਤਰਾ ਤੋਂ ਬਾਅਦ ਆ ਕੇ ਤਬਦੀਲੀ ਹੈ ਜਾਂ ਨਹੀਂ ਹੈ, ਤਾਂ ਸੁਣਨ ਵਾਲੇ ਜਿਹੜੇ ਸਾਡੇ ਸਰੋਤੇ ਨੇ ਉਹ ਡਿਸਾਈਡ ਕਰ ਸਕਦੇ ਆ। ਪਰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਅੱਜ ਇੱਥੇ ਬੈਠ ਕੇ ਕਲੀਅਰ ਕੀਤੀਆਂ। ਹਾਲਾਂਕਿ ਕਹਿ ਰਿਹਾ ਹੈ ਕਿ ਇੱਕ ਲਿਸਟ ਸੀਗੀ ਜਿਹੜੀ ਕਿ ਜਿਹੜੇ ਖਿਲਾਫ ਬੋਲੇ, ਉਹ ਲਿਸਟ ਖਤਮ ਕਰਤੀ ਬਾਹਰ ਆਉਂਦੇ ਆਉਂਦੇ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।